ਗੁਰੂ ਪਿਆਰੀ ਸਾਧ ਸੰਗਤ ਜੀਓ, ਤੁਹਾਡਾ ਸਾਰਿਆਂ ਦਾ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਦੀ ਤਰਫੋਂ ਸਿੱਖ ਸੈਂਟਰ ਦੀ ਤਰਫੋਂ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਅੱਜ ਦੇ ਸੰਵਾਦ ਵਿੱਚ ਰੈਲੇਵੈਂਸ ਆਫ ਗੁਰਬਾਣੀ ਐਂਡ ਸਿੱਖੀ ਟੂਡੇ ਦੇ ਵਿੱਚ ਜੁੜੇ ਹੋ ਜੀ। ਸਾਡੇ ਕੋਲ ਬਹੁਤ ਸਾਰੇ ਪ੍ਰਸ਼ਨ ਜਿਹੜੇ ਸੀ ਸੰਗਤ ਵੱਲੋਂ ਆਏ, ਜਿਨ੍ਹਾਂ ਨੂੰ ਅੱਜ ਸਾਡੇ ਪੈਨਲਿਸਟ ਹੈਗੇ ਜਿਹੜੇ ਗਿਆਨੀ ਸਾਹਿਬਾਨ ਉਹਨਾਂ ਦੇ ਜਵਾਬ ਦੇਣਗੇ। ਸਭ ਤੋਂ ਪਹਿਲਾਂ ਅੱਜ ਦਾ ਜਿਹੜਾ ਸੰਵਾਦ ਸੈਸ਼ਨ ਹੈਗਾ ਸਾਧ ਸੰਗਤ ਜੀ, ਇਸ ਦੇ ਲਈ ਮੈਂ ਸਿੱਖ ਸੈਂਟਰ ਦੇ ਚੇਅਰਪਰਸਨ ਭੈਣ ਜੀ ਹਰਦੀਪ ਕੌਰ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਨਾਲ ਜੁੜੀ ਸੰਗਤ ਦੇ ਸਵਾਗਤ ਦੇ ਵਿੱਚ ਆਪਣੇ ਦੋ ਸ਼ਬਦ ਜਿਹੜੇ ਆ ਉਹ ਸਾਂਝੇ ਕਰਨ। ਭੈਣ ਜੀ ਹਰਦੀਪ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਜੀ ਸਮੁੱਚੀ ਸੰਗਤ ਦਾ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਵੱਲੋਂ ਬਹੁਤ ਬਹੁਤ ਸਵਾਗਤ ਹੈ। ਜੇਕਰ ਅੱਜ ਅਸੀਂ ਸੰਵਾਦ ਲਈ ਇਕੱਤਰ ਹੋ ਕੇ ਜੁੜੇ ਹਾਂ, ਇਹ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਸਦਕਾ ਹੀ ਹੈ। ਗੁਰਬਾਣੀ ਸੰਵਾਦ ਤੋਂ ਭਾਵ ਹੈ ਗੁਰੂ ਦੀਆਂ ਬਾਣੀਆਂ ਅਤੇ ਕਹਾਣੀਆਂ ਨੂੰ ਯਾਦ ਕਰਨਾ। ਗੁਰੂ ਸਾਹਿਬਾਨ ਜੀ ਦਾ ਇਹੋ ਮਿਸ਼ਨ ਸੀ ਕਿ ਸਾਰੇ ਇਕੱਤਰ ਹੋ ਕੇ ਗੁਰੂ ਦੀਆਂ ਬਾਤਾਂ ਅਤੇ ਸਾਖੀਆਂ ਨੂੰ ਯਾਦ ਕੀਤਾ ਜਾਵੇ। ਇਸ ਲਈ ਸਿੱਖ ਸੈਂਟਰ ਦੀ ਸਿੱਖੀ ਪ੍ਰਚਾਰ ਅਕੈਡਮੀ ਵੱਲੋਂ ਗੁਰੂ ਸਾਹਿਬਾਨ ਦੇ ਮਿਸ਼ਨ ਨੂੰ ਮੁੱਖ ਰੱਖਦਿਆਂ ਸੰਵਾਦ ਪ੍ਰੋਗਰਾਮ ਉਲੀਕਿਆ ਗਿਆ। ਅੱਜ ਦੇ ਸੰਵਾਦ ਰੈਲੇਵੈਂਸ ਆਫ ਗੁਰਬਾਣੀ ਐਂਡ ਸਿੱਖੀ ਟੂਡੇ ਲਈ ਸਾਡੇ ਕੋਲ ਗਿਆਨੀ ਕੁਲਦੀਪ ਸਿੰਘ ਜੀ ਵੇਰਕਾ, ਗਿਆਨੀ ਗੁਰਦੀਪ ਸਿੰਘ ਜੀ ਗਨੀਰ, ਗਿਆਨੀ ਸਰਬਜੀਤ ਸਿੰਘ ਜੀ ਕੋਮਲ ਅਤੇ ਗਿਆਨੀ ਸਤਨਾਮ ਸਿੰਘ ਜੀ ਹਾਜ਼ਰ ਹੋ ਚੁੱਕੇ ਸਨ। ਅਸੀਂ ਸੈਂਟਰਲ ਸਿੱਖ ਗੁਰਦੁਆਰਾ ਬੋਰਡ ਵੱਲੋਂ ਗਿਆਨੀ ਸਾਹਿਬਾਨ ਜੀ ਦਾ ਤੇ ਉਹਨਾਂ ਦੀ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜੋ ਹਮੇਸ਼ਾ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਨੂੰ ਸਹਿਯੋਗ ਦਿੰਦੇ ਹਨ। ਸਭ ਤੋਂ ਜ਼ਿਆਦਾ ਧੰਨਵਾਦ ਦੇ ਹੱਕਦਾਰ ਹਨ ਸਾਡੇ ਸਿੱਖੀ ਪ੍ਰਚਾਰ ਅਕੈਡਮੀ ਦੇ ਲੈਕਚਰ ਦੋਵੇਂ ਸਰਦਾਰ ਅਪਿੰਦਰ ਸਿੰਘ ਜੀ ਅਤੇ ਡਾਕਟਰ ਜਸਵਿੰਦਰ ਸਿੰਘ ਜੀ, ਜਿਨ੍ਹਾਂ ਨੇ ਇਸ ਵਰਚੁਅਲ ਸੰਵਾਦ ਨੂੰ ਬਹੁਤ ਚੰਗੇ ਤਰੀਕੇ ਨਾਲ ਪ੍ਰਬੰਧ ਕੀਤਾ। ਸੋ ਆਓ ਹੁਣ ਆਪਾਂ ਸਾਰੇ ਪਿਓ ਦਾਦੇ ਦੇ ਖਜ਼ਾਨੇ ਦਾ ਆਨੰਦ ਮਾਣੀਏ ਤੇ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਭੈਣ ਜੀ ਹਰਦੀਪ। ਇਹ ਸਾਧ ਸੰਗਤ ਜੀ ਇੱਕ ਟੀਮ ਵਰਕ ਹੁੰਦਾ ਜੀ, ਇਕੱਲਾ ਬੰਦਾ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ। ਇਸ ਦੇ ਲਈ ਸਾਡੀ ਸਿੱਖ ਸੈਂਟਰ ਦੀ MC, ਸਾਡੇ ਗਿਆਨੀ ਸਾਹਿਬਾਨ, ਡਾਕਟਰ ਜਸਵਿੰਦਰ ਸਿੰਘ, ਇਹਨਾਂ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੈ। ਤੇ ਹੁਣ ਮੈਂ ਇਸ ਦੇ ਨਾਲ ਹੀ ਡਾਕਟਰ ਜਸਵਿੰਦਰ ਸਿੰਘ ਜੀ ਨੂੰ ਬੇਨਤੀ ਕਰਦਾ ਕਿ ਇਸ ਟੌਪਿਕ ਦੀ ਜਿਹੜੀ ਇੰਟਰੋਡਕਸ਼ਨ ਹੈਗੀ ਆ, ਰੈਲੇਵੈਂਸ ਆਫ ਗੁਰਬਾਣੀ ਐਂਡ ਸਿੱਖੀ ਟੂਡੇ, ਉਸ ਦੇ ਬਾਰੇ 5-10 ਮਿੰਟ ਦੇ ਵਿੱਚ ਆਪਣੇ ਜਿਹੜੇ ਵਿਚਾਰ ਨੇ ਉਹ ਸੰਗਤ ਦੇ ਨਾਲ ਸਾਂਝੇ ਕਰਨ ਤੇ ਫਿਰ ਉਸ ਤੋਂ ਬਾਅਦ ਅਸੀਂ ਜਿਹੜੀ ਪ੍ਰਸ਼ਨਾਂ ਦੀ ਲੜੀ ਹੈ ਜੀ ਉਹ ਸ਼ੁਰੂ ਕਰਾਂਗੇ। ਡਾਕਟਰ ਜਸਵਿੰਦਰ ਸਿੰਘ ਜੀ ਪਲੀਜ਼। ਥੈਂਕ ਯੂ ਅਪਿੰਦਰਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਸਾਧ ਸੰਗਤ ਜੀ। ਸਾਧ ਸੰਗਤ ਜੀ, ਅਸੀਂ ਬੜੇ ਵੱਡੇ ਭਾਗਾਂ ਵਾਲੇ ਆ ਜੀ, ਸਾਰੇ ਬੜੇ ਭਾਗਿਆ ਕਿ ਸਾਨੂੰ ਇਕੱਤਰ ਹੋਣ ਦਾ ਜਿਹੜਾ ਆ ਉਹ ਸੁਭਾਗ ਪ੍ਰਾਪਤ ਹੋਇਆ ਆ। ਗੁਰੂ ਪਾਤਸ਼ਾਹ ਜੀ ਹਮੇਸ਼ਾ ਆਪਣੇ ਸਿੱਖਾਂ ਨੂੰ ਮੋਟੀਵੇਟ ਕਰਦੇ ਨੇ, ਕਿਉਂਕਿ ਗੁਰਬਾਣੀ ਜਿਹੜੀ ਹੈ ਇਹ ਜੁਗੋ ਜੁਗ ਅਟਲ ਹੈ। ਅੱਜ ਅਸੀਂ ਇਕੱਠੇ ਹੋਏ ਹਾਂ, ਸਾਡੇ ਮਨ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਨੇ। ਅਸੀਂ ਕਈ ਵਾਰ ਡਾਊਟ ਕਹਿ ਦਿੰਦੇ ਹਾਂ, ਉਹ ਡਾਊਟ ਨਹੀਂ ਹੁੰਦੇ, ਉਹ ਜਿਗਿਆਸਾ ਹੁੰਦੀ ਆ, ਉਹ ਕਿਉਰਿਓਸਿਟੀ ਹੁੰਦੀ ਆ ਸਾਡੇ ਮਨ ਦੇ ਵਿੱਚ ਕਿ ਅਸੀਂ ਸਿੱਖਣਾ ਚਾਹੁੰਦੇ ਹਾਂ। ਕਈ ਵਾਰ ਅਸੀਂ ਕਹਿੰਦੇ ਹਾਂ ਕਿ ਮੇਰੇ ਮਾਈਂਡ ਦੇ ਵਿੱਚ ਡਾਊਟ ਆ। ਗੁਰਬਾਣੀ ਜਿਹੜੀ ਆ ਉਸ ਡਾਊਟ ਨੂੰ ਕਲੀਅਰ ਕਰਦੀ ਆ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਈ। ਅੱਜ ਅਸੀਂ ਸਾਰੇ ਇਕੱਠੇ ਹੋਏ ਹਾਂ, ਸਾਡੇ ਮਨ ਦੇ ਵਿੱਚ ਬਹੁਤ ਸਾਰੇ ਪ੍ਰਸ਼ਨ ਸੀ, ਜਿਨ੍ਹਾਂ ਦੇ ਆਨਸਰ ਸਾਡੇ ਗਿਆਨੀ ਸਾਹਿਬਾਨ ਜੀ ਨੇ, ਸਾਧ ਸੰਗਤ ਜੀ ਆਪ ਜੀ ਦੇ ਸਾਹਮਣੇ ਉਹ ਪੇਸ਼ ਕਰਨਗੇ। ਜਦੋਂ ਸਾਧ ਸੰਗਤ ਜੀ ਅਸੀਂ ਗੱਲ ਕਰਦੇ ਹਾਂ ਸਾਡੀ ਜ਼ਿੰਦਗੀ ਦੇ ਵਿੱਚ ਅੱਜ ਉਹਦੀ ਸਾਰਥਿਕਤਾ ਕੀ ਆ, ਉਹਦੀ ਪ੍ਰਸੰਗਿਕਤਾ ਕੀ ਆ, ਤੇ ਅੱਜ ਦੇ ਸਮੇਂ ਦੇ ਵਿੱਚ ਉਹਨੂੰ ਅਸੀਂ ਰਿਲੇਟ ਕਿੱਦਾਂ ਕਰ ਸਕਦੇ ਹਾਂ ਆਪਣੇ ਜੀਵਨ ਦੇ ਨਾਲ। ਸਾਧ ਸੰਗਤ ਜੀ, ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਸੰਦੇਸ਼ ਹੈ, ਜਿਹੜਾ ਮੈਸੇਜ ਹੈ, ਉਹ ਕਿਸੇ ਖਾਸ ਇੱਕ ਸਮੇਂ ਦੇ ਲਈ ਨਹੀਂ ਗਾ। ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਹਮੇਸ਼ਾ ਜਿਹੜਾ ਆ ਉਹ ਸੰਦੇਸ਼ ਰਹਿਣ ਵਾਲਾ ਆ। ਗੁਰੂ ਪਾਤਸ਼ਾਹ ਜੀ ਦੇ ਮੁਖ ਦੇ ਵਿੱਚੋਂ ਕੋਈ ਵੀ ਫਰਮਾਨ ਗੁਰੂ ਪਾਤਸ਼ਾਹ ਨੇ ਆਪਣੇ ਮੁਖਾਰਬਿੰਦ ਦੇ ਵਿੱਚੋਂ ਉਚਾਰਨ ਕੀਤਾ ਆ, ਉਹ ਅਸੀਂ ਕਹਿ ਦਿੰਦੇ ਹਾਂ ਕਿ ਇਹ ਸਿੱਖਾਂ ਦੇ ਲਈ ਆ। ਸਾਧ ਸੰਗਤ ਜੀ, ਉਹ ਸਿੱਖਾਂ ਦੇ ਲਈ ਨਹੀਂ, ਉਹ ਸਾਰੀ ਕਮਿਊਨਿਟੀ ਦੇ ਲਈ ਆ, ਸਾਰੇ ਧਰਮਾਂ ਦੇ ਲਈ ਆ,
ਸਾਰੇ ਵਰਗਾਂ ਦੇ ਲਈ ਆ, ਮਤਲਬ ਕਿ ਹਰ ਇੱਕ ਦੇ ਲਈ ਆ, ਹਰ ਇੱਕ ਮਨੁੱਖਤਾ ਦੇ ਲਈ ਆ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਹੋਵੇ। ਗੁਰੂ ਪਾਤਸ਼ਾਹੀ ਦਾ ਫਰਮਾਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੇ। ਗੁਰੂ ਪਾਤਸ਼ਾਹ ਜੀ ਦੇ ਮੁਖਾਰਬਿੰਦ ਵਿੱਚੋਂ ਇੱਕ ਇੱਕ ਸ਼ਬਦ ਜਿਹੜਾ ਨਿਕਲਿਆ ਆ ਸਾਧ ਸੰਗਤ ਜੀ, ਉਹਦੀ ਇੰਨੀ ਰੈਲੇਵੈਂਸ ਆ, ਉਹ ਸਾਰਿਆਂ ਦੇ ਲਈ ਜਿਹੜਾ ਆ ਉਹ ਬੈਨੀਫਿਸ਼ਲ ਆ, ਸਾਰਿਆਂ ਦੇ ਲਈ ਉਹਦੀ ਜਿਹੜੀ ਆ ਉਹ ਰੈਲੇਵੈਂਸ ਹੈਗੀ ਆ। ਜਦੋਂ ਸਾਧ ਸੰਗਤ ਜੀ ਅੱਗੇ ਅਸੀਂ ਪੜ੍ਹਦੇ ਆ ਕਿ ਗੁਰੂ ਪਾਤਸ਼ਾਹ ਜੀ ਦਾ ਜਿਹੜਾ ਉਪਦੇਸ਼ ਆ ਉਹ ਸਾਰਿਆਂ ਲਈ ਸਾਂਝਾ ਆ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਜਦੋਂ ਅਸੀਂ ਇਹਦੇ ਵੱਖਰੇ ਵੱਖਰੇ ਐਸਪੈਕਟਸ, ਵੱਖਰੇ ਵੱਖਰੇ ਜਿਹੜੇ ਪੱਖ ਆ ਉਹ ਸਾਧ ਸੰਗਤ ਜੀ ਅਸੀਂ ਦੇਖਦੇ ਆ, ਫਿਰ ਸਾਨੂੰ ਪਤਾ ਲੱਗਦਾ ਆ ਕਿ ਗੁਰੂ ਪਾਤਸ਼ਾਹ ਜੀ ਨੇ ਕਿੰਨਾ ਬ੍ਰੌਡ ਹੋ ਕੇ ਤੁਰਕੀ ਬਾਣੀ ਜਿਹੜੀ ਉਹ ਸਾਨੂੰ ਦਿੱਤੀ ਆ। ਸਾਡੇ ਮਨਾਂ ਦੇ ਵਿੱਚ ਕਿੰਨੇ ਪ੍ਰਸ਼ਨ ਨੇ ਤੇ ਜਿਨ੍ਹਾਂ ਦਾ ਜਿਹੜਾ ਸਵਾਲਾਂ ਦੇ ਜਵਾਬ ਗੁਰਬਾਣੀ ਸਾਧ ਸੰਗਤ ਜੀ ਉਹ ਸਾਨੂੰ ਦਿੰਦੀ ਆ। ਗੁਰਬਾਣੀ ਹਮੇਸ਼ਾ ਹੀ ਮਨੁੱਖ ਨੂੰ ਜਿਹੜੀ ਆ ਉਹਦੀ ਰੈਲੇਵੈਂਸ ਕੀ ਆ, ਹਰ ਇੱਕ ਨੂੰ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਵਿੱਚ ਰੱਖਦੀ ਆ ਤੇ ਸਰਬੱਤ ਦੇ ਭਲੇ ਦੀ ਲਈ ਜਿਹੜੀ ਸਾਨੂੰ ਉਹ ਪ੍ਰੇਰਦੀ ਆ। ਅਸੀਂ ਹਰ ਰੋਜ਼ ਜਦੋਂ ਅਰਦਾਸ ਕਰਦੇ ਆ ਸਾਧ ਸੰਗਤ ਜੀ, ਅਸੀਂ ਕੀ ਕਹਿੰਦੇ ਆ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅਸੀਂ ਕਿਉਂ ਕਹਿੰਦੇ ਆ? ਕਿਉਂਕਿ ਉੱਥੇ ਅਸੀਂ ਖਾਸ ਕਲਾ ਆਪਣੇ ਲਈ ਜਿਹੜੀ ਮੰਗ ਨਹੀਂ ਕਰਦੇ ਗੁਰੂ ਪਾਸੋਂ, ਅਸੀਂ ਉੱਥੇ ਮੰਗ ਜਿਹੜੀ ਆ ਆਲ ਕਮਿਊਨਿਟੀ ਦੇ ਲਈ ਕਰਦੇ ਆ, ਆਲ ਰਿਲੀਜਨ ਦੇ ਲਈ ਕਰਦੇ ਆ। ਜਿਹੜਾ ਉਪਦੇਸ਼ ਆ ਉਹ ਸਾਰਿਆਂ ਦੇ ਲਈ ਸਾਂਝਾ ਆ ਸਾਧ ਸੰਗਤ ਜੀ। ਜਦੋਂ ਅਸੀਂ ਸ਼ਬਦ ਪੜ੍ਹਦੇ ਆ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਉਹਦੇ ਵਿੱਚ ਰੈਲੇਵੈਂਸ ਕੀ ਆ, ਅਸੀਂ ਦੂਜਿਆਂ ਲਈ ਵੀ ਸੋਚਦੇ ਆ। ਬਾਣੀ ਸਿਰਫ ਇੱਕ ਦੀ ਗੱਲ ਨਹੀਂ ਕਰਦੀ, ਗੁਰਬਾਣੀ ਜਿਹੜੀ ਆ ਉਹ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੀ ਹੈ ਸਾਧ ਸੰਗਤ ਜੀ। ਜਦੋਂ ਸਾਧ ਸੰਗਤ ਜੀ ਅੱਜ ਅਸੀਂ ਗੁਰਬਾਣੀ ਦੀ ਰੈਲੇਵੈਂਸ ਦੀ ਗੱਲ ਕਰਦੇ ਆ ਨਾ, ਫਿਰ ਸਾਨੂੰ ਸਾਡੇ ਮਨ ਦੇ ਅੰਦਰ ਇੱਕ ਪ੍ਰਸ਼ਨ ਪੈਦਾ ਹੁੰਦਾ ਆ। ਮਨੁੱਖ ਜਿਹੜਾ ਆ ਹਿਊਮਨ ਬੀਇੰਗ ਆ, ਉਹਦਾ ਨੇਚਰ ਆ, ਮਨੁੱਖ ਆਪਣੇ ਆਪ ਨੂੰ ਵਾਈਜ਼ ਦੱਸਣ ਦੇ ਲਈ, ਸਿਆਣਾ ਦੱਸਣ ਦੇ ਲਈ ਜਿਹੜਾ ਆ ਉਹ ਵੰਡ ਪਾਉਂਦਾ ਆ, ਵੰਡ ਪਾਉਣੀ ਸ਼ੁਰੂ ਕਰ ਦਿੰਦਾ ਆ। ਮਨੁੱਖ ਨੇ ਵੰਡ ਪਾਉਣੀ ਕਿੱਥੋਂ ਸ਼ੁਰੂ ਕੀਤੀ? ਪਰਿਵਾਰ ਨੂੰ ਵੰਡਿਆ, ਸਮਾਜ ਨੂੰ ਵੰਡਿਆ, ਬੋਲੀ ਨੂੰ ਵੰਡਿਆ, ਧਰਮਾਂ ਨੂੰ ਵੰਡਿਆ, ਜਾਤਾਂ ਵਿੱਚ ਵੰਡਿਆ ਗਿਆ। ਅਖੀਰ ਦੇ ਵਿੱਚ ਉਹਨੇ ਆਪਣੀ ਜਿਹੜੀ ਜਗ੍ਹਾ ਦੇ ਵਿੱਚ ਰਹਿੰਦਾ ਹੈ ਨਾ, ਉਸ ਪ੍ਰਾਪਰਟੀ ਨੂੰ ਵੀ ਵੰਡ ਲਿਆ। ਇੱਥੋਂ ਤੱਕ ਕਿ ਸਾਧ ਸੰਗਤ ਜੀ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਮੰਨਦੇ ਹਾਂ ਵੀ ਇਹ ਵੰਡੀਆਂ ਜਾ ਸਕਦੀਆਂ ਨੇ, ਪਰ ਸਾਧ ਸੰਗਤ ਜੀ ਮਨੁੱਖ ਨੇ ਰੱਬ ਨੂੰ ਵੀ ਵੰਡ ਲਿਆ। ਰੱਬ ਵੰਡਿਆ ਜਾ ਸਕਦਾ ਆ? ਰੱਬ ਦੀ ਰੈਲੇਵੈਂਸ ਜਿਹੜੀ ਆ ਉਹ ਪਹਿਲਾਂ ਵੀ ਸੀ, ਆਦ ਸੱਚ ਜੁਗਾਦ ਸੱਚ ਹੈਪੀ ਸੱਚ। ਰੱਬ ਨੂੰ ਵੰਡਿਆ ਨਹੀਂ ਜਾ ਸਕਦਾ। ਮਨੁੱਖ ਨੇ, ਹਿੰਦੂ ਕਹਿੰਦੇ ਕਿ ਜੇ ਅਸੀਂ ਰਾਮ ਕਹਿੰਦੇ ਆ ਤਾਂ ਰੱਬ ਸਾਡਾ ਆ, ਤੇ ਮੁਸਲਮਾਨ ਵੀਰ ਕਹਿੰਦੇ ਨੇ ਜੇ ਅਸੀਂ ਅੱਲਾ ਆਖਦੇ ਆ ਤੇ ਰਾਮ ਕਿਹੜਾ ਖੁਦਾ ਆ ਉਹ ਸਾਡਾ ਆ। ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੇ ਗਸਈਆਂ ਕੋਈ ਅਲਾਏ। ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਜਿਹੜਾ ਆ ਉਹਦੀ ਰੈਲੇਵੈਂਸ ਸਾਧ ਸੰਗਤ ਜਿਹੜੀ ਆ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਗੁਰੂ ਪਾਤਸ਼ਾਹ ਜੀ ਦਾ ਜਿਹੜਾ ਆ ਉਪਦੇਸ਼ ਸਾਰਿਆਂ ਲਈ ਸਾਂਝਾ ਆ, ਉਹ ਕਿਸੇ ਇੱਕ ਕਮਿਊਨਿਟੀ ਦਾ ਨਹੀਂ। ਬਹੁਤ ਸਾਰੇ ਲੋਕ ਉਸ ਸਮੇਂ ਵੀ ਆਖਦੇ ਨੇ ਬਾਬਾ ਨਾਨਕ ਸਾਡਾ ਹੈ, ਹਿੰਦੂ ਵੀਰ ਆਖਦੇ ਨੇ ਸਾਡਾ ਹੈ, ਮੁਸਲਮਾਨ ਆਖਦੇ ਨੇ ਸਾਡਾ ਨਹੀਂ। ਬਾਬਾ ਜੀ ਨੇ ਤਾਂ ਕਲੀਅਰ ਕਰ ਦਿੱਤਾ ਸੀ, ਨਾ ਮੈਂ ਹਿੰਦੂ ਨਾ ਮੁਸਲਮਾਨ, ਵੀ ਮੇਰਾ ਜਿਹੜਾ ਆ ਉਹ ਕੋਈ ਧਰਮ ਨਹੀਂ। ਅਸੀਂ ਧਰਮੀ ਬਣ ਗਏ ਆ। ਸਾਨੂੰ ਸਮਝ ਨਹੀਂ ਆਈ ਕਿ ਧਰਮ ਦੀ ਜਿਹੜੀ ਰੈਲੇਵੈਂਸ ਕੀ ਆ, ਗੁਰਬਾਣੀ ਦੀ ਰੈਲੇਵੈਂਸ ਕੀ ਆ। ਜਦੋਂ ਸਾਧ ਸੰਗਤ ਜੀ ਅਸੀਂ ਗੁਰਬਾਣੀ ਨੂੰ ਨਾ ਹੋਰ ਅਸੀਂ ਇਹਨੂੰ ਬਰੀਕੀ ਤਰੀਕੇ ਦੇ ਨਾਲ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ, ਇਹਨੂੰ ਇੰਟਰਪ੍ਰੀਟ ਕਰਦੇ ਆ, ਦੀ ਐਕਸਪਲੇਨੇਸ਼ਨ ਕਰਦੇ ਆ ਨਾ, ਫਿਰ ਸਾਨੂੰ ਪਤਾ ਲੱਗਦਾ ਬਾਬੇ ਨਾਨਕ ਨੇ ਮਨੁੱਖ ਨੂੰ ਇੰਨਾ ਸਟਰੋਂਗ ਬਣਾ ਦਿੱਤਾ। ਉਹਨੂੰ ਧਾਰਮਿਕ ਤੌਰ ਤੇ ਵੀ ਸਟਰੋਂਗ ਬਣਾਇਆ, ਉਹਨੂੰ ਆਰਥਿਕ ਤੌਰ ਤੇ ਵੀ ਸਟਰੋਂਗ ਬਣਾਇਆ, ਉਹਨੂੰ ਸਮਾਜਿਕ ਤੌਰ ਤੇ ਵੀ ਸਟਰੋਂਗ ਬਣਾਇਆ, ਇੱਥੋਂ ਤੱਕ ਕਿ ਉਹਦਾ ਗੁਰਮਤਿ ਸੱਭਿਆਚਾਰ ਸਾਧ ਸੰਗਤ ਜੀ ਜਿਹੜਾ ਹੈਗਾ ਨਾ ਉਹ ਵੀ ਸਟਰੋਂਗ ਕੀਤਾ ਆ। ਧਾਰਮਿਕ ਤੌਰ ਤੇ ਸਾਨੂੰ ਸਟਰੋਂਗ ਕੀਤਾ ਗੁਰੂ ਪਾਤਸ਼ਾਹ ਜੀ ਨੇ। ਸਾਧ ਸੰਗਤ ਜੀ ਸਾਨੂੰ 3 ਜਿਹੜੇ ਆ ਉਹ ਬੇਸਿਕ ਜਿਹੜੇ ਆ ਉਹ ਸਿਧਾਂਤ ਦਿੱਤੇ ਨੇ, ਜਿਹੜੇ 3 ਪਿਲਰਸ ਆਫ ਸਿੱਖੀਜ਼ਮ ਨੇ। ਸਾਧ ਸੰਗਤ ਜੀ ਕਿਹੜੇ ਨੇ? ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ। ਇਹ ਗੁਰੂ ਜੀ ਨੇ ਧਾਰਮਿਕ ਤੌਰ ਤੇ ਜਿਹੜਾ ਆ ਉਹ ਸਾਨੂੰ ਸਟਰੋਂਗ ਕਰ ਦਿੱਤਾ। ਆਰਥਿਕ ਤੌਰ ਤੇ ਉਹਦੀ ਰੈਲੇਵੈਂਸ ਕੀ ਆ? ਬਾਬੇ ਨਾਨਕ ਦੇ ਸਿਧਾਂਤ ਸਾਧ ਸੰਗਤ ਜੀ, ਜੇਕਰ ਅਸੀਂ ਉਹਨਾਂ ਤਿੰਨਾਂ ਨੂੰ ਇੱਥੇ ਵਿਆਖਿਆ ਕਰੀਏ ਨਾ ਸਾਧ ਸੰਗਤ ਜੀ, ਸਾਡਾ ਸਮਾਂ ਥੋੜਾ ਪੈ ਜਾਵੇਗਾ। ਆਰਥਿਕ ਤੌਰ ਤੇ ਗੁਰੂ ਪਾਤਸ਼ਾਹ ਜੀ ਨੇ ਆਖਿਆ ਕਿ ਜੇਕਰ ਅਸੀਂ ਸਪਿਰਿਚੁਅਲ ਤੌਰ ਤੇ ਸਟਰੋਂਗ ਹੁੰਨੇ ਆ, ਮਾਈਂਡ ਨੂੰ ਸਟਰੋਂਗ ਕਰਦੇ ਆ, ਤੇ ਸਾਧ ਸੰਗਤ ਜੀ ਆਰਥਿਕ ਤੌਰ ਤੇ ਵੀ ਸਟਰੋਂਗ ਹੋਣਾ ਬੜਾ ਜ਼ਰੂਰੀ ਆ। ਹੁਣ ਤੁਸੀਂ ਕਹੋਗੇ ਜੀ ਗੁਰਬਾਣੀ ਤਾਂ ਜਿਹੜੀ ਆ ਉਹ ਮਟੀਰੀਅਲਿਸਟਿਕ ਚੀਜ਼ਾਂ ਦੇ ਵੱਲ ਧਿਆਨ ਨਹੀਂ ਕਰਦੀ। ਜੇ ਸਾਧ ਸੰਗਤ ਜੀ ਮਟੀਰੀਅਲਿਸਟਿਕ ਚੀਜ਼ਾਂ ਵੱਲ ਧਿਆਨ ਨਹੀਂ ਨਾ ਕਰਦੀ ਤਾਂ ਭਗਤ ਕਬੀਰ ਜੀ ਨੂੰ ਕੀ ਲੋੜ ਸੀ ਇਹ ਗੱਲ ਕਹਿਣ ਦੀ, ਭੂਖੇ ਭਗਤ ਨਾ ਕੀਜੈ ਲੈ ਮਾਲਾ ਆਪਣੀ ਲੀਜੈ। ਰੈਲੇਵੈਂਸ ਦਿਖਾਈ ਗਈ। ਉਸ ਸਮੇਂ ਵੀ ਜ਼ਰੂਰਤ ਸੀ। ਜੇਕਰ ਸਰੀਰ ਦੇ ਅੰਦਰ ਸਰੀਰ ਦਾ ਵਿਕਾਸ ਹੋਵੇਗਾ ਤਾਂ ਸਾਡੇ ਮੈਂਟਲੀ ਤੌਰ ਤੇ ਵੀ ਸਾਧ ਸੰਗਤ ਜੀ ਵਿਕਾਸ ਹੋਵੇਗਾ। ਇਸ ਦੇਹੀ ਕੋ ਪਾਲ ਦਾ ਕਨਸੈਪਟ ਸਾਡੇ ਕੋਲ ਹੈ, ਅੱਜ ਰੈਲੇਵੈਂਸ ਆ।
ਅੱਜ ਅਸੀਂ ਗੁਰੂ ਪਾਸੋਂ ਕਿੰਨਾ ਕੁਝ ਮੰਗਦੇ ਆ। ਤੇ ਭਗਤ ਧੰਨਾ ਜੀ ਦਾ ਸਾਧ ਸੰਗਤ ਜੀ ਸਾਡੇ ਕੋਲ ਸਿਧਾਂਤ ਹੈ, ਕਿੰਨਾ ਕੁਝ ਮੰਗਿਆ। ਦਾਲ ਸੀਦਾ ਮੰਗੋ ਘੀਓ ਹਮਰਾ ਖੁਸ਼ੀ ਕਰੇਂਦ ਦਿਓ। ਇਹ ਰੈਲੇਵੈਂਸ ਆ ਸਾਧ ਸੰਗਤ ਜੀ। ਜੇ ਅੱਜ ਅਸੀਂ ਗੁਰੂ ਪਾਸੋਂ ਮੰਗਦੇ ਆ ਤਾਂ ਸਾਨੂੰ ਸਾਡੇ ਭਗਤਾਂ ਨੇ ਸਿਖਾਇਆ ਕਿ ਉਸ ਪ੍ਰਮਾਤਮਾ ਦੇ ਪਾਸੋਂ ਜਿਹੜਾ ਹੈ ਮੰਗਣਾ ਆ। ਜਦੋਂ ਸਾਧ ਸੰਗਤ ਜੀ ਅਸੀਂ ਫਿਰ ਸਮਾਜ ਦੀ ਗੱਲ ਕਰਦੇ ਆ, ਸਮਾਜ ਵਿੱਚ ਰਹਿਣਾ ਇਹ ਵੀ ਬਹੁਤ ਵੱਡੀ ਮਤਲਬ ਕਿ ਸਾਡੀ ਇੱਕ ਰਿਸਪੌਂਸਿਬਿਲਿਟੀ ਆ। ਜਿਸ ਤਰ੍ਹਾਂ ਸਮਾਜ ਵਿੱਚ ਰਹਿਣ ਦੇ ਨਾਲ ਸਾਧ ਸੰਗਤ ਜੀ ਅਸੀਂ ਆਪਣੀ ਇੱਜ਼ਤ ਬਣਾ ਕੇ ਰੱਖਦੇ ਹਾਂ। ਜੇ ਜੀਵੇ ਪਥਲਤੀ ਜਾਏ, ਅਸੀਂ ਆਖਦੇ ਹਾਂ ਕਿ ਮੇਰਾ ਜਿਹੜਾ ਸਮਾਜ ਦੇ ਵਿੱਚ ਚੰਗਾ ਸਟੇਟਸ ਹੋਣਾ ਚਾਹੀਦਾ ਆ, ਇੱਕ ਚੰਗਾ ਰੁਤਬਾ ਹੋਣਾ ਚਾਹੀਦਾ ਆ। ਤੇ ਪ੍ਰਮਾਤਮਾ ਦੇ ਦਰ ਤੇ ਮਤਲਬ ਕਿ ਪ੍ਰਾਪਤੀ ਦੇ ਲਈ ਸਾਧ ਸੰਗਤ ਜੀ ਸਾਡਾ ਉੱਥੇ ਵੀ ਤਾਂ ਜਿਹੜੀ ਹੈ ਸਾਡੀ ਇੱਜ਼ਤ ਮਤਲਬ ਕਿ ਹੋਣੀ ਚਾਹੀਦੀ ਹੈ ਨਾ। ਗੁਰੂ ਪਾਤਸ਼ਾਹ ਜੀ ਆਖਦੇ ਨੇ ਆਪਣੀ ਪਤ ਸੇਤੀ ਘਰ ਆਓ। ਗੁਰੂ ਪਾਤਸ਼ਾਹ ਜੀ ਕਹਿੰਦੇ ਆਪਣੀ ਇੱਜ਼ਤ ਜੇਕਰ ਜਿਹੜੀ ਆਪਣੀ ਪਤ ਆ ਉਹ ਸਾਡੇ ਸਮਾਜ ਦੇ ਵਿੱਚ ਜ਼ਰੂਰੀ ਆ, ਤੇ ਸਾਧ ਸੰਗਤ ਜੀ ਪ੍ਰਮਾਤਮਾ ਦੇ ਦਰ ਦੇ ਉੱਤੇ ਵੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਜਦੋਂ ਅਸੀਂ ਗੁਰਮੁਖ ਸੱਭਿਆਚਾਰ ਦੀ ਸਾਧ ਸੰਗਤ ਜੀ ਗੱਲ ਕਰਦੇ ਆ, ਗੁਰਮੁਖ ਸੱਭਿਆਚਾਰ ਵਿੱਚ ਗੁਰੂ ਪਾਤਸ਼ਾਹ ਜੀ ਨੇ ਮਨੁੱਖਤਾ ਨੂੰ ਸਟਰੋਂਗ ਬਣਨ ਦੇ ਲਈ, ਕੰਪਲੀਟ ਕਰਨ ਦੇ ਲਈ ਸਾਧ ਸੰਗਤ ਜੀ ਉਦਾਸੀਆਂ ਕੀਤੀਆਂ। ਰੈਲੇਵੈਂਸ ਉਹਦੀ ਕੀ ਆ? ਤੇ ਗੁਰੂ ਨੇ ਸਾਨੂੰ ਬੋਲੀ ਦਿੱਤੀ, ਗੁਰੂ ਨੇ ਸਾਨੂੰ ਪਹਿਰਾਵਾ ਦਿੱਤਾ, ਗੁਰੂ ਨੇ ਸਾਨੂੰ ਖਾਣ ਪੀਣ ਲਈ ਪਦਾਰਥ ਦਿੱਤੇ ਆ। ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਕਹਿੰਦੇ ਖਾ ਤੂੰ ਉਸ ਤਰ੍ਹਾਂ ਦਾ ਜੋ ਤੇਰਾ ਮਨ ਆਖਦਾ, ਫਿਟ ਅਵੇਆ ਜੀਵਿਆ ਜਿਤ ਖਾਏ ਵਧਾਇਆ ਪੇਟ। ਇਹ ਮਨੁੱਖ ਦੇ ਮਾਈਂਡ ਦੇ ਉੱਤੇ ਸਾਰੀਆਂ ਸਾਧ ਸੰਗਤ ਚੀਜ਼ਾਂ ਨੇ। ਜਦੋਂ ਅਸੀਂ ਉਹਦੀ ਰੈਲੇਵੈਂਸ ਸਮਝਦੇ ਹਾਂ, ਬੋਲੀ ਦਿੱਤੀ, ਬੋਲੀ ਸਾਨੂੰ ਪਿਆਰ ਦੀ ਬੋਲੀ ਦਿੱਤੀ, ਮਿੱਠੀ ਬੋਲੀ ਦਿੱਤੀ, ਗੰਢ। ਗੁਰੂ ਪਾਤਸ਼ਾਹ ਜੀ ਕਹਿੰਦੇ ਤੇਰੇ ਅੰਦਰ ਏਦਾਂ ਦੀ ਬੋਲੀ ਹੋਣੀ ਚਾਹੀਦੀ ਆ ਵੀ ਲੋਕੀ ਤੇਰੇ ਕੋਲ ਬੈਠਣ, ਤੇਰੇ ਨਾਲ ਗੱਲ ਕਰਨ। ਇਸ ਤਰ੍ਹਾਂ ਦੀ ਬੋਲੀ ਨਹੀਂ ਦਿੱਤੀ ਕਿ ਅਸੀਂ ਬੋਲੀ ਬੋਲੀਏ ਤੇ ਲੋਕੀ ਸਾਨੂੰ ਦੇਖ ਕੇ ਆਪਣਾ ਰਸਤਾ ਚੇਂਜ ਕਰ ਲੈਣ। ਬਾਣੀ ਦਾ ਉਪਦੇਸ਼ ਭਾਈ ਮਰਦਾਨਾ ਜੀ ਨੂੰ ਦਿੰਦੇ ਸੀ ਸਾਧ ਸੰਗਤ ਜੀ, ਤੇ ਸੰਗਤ ਉਹਨਾਂ ਦੇ ਪਾਸ ਆਪਣੇ ਆਪ ਆ ਜਾਂਦੀ ਸੀ। ਇਹ ਆ ਰੈਲੇਵੈਂਸ। ਅਸੀਂ ਵੀ ਗੁਰੂ ਪਾਤਸ਼ਾਹ ਜੀ ਦੇ ਪਾਸੋਂ ਸਿੱਖਣਾ ਆ। ਜੇਕਰ ਸਾਧ ਸੰਗਤ ਜੀ ਅਸੀਂ ਹੋਰ ਬਰੀਕੀ ਦੇ ਨਾਲ ਅਸੀਂ ਦੇਖਦੇ ਹਾਂ ਤਾਂ ਰੱਬ ਦੀ ਪ੍ਰਾਪਤੀ ਦੇ ਲਈ ਜਿਹੜਾ ਆ ਗੁਰੂ ਨੇ ਸਾਨੂੰ ਸੁਚੇਤ ਕਰਤਾ ਕਿ ਮਨੁੱਖ ਤੈਨੂੰ ਪਰਿਵਾਰ ਛੱਡਣ ਦੀ ਲੋੜ ਨਹੀਂ, ਤੈਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ, ਤੂੰ ਆਪਣੇ ਆਪ ਨੂੰ ਸਵਾਰ, ਤੈਨੂੰ ਮੈਂ ਮਿਲ ਲਵਾਂਗਾ। ਆਪ ਸਵਾਰੇ ਮੈਂ ਮਿਲਾਂ, ਤੂੰ ਆਪਣੇ ਆਪ ਨੂੰ ਇੰਪਰੂਵ ਕਰ। ਇਹ ਆ ਸਾਧ ਸੰਗਤ ਜੀ ਰੈਲੇਵੈਂਸ। ਗੁਰਬਾਣੀ ਨੂੰ ਅਸੀਂ ਇੰਪਲੀਮੈਂਟ ਕਰੀਏ ਆਪਣੀ ਲਾਈਫ ਦੇ ਵਿੱਚ। ਫਿਰ ਸਾਧ ਸੰਗਤ ਜੀ ਦੂਜੀ ਗੱਲ, ਜ਼ਿੰਦਗੀ ਦੇ ਵਿੱਚ ਇਮਾਨਦਾਰੀ ਲੈ ਕੇ ਆਈਏ ਤੇ ਸਾਧ ਸੰਗਤ ਜੀ ਪਰਾਇਆ ਹੱਕ ਨਾ ਕਹੀਏ। ਇਹ ਵੀ ਅੱਜ ਦੀ ਰੈਲੇਵੈਂਸ ਹੈ ਗੁਰਬਾਣੀ ਦੀ। ਹੱਕ ਪਰਾਇਆ ਨਾਨਕਾ, ਅਸੀਂ ਪਰਾਇਆ ਹੱਕ ਨਹੀਂ ਖਾਣਾ। ਸਾਧ ਸੰਗਤ ਜੀ ਲਾਸਟ ਜਿਹੜਾ ਇੰਪੋਰਟੈਂਟ ਸਾਡੇ ਕੋਲੇ ਸਾਧ ਸੰਗਤ ਜੀ ਗੁਰੂ ਜੀ ਨੇ ਜਿਹੜਾ ਸਾਨੂੰ ਰੈਲੇਵੈਂਸ ਦਿੱਤਾ ਆ, ਉਹ ਸਾਧ ਸੰਗਤ ਜੀ ਸਾਡੇ ਕਰਮ ਨੇ, ਗੁੱਡ ਡੀਡਸ ਨੇ। ਸਾਡੇ ਜਿੱਦਾਂ ਦਾ ਅਸੀਂ ਕਰਮ ਕਰਦੇ ਆ ਸਾਨੂੰ ਉਸੇ ਤਰ੍ਹਾਂ ਦਾ ਸਾਧ ਸੰਗਤ ਜੀ ਫਲ ਮਿਲਦਾ ਆ। ਜਿਸ ਤਰ੍ਹਾਂ ਦਾ ਅਸੀਂ ਕਰਮ ਕਰਦੇ ਆ, ਕਰਮ ਦੇ ਕਰਕੇ ਹੀ ਜਿੱਦਾਂ ਅਸੀਂ ਇਨਸਾਨ ਤੋਂ ਦੂਰ ਹੋ ਜਾਂਦੇ ਆ ਤੇ ਰੱਬ ਦੇ ਨਾਲੋਂ ਵੀ ਸਾਡਾ ਰਿਸ਼ਤਾ ਦੂਰੀ ਦਾ ਬਣ ਜਾਂਦਾ ਕਰਮਾਂ ਕਰਕੇ। ਗੁਰੂ ਪਾਤਸ਼ਾਹ ਜੇਹਾ ਬੀਜਿਆ ਸੋ ਲੂਣੇ, ਕਰਮਾ ਸੰਧੜਾ ਖੇਤ। ਜਿੱਦਾਂ ਦਾ ਸਾਧ ਸੰਗਤ ਜੀ ਅਸੀਂ ਬੀਜਦੇ ਆ ਉਦਾਂ ਦਾ ਹੀ ਅਸੀਂ ਵੱਢਦੇ ਆ। ਸਾਧ ਸੰਗਤ ਜੀ ਇਹ ਰੈਲੇਵੈਂਸ ਹੈ ਸਾਡੇ ਲਾਈਫ ਦੀ। ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਇਹਨਾਂ ਸਿਧਾਂਤਾਂ ਨੂੰ, ਜਿਹੜੇ ਸਾਡੇ 3 ਪਿਲਰਸ ਨੇ, ਸਾਡੇ ਨਾਮ ਜਪਣਾ, ਕਿਰਤ ਕਰਨੀ ਤੇ ਵੰਡ ਛਕਣਾ, ਉਸ ਨੂੰ ਸਮਝਾਂਗੇ। ਤੇ ਜਦੋਂ ਅਸੀਂ ਸਮਝਾਂਗੇ ਸਾਡੇ ਗੁੱਡ ਡੀਡਸ ਜਿਹੜੇ ਆ ਉਹ ਸਾਡੇ ਨਾਲ ਹੋਣਗੇ ਤਾਂ ਰੱਬ ਦੀ ਪ੍ਰਾਪਤੀ ਹੋਵੇਗੀ। ਆਪਣੇ ਆਪ ਨੂੰ ਅਸੀਂ ਸਵਾਰ ਲਵਾਂਗੇ ਤੇ ਰੱਬ ਸਾਨੂੰ ਮਿਲ ਜਾਵੇਗਾ। ਸਾਧ ਸੰਗਤ ਜੀ ਉਹ ਦਿਨ ਦੂਰ ਨਹੀਂ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਵਿਕਾਸ ਦੇ ਨਾਲ ਨਾਲ ਜਿਹੜਾ ਉਹ ਵਿਕਾਸ ਹੋਵੇਗਾ। ਥੈਂਕ ਯੂ ਸੋ ਮਚ ਸਾਧ ਸੰਗਤ ਜੀ। ਮੇਰੇ ਸਮੇਂ ਦੀ ਸਮਾਪਤੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਡਾਕਟਰ ਜਸਵਿੰਦਰ ਸਿੰਘ ਜੀ। ਆਪਨੇ ਬਹੁਤ ਹੀ ਸੰਖੇਪ ਤੇ ਸੋਹਣੇ ਸ਼ਬਦਾਂ ਦੇ ਵਿੱਚ ਗੁਰਬਾਣੀ ਦੀ ਸਾਰਥਕਤਾ ਕਿਸੇ ਇੱਕ ਯੁੱਗ, ਕਿਸੇ ਇੱਕ ਸਮੇਂ ਵਿੱਚ ਨਹੀਂ, ਇਹ ਗੁਰੂ ਪਾਤਸ਼ਾਹ ਦਾ ਆਦ ਸੱਚ ਜੁਗਾਦ ਸੱਚ ਦਾ ਸੰਦੇਸ਼ ਹੈ ਜੀ। ਤੇ ਗੁਰੂ ਪਾਤਸ਼ਾਹ ਗੁਰਬਾਣੀ ਦੇ ਵਿੱਚ ਤਾਕੀਦ ਵੀ ਕਰਦੇ ਨੇ, ਗੁਰਸੇਵਾ ਜੁਗ ਚਾਰੇ ਹੋਈ ਜੀ। ਬਿਯੋਂਡ ਟਾਈਮ ਤੇ ਬਿਯੋਂਡ ਜਿਹੜੀ ਆ ਸਪੇਸ ਆ ਉਸ ਤੋਂ ਸਾਰੀ ਗੁਰੂ ਪਾਤਸ਼ਾਹ ਦੀ ਗੱਲ ਹੈ। ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਵੀ ਮਨੁੱਖ ਦੁਖੀ ਸੀ, ਹਜ਼ਾਰਾਂ ਸਾਲ ਪਹਿਲਾਂ ਵੀ ਮਨੁੱਖ ਦੇ ਅੰਦਰ ਆਪਣੇ ਆਪ ਨੂੰ ਜਿਹੜੀ ਖੋਜਣ ਦੀ ਚਾਹ ਸੀ, ਅੱਜ ਵੀ ਹੈ। ਅੱਜ ਵੀ ਮਨੁੱਖ ਦੁਖੀ ਆ ਤੇ ਉਹਦੇ ਦੁੱਖ ਦਾ ਜਿਹੜਾ ਕਾਰਨ ਆ ਉਹ ਹੀ ਆ ਕਿ ਆਪਣੇ ਮੂਲ ਨਾਲੋਂ ਟੁੱਟ ਰਿਹਾ ਇਨਸਾਨ। ਤੋ ਜਿਹੜੇ ਅੱਜ ਸਾਡੇ ਕੋਲ ਪ੍ਰਸ਼ਨ ਆਏ ਨੇ ਸਾਧ ਸੰਗਤ ਜੀ, ਉਸ ਦੇ ਵਿੱਚ ਜਿਹੜੀਆਂ ਅੱਜ ਸਿੱਖਾਂ ਨੂੰ ਥੋੜੀਆਂ ਸਮੱਸਿਆਵਾਂ ਦਰਪੇਸ਼ ਆ ਰਹੀਆਂ ਨੇ, ਚੈਲੰਜ ਬਿਫੋਰ ਦਾ ਕਮਿਊਨਿਟੀ, ਤੇ ਕੁਝ ਕਿ ਅੱਜ ਦੇ ਸਿੱਖਾਂ ਦੇ ਮਨ ਦੇ ਵਿੱਚ ਸਿੱਖੀ ਨੂੰ ਲੈ ਕੇ, ਸਿੱਖੀ ਫਾਰਮ ਨੂੰ ਲੈ ਕੇ ਕੀ ਕੁਝ ਚੱਲ ਰਿਹਾ ਤੇ ਫਿਊਚਰ ਸਿੱਖੀ ਦਾ ਕਿਸ ਤਰ੍ਹਾਂ ਅਸੀਂ ਹੋਰ ਬ੍ਰਾਈਟ ਕਰਨਾ ਆ। ਉਸ ਦੇ ਲਈ ਸਾਡੇ ਕੋਲ 4 ਸਾਡੇ ਪੈਨਲਿਸਟ, ਗਿਆਨੀ ਗੁਰਦੀਪ ਸਿੰਘ ਜੀ ਗਨੀਵ, ਗਿਆਨੀ ਕੁਲਦੀਪ ਸਿੰਘ ਜੀ ਵੇਰਕਾ, ਗਿਆਨੀ ਸਤਨਾਮ ਸਿੰਘ ਜੀ ਯੂਸ਼ਨ, ਗਿਆਨੀ ਸਰਬਜੀਤ ਸਿੰਘ ਜੀ
ਇਹ ਸਾਰੇ ਜੁੜੇ ਨੇ। ਹੁਣ ਵਾਰੀ-ਵਾਰੀ ਅਸੀਂ ਇਹਨਾਂ ਕੋਲ ਇਹਨਾਂ ਦੇ ਵਿਚਾਰ ਜਿਹੜੇ ਹੈਗੇ ਨੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਉਹ ਸਰਵਣ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਪਹਿਲਾ ਪ੍ਰਸ਼ਨ ਹੈਗਾ ਗਿਆਨੀ ਗੁਰਦੀਪ ਸਿੰਘ ਜੀ ਦੇ ਲਈ, ਕਿ ਅੱਜ ਦੇ ਯੁੱਗ ਵਿੱਚ ਸਿੱਖੀ ਨੂੰ ਚੰਗੇ ਢੰਗ ਨਾਲ ਕਿਵੇਂ ਪ੍ਰਚਾਰਿਆ ਜਾ ਸਕਦਾ ਆ, ਕਿ ਹੋਰ ਅਸੀਂ ਇਸ ਨੂੰ ਸਿੱਖੀ ਨੂੰ ਅੱਜ ਦੀ ਜੋ ਚੱਲ ਰਹੀ ਸਾਡੀ ਟਾਈਮ, ਇਸ ਦੇ ਵਿੱਚ ਸਿੱਖੀ ਨੂੰ ਅਸੀਂ ਹਾਊ ਕੈਨ ਵੀ ਪ੍ਰਮੋਟ ਸਿੱਖੀ ਇਨ ਏ ਗੁੱਡ ਵੇ ਇਨ ਮਾਡਰਨ ਟਾਈਮ। ਗਿਆਨੀ ਗੁਰਦੀਪ ਸਿੰਘ ਜੀ। ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਸੋ ਜਿਹੜਾ ਸਵਾਲ ਕੀਤਾ ਗਿਆ ਹੈ ਵੀ ਸਿੱਖੀ ਦਾ ਪ੍ਰਚਾਰ ਕਿਵੇਂ ਹੋਏ, ਸੋ ਬਜ਼ੁਰਗਾਂ ਦਾ ਇੱਕ ਕਥਨ ਹੈ ਵੀ ਸਮੇਂ ਦੇ ਹਾਣੀ ਬਣੋ। ਸਮੇਂ ਦੇ ਹਾਣੀ ਬਣਨ ਤੋਂ ਭਾਵ ਹੈ ਵੀ ਜਿਸ ਤਰ੍ਹਾਂ ਦਾ ਸਮਾਂ ਹੈ ਸਮੇਂ ਨਾਲ ਅਪਡੇਟ ਹੋ ਜਾਓ। ਜਦੋਂ ਅਸੀਂ ਸਮੇਂ ਨਾਲ ਅਪਡੇਟ ਹੋ ਜਾਂਦੇ ਹਾਂ ਤੇ ਅਸੀਂ ਸਮੇਂ ਦੇ ਵਿੱਚ ਪਛੜਦੇ ਨਹੀਂ, ਤੇ ਅਸੀਂ ਕੀ ਕਰਨੇ ਆ ਵੀ ਅਪ ਟੂ ਡੇਟ ਹੋ ਜਾਂਦੇ ਆ। ਸੋ ਸਾਨੂੰ ਸਮੇਂ ਦੇ ਹਾਣੀ ਬਣਨ ਦੀ ਲੋੜ ਹੈ। ਜਿਸ ਤਰ੍ਹਾਂ ਜਿਹੜੇ ਪ੍ਰਚਾਰ ਦੇ ਸਾਧਨ ਅੱਜ ਵਰਤੇ ਜਾਂਦੇ ਨੇ ਉਹ ਸਾਨੂੰ ਵਰਤਣੇ ਪੈਣਗੇ। ਪਹਿਲਾਂ ਪ੍ਰਚਾਰ ਦਾ ਸਾਧਨ ਕੁਝ ਹੋਰ ਸੀ। ਉਦਾਹਰਨ ਦੇ ਤੌਰ ਤੇ ਈਸਾਈ ਮਿਸ਼ਨਰੀਆਂ ਨੇ ਪ੍ਰਚਾਰ ਕੀਤਾ ਡੋਰ ਟੂ ਡੋਰ ਜਾ ਕਰਕੇ। ਉਹ ਅੱਜ ਤੋਂ 100 ਸਾਲ ਪਿੱਛੇ ਦਾ ਆਪਾਂ ਸਾਧਨ ਕਹਿ ਸਕਦੇ ਹਾਂ। ਅੱਜ ਦਾ ਜਿਹੜਾ ਪ੍ਰਮੁੱਖ ਜਿਹੜਾ ਪ੍ਰਚਾਰ ਕਰਨ ਦਾ ਤਰੀਕਾ ਦੇਖਣ ਦੇ ਵਿੱਚ ਆ ਰਿਹਾ ਉਹ ਹੈ ਮੀਡੀਆ, ਇੰਟਰਨੈਟ। ਸੋ ਐਸ ਪਰ ਮਾਈ ਪਰਸੈਪਸ਼ਨ ਆਪਾਂ ਕਹਿ ਸਕਦੇ ਹਾਂ ਵੀ ਸਿੱਖੀ ਦਾ ਪ੍ਰਚਾਰ ਗੁਰਦੁਆਰਿਆਂ ਦੇ ਵਿੱਚ ਹੋ ਰਿਹਾ, ਕਲਾਸਾਂ ਦੇ ਰੂਪ ਦੇ ਵਿੱਚ ਹੋ ਰਿਹਾ ਹੈ। ਸੋ ਸੋਸ਼ਲ ਮੀਡੀਆ ਨੂੰ ਆਪਾਂ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ। ਜਿਸ ਤਰ੍ਹਾਂ ਇਹ ਜ਼ੂਮ ਜੋ ਸੈਸ਼ਨ ਆਪਾਂ ਲਾ ਰਹੇ ਹਾਂ ਸਾਰੇ ਜਣੇ, ਜਿਹਦੇ ਵਿੱਚ ਕਾਫੀ ਸੰਗਤ ਹੈ, ਇਹ ਵੀ ਕਹਿ ਸਕਦੇ ਆਪਾਂ ਇੰਟਰਨੈਟ ਨੂੰ ਸਹੀ ਵਰਤੋਂ ਲਈ ਵਰਤਦੇ ਪਏ ਹਾਂ। ਸੋ ਪਹਿਲਾ ਜਿਹੜਾ ਪੁਆਇੰਟ ਹੈ ਵੀ ਆਪਾਂ ਸੋਸ਼ਲ ਮੀਡੀਆ ਦੇ ਉੱਤੇ, ਭਾਵੇਂ ਉਹ YouTube, ਭਾਵੇਂ ਫੇਸਬੁੱਕ ਹੈ, ਭਾਵੇਂ ਇੰਟਰਨੈਟ ਹੈ, ਉਹਦੇ ਤੇ ਆਪਾਂ ਸਿੱਖੀ ਦਾ ਕਾਫੀ ਪ੍ਰਚਾਰ ਕਰ ਸਕਦੇ ਹਾਂ। ਦੂਸਰਾ ਵਾ, ਜਿਸ ਤਰ੍ਹਾਂ ਪਿੱਛੇ ਅੱਜ ਤੋਂ ਕੁਝ ਸਾਲ ਪਹਿਲਾਂ 4 ਸਾਹਿਬਜ਼ਾਦੇ ਫਿਲਮ ਆਈ ਸੀ, ਜਿਹੜੀ ਐਨੀਮੇਸ਼ਨ ਮੂਵੀ ਆਈ ਸੀ, ਜਿਹਨੂੰ ਪੂਰੇ ਵਰਲਡ ਦੇ ਵਿੱਚ ਵੇਖਿਆ ਗਿਆ ਸੀ, ਤੇ ਬੜੇ ਲੋਕ ਉਹ 4 ਸਾਹਿਬਜ਼ਾਦੇ ਮੂਵੀ ਦੇਖ ਕੇ ਬੜੇ ਪ੍ਰਭਾਵਿਤ ਹੋਏ ਸਨ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਸ ਮੂਵੀ ਦੀ ਪ੍ਰੇਜ਼ ਕੀਤੀ ਗਈ ਸੀ। ਤੇ ਸਾਨੂੰ ਜਿਹੜੀ ਆਪਣੀ ਹਿਸਟਰੀ ਹੈ ਉਹ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ, ਦੁਨੀਆ ਦੇ ਸਾਹਮਣੇ ਲੈ ਕੇ ਲਿਆਣੀ ਪਏਗੀ ਵੀ ਸਾਡੇ ਕੋਲ ਕਿੰਨਾ ਆਪਣਾ ਅਮੀਰ ਵਿਰਸਾ ਵਾ। ਜੇ 4 ਸਾਹਿਬਜ਼ਾਦੇ ਇੱਕ ਮੂਵੀ ਆਈ ਤੇ ਉਹਨੇ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ ਵੀ ਸਿੱਖਾਂ ਦਾ ਇਤਿਹਾਸ ਇਦਾਂ ਦਾ ਹੈ। ਜਦੋਂ ਅਸੀਂ ਆਪਣੀ ਹਿਸਟਰੀ ਨੂੰ ਐਨੀਮੇਸ਼ਨ ਮੂਵੀਜ਼ ਦੇ ਰਾਹੀਂ ਦੁਨੀਆ ਦੇ ਸਾਹਮਣੇ ਲੈ ਕੇ ਜਾਵਾਂਗੇ ਤੇ ਦੁਨੀਆ ਨੂੰ ਸਾਡੀ ਜੋ ਸਿੱਖੀ ਵੈਲਿਊਜ਼ ਦਾ ਪਤਾ ਲੱਗੇਗਾ ਵੀ ਸਿੱਖੀ ਦੇ ਮੋਰਲਸ ਕੀ ਨੇ, ਸਿੱਖੀ ਦੇ ਪ੍ਰਿੰਸੀਪਲਸ ਕੀ ਨੇ। ਦੂਸਰਾ ਜਿਹੜਾ ਪੁਆਇੰਟ ਇਹ ਆ। ਤੀਸਰਾ ਜਿਹੜਾ ਮੇਰਾ ਇੱਥੇ ਪੁਆਇੰਟ ਹੈ ਵੀ ਸਾਨੂੰ ਹਰੇਕ ਨੂੰ ਪ੍ਰਚਾਰਕ ਬਣਨਾ ਪਏਗਾ। ਹੁਣ ਜਿਸ ਤਰ੍ਹਾਂ ਅਸੀਂ ਪ੍ਰਚਾਰਕ ਆ ਤੇ ਕਈ ਦਫਾ ਇਹ ਹੁੰਦਾ ਵੀ ਸੰਗਤ ਕਹਿ ਦਿੰਦੀ ਵੀ ਪ੍ਰਚਾਰਕ ਦਾ ਕੰਮ ਹੈ ਪ੍ਰਚਾਰ ਕਰਨਾ, ਜਦ ਕਿ ਅਸੀਂ ਸਾਰੇ ਇੱਕ ਪੰਥ ਦਾ ਹਿੱਸਾ ਹਾਂ। ਭਾਵੇਂ ਮੈਂ ਔਰਤ ਆ ਤੇ ਭਾਵੇਂ ਮੈਂ ਮਰਦ ਆ, ਜਦੋਂ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਾਂਗੇ ਵੀ ਮੈਂ ਵੀ ਬਾਬੇ ਨਾਨਕ ਦਾ ਜਿਹੜਾ ਮਿਸ਼ਨ ਹੈ, ਜਿਹੜਾ ਮੈਸੇਜ ਹੈ, ਉਹ ਲੋਕਾਂ ਤੱਕ ਪਹੁੰਚਾਉਣਾ ਹੈ। ਮੈਂ ਆਪਣੇ ਪਰਿਵਾਰ ਤੱਕ ਪਹੁੰਚਾਵਾਂ, ਆਪਣੇ ਪੋਤੇ ਤੱਕ, ਪੋਤੀਆਂ ਤੱਕ, ਦੋਤੇ ਦੋਤੀਆਂ ਤੱਕ, ਆਪਣੇ ਫਰੈਂਡਸ ਨੂੰ ਦੱਸਾਂ, ਆਪਣੇ ਦੋਸਤਾਂ ਨੂੰ ਦੱਸਾਂ ਵੀ ਇਹ ਬਾਬੇ ਨਾਨਕ ਦਾ ਸੁਨੇਹਾ ਹੈ। ਜਦੋਂ ਹਰੇਕ ਸਿੱਖ ਐਜ਼ ਏ ਪ੍ਰਚਾਰਕ ਆਪਣੀ ਡਿਊਟੀ ਨੂੰ ਸਮਝੇਗਾ ਤੇ ਇਸ ਤਰੀਕੇ ਨਾਲ ਸਿੱਖੀ ਦੇ ਜਿਹੜੇ ਗੁਣ ਸਪਰੈਡ ਹੋਣਗੇ। ਸੋ ਇਹ 3 ਜਿਹੜੇ ਪੁਆਇੰਟ ਨੇ ਮੈਂ ਇੱਥੇ ਕਹਿਣੇ ਚਾਹਾਂਗਾ। ਸੋ ਮੇਰੇ ਵੱਲੋਂ ਇੰਨਾ ਹੀ। ਹਾਂਜੀ, ਧੰਨਵਾਦ ਗਿਆਨੀ ਜੀ ਕਿ ਅੱਜ ਦੇ ਇਸ ਯੁੱਗ ਦੇ ਵਿੱਚ ਟੈਕਨੋਲੋਜੀ ਦੀ ਹੈਲਪ ਦੇ ਰਾਹੀਂ, ਆਪਣੀ ਸ਼ਖਸੀਅਤ ਦੇ ਰਾਹੀਂ ਅਸੀਂ ਸਿੱਖੀ ਨੂੰ ਕਿਵੇਂ ਸੁਚੱਜੇ ਢੰਗ ਨਾਲ ਪ੍ਰਚਾਰ ਸਕਦੇ ਹਾਂ। ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਗਿਆਨੀ ਜੀ ਨੇ ਸਾਂਝ ਪਾਈ। ਅਗਲਾ ਪ੍ਰਸ਼ਨ ਹੈ ਜੀ ਗਿਆਨੀ ਕੁਲਦੀਪ ਸਿੰਘ ਜੀ ਦੇ ਲਈ, ਕਿ ਅੱਜ ਦੀ ਸੋਚ ਆ ਜੋ ਯੰਗਸਟਰ ਸਪੈਸ਼ਲੀ ਸੋਚਦੇ ਨੇ ਕਿ ਮੈਂ ਚੰਗੇ ਕਰਮ ਕਰਦਾ ਆ, ਕਿਸੇ ਨੂੰ ਦੁੱਖ ਨਹੀਂ ਦਿੰਦਾ, ਤੇ ਇਸ ਦੇ ਲਈ ਮੈਨੂੰ ਧਰਮ ਦੀ ਕੋਈ ਲੋੜ ਨਹੀਂ, ਗੁਰਬਾਣੀ ਦੀ ਕੋਈ ਲੋੜ ਨਹੀਂ, ਕਿ ਜਿਹੜੀ ਮੇਰੀ ਮੋਰੈਲਿਟੀ ਆ, ਐਥਿਕਸ ਆ, ਉਹ ਆਲਰੇਡੀ ਮੇਰੀ ਜ਼ਿੰਦਗੀ ਦੇ ਵਿੱਚ ਮੇਰੇ ਕੰਡਕਟ ਦੇ ਵਿੱਚੋਂ ਰਿਫਲੈਕਟ ਹੋ ਰਹੇ ਨੇ। ਸੋ ਇਸ ਦੇ ਬਾਰੇ ਗੁਰਬਾਣੀ ਦਾ ਕੀ ਵਿਚਾਰ ਆ ਗਿਆਨੀ ਕੁਲਦੀਪ ਸਿੰਘ ਜੀ? ਸਭ ਤੋਂ ਪਹਿਲਾਂ ਜ਼ੂਮ ਰਾਹੀਂ ਜੁੜੀ ਹੋਈ ਸਾਧ ਸੰਗਤ ਸਤਿਗੁਰਾਂ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਜਦੋਂ ਆਪਾਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹੀਏ ਤੇ ਹਿਸਟਰੀ ਨੂੰ ਆਪਾਂ ਵਿਚਾਰੀਏ ਤੇ ਇੱਕ ਗੱਲ ਸਾਹਮਣੇ ਨਜ਼ਰ ਆਏਗੀ ਨਿਕਲ ਕੇ ਕਿ ਸਤਿਗੁਰਾਂ ਨੇ ਗੁਰੂ ਦੀ ਲੋੜ ਦੇ ਉੱਤੇ ਬਹੁਤ ਜ਼ੋਰ ਦਿੱਤਾ ਹੈ। ਚਾਹੇ ਕਿ ਇਨਸਾਨ
ਆਪਣੇ ਜੀਵਨ ਦੇ ਵਿੱਚ ਬੜੇ ਚੰਗੇ ਕਰਮ ਕਰਦਾ ਪਿਆ, ਕਦੇ ਕਿਸੇ ਦਾ ਦਿਲ ਨਹੀਂ ਦੁਖਾਇਆ, ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਪਰ ਸਤਿਗੁਰੂ ਜੀ ਕਹਿੰਦੇ ਇਹਦੇ ਨਾਲ ਨਾਲ ਇਨਸਾਨ ਨੂੰ ਗੁਰੂ ਦੀ ਸ਼ਰਨ ਦੇ ਵਿੱਚ ਆਉਣ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਗੁਰੂ ਤੋਂ ਬਿਨਾਂ ਅਧਿਆਤਮਿਕ ਜੀਵਨ ਜਿਹੜਾ ਹੈ ਉਹ ਪੂਰਨ ਤੌਰ ਤੇ ਸਫਲ ਨਹੀਂ ਹੋ ਸਕਦਾ। ਸੰਸਾਰਿਕ ਤੌਰ ਤੇ ਤੁਹਾਡਾ ਇੱਕ ਸਟੇਟਸ ਐਜ਼ ਏ ਗੁੱਡ ਮੈਨ ਹੋ ਸਕਦਾ ਹੈ, ਦੁਨੀਆ ਦੀ ਨਜ਼ਰ ਦੇ ਵਿੱਚ ਤੁਸੀਂ ਚੰਗੇ ਇਨਸਾਨ ਇਸ ਤਰ੍ਹਾਂ ਬਣ ਸਕਦੇ ਹੋ, ਪਰ ਜੇਕਰ ਸਪਿਰਿਚੁਅਲ ਤੌਰ ਤੇ ਤੁਸੀਂ ਆਪਣੀ ਜਰਨੀ ਨੂੰ ਸਫਲ ਕਰਨਾ ਤਾਂ ਉਹਦੇ ਵਾਸਤੇ ਗੁਰੂ ਦੀ ਬਹੁਤ ਜ਼ਿਆਦਾ ਲੋੜ ਹੈ। ਗੁਰੂ ਤੋਂ ਬਿਨਾਂ ਉੱਥੋਂ ਤੱਕ ਪਹੁੰਚਿਆ ਨਹੀਂ ਜਾ ਸਕਦਾ। ਪਹਿਲੀ ਗੱਲ ਤਾਂ ਇਹ ਹੈ। ਤੇ ਜਦੋਂ ਆਪਾਂ ਹਿਸਟਰੀ ਨੂੰ ਪੜ੍ਹੀਏ ਤੇ ਹਿਸਟਰੀ ਦੇ ਵਿੱਚੋਂ ਵੀ ਸਾਨੂੰ ਕੁਝ ਐਗਜ਼ਾਮਪਲਸ ਐਸੀਆਂ ਮਿਲਦੀਆਂ ਨੇ ਜਿਨ੍ਹਾਂ ਦੇ ਥਰੂ ਪਤਾ ਲੱਗਦਾ ਹੈ ਕਿ ਜਿਹੜੇ ਸਾਡੇ ਚਾਹੇ ਗੁਰੂ ਸਾਹਿਬਾਨ, ਗੁਰੂ ਅੰਗਦ ਸਾਹਿਬ ਦਾ ਜ਼ਿਕਰ ਕਰ ਲਈਏ, ਗੁਰੂ ਅਮਰਦਾਸ ਮਹਾਰਾਜ ਜੀ ਦਾ ਜ਼ਿਕਰ ਕਰ ਲਈਏ, ਭਾਈ ਲਹਿਣਾ ਜੀ ਨੇ ਵੀ ਆਪਣੇ ਜੀਵਨ ਦੇ ਵਿੱਚ ਜਿਹੜੀ ਉਹਨਾਂ ਦੀ ਪਹਿਲੀ ਜ਼ਿੰਦਗੀ ਹੈ, ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਣ ਤੋਂ ਪਹਿਲਾਂ ਵਾਲਾ ਜਿਹੜਾ ਜੀਵਨ ਹੈ ਉਹਨਾਂ ਦਾ, ਉਸ ਜੀਵਨ ਦੇ ਵਿੱਚ ਵੀ ਉਹਨਾਂ ਨੇ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ। ਹਾਲਾਂਕਿ ਉਹ ਤਾਂ ਧਾਰਮਿਕ ਬਿਰਤੀ ਦੇ ਇਨਸਾਨ ਨੇ। ਬਾਬਾ ਅਮਰਦਾਸ ਜੀ ਵੀ ਸੇਮ ਨੇ, ਉਹ ਵੀ ਤੀਰਥ ਯਾਤਰਾ ਵਾਸਤੇ ਜਾਂਦੇ ਨੇ, ਗੰਗਾ ਇਸ਼ਨਾਨ ਵਾਸਤੇ ਜਾਂਦੇ ਪਏ ਨੇ। ਭਾਈ ਲਹਿਣਾ ਜੀ ਵੀ ਤੇ ਬਾਬਾ ਅਮਰਦਾਸ ਜੀ ਵੀ। ਬਾਬਾ ਅਮਰਦਾਸ ਜੀ ਬਾਰੇ ਤਾਂ ਇਹ ਵੀ ਮਿਲਦਾ ਹੈ, ਕਹਿੰਦੇ ਕਿ ਉਹ ਬਚਪਨ ਤੋਂ ਹੀ ਜਿਹੜੇ ਸਾਧੂ ਮਹਾਤਮਾ ਹੁੰਦੇ ਸੀ ਉਹਨਾਂ ਦੇ ਨਾਲ ਬੈਠ ਕੇ ਵਿਚਾਰਾਂ ਕਰਿਆ ਕਰਦੇ ਸੀ, ਹਰ ਲੋੜਵੰਦ ਦੀ ਲੋੜ ਪੂਰੀ ਕਰਿਆ ਕਰਦੇ ਸੀ। ਪਰ ਇਹਦੇ ਬਾਵਜੂਦ ਵੀ ਉਹਨਾਂ ਦਾ ਜਿਹੜਾ ਅੰਦਰ ਦਾ ਟਿਕਾਅ ਸੀ ਉਹ ਨਹੀਂ ਸੀ ਉਹਨਾਂ ਨੂੰ ਪ੍ਰਾਪਤ ਹੋ ਰਿਹਾ। ਉਹ ਪ੍ਰਾਪਤ ਹੋਇਆ ਕਦੋਂ? ਜਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਣ ਕੇ ਜੁੜ ਜਾਂਦੇ ਨੇ ਜੀ, ਤੇ ਬਾਬਾ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਂਦੇ ਨੇ। ਇਹਦਾ ਮਤਲਬ ਇਹ ਬਣਦਾ ਹੈ ਕਿ ਚਾਹੇ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਰਮ ਕਿਉਂ ਨਹੀਂ ਕਰਦਾ ਪਿਆ, ਉਹਦੇ ਨਾਲ ਨਾਲ ਉਹਦੀ ਲਾਈਫ ਕੰਪਲੀਟ ਤਾਂ ਹੋ ਸਕਦੀ ਹੈ ਜੇਕਰ ਉਹ ਗੁਰੂ ਦੀ ਸ਼ਰਨ ਦੇ ਵਿੱਚ ਆ ਜਾਏ, ਗੁਰੂ ਨੂੰ ਧਾਰਨ ਕਰ ਲਵੇ। ਬਾਬਾ ਅਮਰਦਾਸ ਜੀ ਨੂੰ ਦੋ ਹੀ ਲਫ਼ਜ਼ ਕਹੇ ਸੀ ਉਸ ਸਾਧੂ ਨੇ ਕਿ ਨਿਗੁਰੇ ਕਾ ਸੰਗ ਕੀਆ ਜਨਮ ਗਿਆ। ਇਹਨਾਂ ਲਫ਼ਜ਼ਾਂ ਨੇ ਬਾਬਾ ਅਮਰਦਾਸ ਜੀ ਦੀ ਰਾਤ ਦੀ ਨੀਂਦ ਤੇ ਦਿਨ ਦਾ ਚੈਨ ਜਿਹੜਾ ਨਾ ਜੀ ਉਹ ਉਡਾ ਦਿੱਤਾ ਸੀ। ਉਦੋਂ ਤੱਕ ਚੈਨ ਨਹੀਂ ਆਇਆ ਜਦੋਂ ਤੱਕ ਗੁਰੂ ਦੀ ਸ਼ਰਨ ਵਿੱਚ ਆਣ ਕੇ ਗੁਰੂ ਧਾਰਨ ਨਹੀਂ ਕਰ ਲਿਆ। ਇਹਦਾ ਮਤਲਬ ਸਿੱਧਾ ਜਿਹਾ ਬਾਈ ਹਿਸਟਰੀ ਤੇ ਗੁਰਬਾਣੀ ਦੇ ਥਰੂ ਇਹੀ ਨਿਕਲਦਾ ਹੈ ਕਿ ਸਤਿਗੁਰਾਂ ਨੇ ਗੁਰੂ ਦੀ ਲੋੜ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਹੈ। ਗੁਰੂ ਤੋਂ ਬਿਨਾਂ ਸਾਡਾ ਜੀਵਨ ਜਿਹੜਾ ਉਹ ਕੰਪਲੀਟ ਨਹੀਂ ਹੋ ਸਕਦਾ। ਚੰਗੇ ਕਰਮ ਕਰਨੇ ਹਰ ਇੱਕ ਇਨਸਾਨ ਵਾਸਤੇ ਜ਼ਰੂਰੀ ਨੇ। ਇਸੇ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਵੀ ਬਾਣੀ 'ਚ ਕਹਿੰਦੇ ਨੇ ਨਾ ਕਿ ਦੋ ਕਰਮ ਇਨਸਾਨ ਜ਼ਿੰਦਗੀ ਦੇ ਵਿੱਚ ਜ਼ਰੂਰ ਕਰੇ ਜੇਕਰ ਲਾਈਫ ਨੂੰ ਕੰਪਲੀਟ ਕਰਨਾ। ਉਹ ਕੀ ਹੈ? ਕਹਿੰਦੇ ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਦਾ ਸੰਬੰਧ ਜਿਹੜਾ ਹੈ, ਨਿਰਮਲ ਦਾ ਮਤਲਬ ਹੈ ਜੀ ਪਵਿੱਤਰ, ਚੰਗੇ। ਨਿਰਮਲ ਕਰਮ ਦਾ ਸੰਬੰਧ ਸਾਡਾ ਬਾਹਰੀ ਜ਼ਿੰਦਗੀ ਦੇ ਨਾਲ ਹੈ, ਤੇ ਜਿਹੜਾ ਹਰ ਕੋ ਨਾਮ ਜਪ ਹੈ ਉਹਦਾ ਸੰਬੰਧ ਸਾਡਾ ਸਪਿਰਿਚੁਅਲ ਲਾਈਫ ਦੇ ਨਾਲ ਹੈ। ਇਹਨਾਂ ਦੋਨਾਂ ਦਾ ਕੰਬੀਨੇਸ਼ਨ ਹੋਏਗਾ ਤਾਂ ਹੀ ਇੱਕ ਕੰਪਲੀਟ ਜ਼ਿੰਦਗੀ ਜਿਹੜੀ ਹੈ ਉਹ ਬਣਦੀ ਹੈ, ਤਾਂ ਹੀ ਇਨਸਾਨ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਸੋ ਸਤਿਗੁਰਾਂ ਦੀ ਗੁਰਬਾਣੀ ਦੇ ਅਨੁਸਾਰ ਤੇ ਹਿਸਟਰੀ ਦੇ ਅਨੁਸਾਰ ਚਾਹੇ ਇਨਸਾਨ ਜਿੰਨੇ ਵੀ ਚੰਗੇ ਕੰਮ ਕਿਉਂ ਨਾ ਕਰਦਾ ਹੋਵੇ, ਉਹਨੂੰ ਗੁਰੂ ਧਾਰਨ ਜ਼ਰੂਰ ਕਰਨਾ ਪਏਗਾ ਜੇਕਰ ਉਹ ਆਪਣੀ ਮੰਜ਼ਿਲ ਤੱਕ ਪਹੁੰਚਣਾ ਚਾਹੁੰਦਾ ਹੈ। ਭਗਤ ਕਬੀਰ ਜੀ ਦੀ ਹਿਸਟਰੀ ਨੂੰ ਪੜ੍ਹ ਕੇ ਦੇਖ ਲਈਏ। ਭਗਤ ਕਬੀਰ ਜੀ ਨੇ ਵੀ ਗੁਰੂ ਧਾਰਨ ਕਰਨ ਵਾਸਤੇ ਯਤਨ ਕੀਤਾ ਤੇ ਇਹ ਮਿਲਦਾ ਹੈ ਕਿ ਭਗਤ ਰਾਮਾਨੰਦ ਜੀ ਨੂੰ ਉਹਨਾਂ ਨੇ ਗੁਰੂ ਧਾਰਨ ਕੀਤਾ। ਸੋ ਇਹਨਾਂ ਕੁਝ ਐਗਜ਼ਾਮਪਲਸ ਤੋਂ ਤੇ ਬਾਣੀ ਤੋਂ ਸਾਨੂੰ ਇਹੀ ਸਮਝ ਪੈਂਦੀ ਹੈ ਕਿ ਚੰਗੇ ਕਰਮ ਕਰਨ ਦੇ ਨਾਲ ਨਾਲ ਸਾਨੂੰ ਗੁਰੂ ਜ਼ਰੂਰ ਧਾਰਨ ਕਰਨਾ ਪਵੇਗਾ। ਗੁਰੂ ਦੀ ਸੇਧ ਵਿੱਚ ਸਾਨੂੰ ਜ਼ਿੰਦਗੀ ਜ਼ਰੂਰ ਬਤੀਤ ਕਰਨੀ ਪਵੇਗੀ। ਹਾਂਜੀ ਜੀ, ਧੰਨਵਾਦ ਵੀਰ ਜੀ। ਕਿ ਇਨਸਾਨ ਦੀ ਜ਼ਿੰਦਗੀ ਦਾ ਮਨੋਰਥ ਸਿਰਫ ਦੂਸਰੇ ਲਈ ਜੀਣਾ ਨਹੀਂ, ਆਪਣੇ ਲਈ ਵੀ ਜੀਣਾ ਹੈਗਾ ਹੈ ਜੀ। ਆਪਣੇ ਆਪ ਨੂੰ ਵੀ ਸਵਾਰਨਾ ਆ, ਤੇ ਆਪਣੇ ਆਪ ਨੂੰ ਸਵਾਰਨ ਦੇ ਲਈ ਸਾਡੇ ਕੋਲ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੀ ਜਿਹੜੀ ਦਾਤ ਆ ਉਹ ਸਾਨੂੰ ਬਖਸ਼ੀ ਆ ਜੀ। ਉਸ ਨੂੰ ਛੱਡ ਕੇ ਜੇ ਅਸੀਂ ਕਹੀਏ ਜੀਵਨ ਜੀਣਾ, ਜੀਉ ਤੇ ਸਕਦੇ ਆ, ਪਰ ਉਹ ਜੀਵਨ ਕਿਸ ਤਰ੍ਹਾਂ ਦਾ ਹੋਏਗਾ, ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਬਹੁਤ ਸੋਹਣਾ ਇਹਦੇ ਬਾਰੇ ਐਕਸਪਲੇਨ ਕੀਤਾ ਆ। ਤੇ ਜਿਨ੍ਹਾਂ ਨੂੰ ਬਾਣੀ ਨਾਲ ਪਿਆਰ ਆ ਨਾ, ਗੁਰੂ ਪਾਤਸ਼ਾਹ ਕਹਿੰਦੇ ਉਹ ਬਾਣੀ ਤੋਂ ਬਿਨਾਂ ਰਹਿ ਨਹੀਂ ਸਕਦੇ। ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੇ ਜਿੰਦ। ਤੇ ਜਿਹਨੇ ਚੱਖ ਲਿਆ ਉਹਨੂੰ ਪਤਾ ਆ ਕਿ ਗੁਰਬਾਣੀ ਦੀ ਰੈਲੀਵੈਂਸ ਕੀ ਅੱਜ ਦੇ ਟਾਈਮ ਦੇ ਵਿੱਚ। ਧੰਨਵਾਦ ਗਿਆਨੀ ਕੁਲਦੀਪ ਸਿੰਘ ਜੀ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਇਸ ਵਿਚਾਰ ਦੀ ਸਾਂਝ ਪਾਈ। ਹੁਣ ਗਿਆਨੀ ਸਤਨਾਮ ਸਿੰਘ ਜੀ, ਤੁਹਾਡੇ ਲਈ ਜਿਹੜਾ ਪ੍ਰਸ਼ਨ ਆ ਜੀ ਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਇਸ ਪੰਕਤੀ ਅਨੁਸਾਰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਾਣੀ ਸਵੀਕਾਰਿਆ ਗਿਆ ਜਾਂ ਦੂਸਰੇ ਧਾਰਮਿਕ ਗ੍ਰੰਥਾਂ ਨੂੰ ਵੀ, ਜਿਵੇਂ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ, ਭਾਈ ਨੰਦ ਲਾਲ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਆਦਿ? ਹਾਂਜੀ, ਸਭ ਤੋਂ ਪਹਿਲਾਂ ਸਾਰੀ ਸੰਗਤ ਜੋ ਵੀ ਜੂਮ ਰਾਹੀਂ
ਉਪਰਾਲਾ ਕੀਤਾ ਗਿਆ। ਜਿੰਨੀ ਵੀ ਸੰਗਤ ਜੁੜੀ ਸਾਰਿਆਂ ਨੂੰ ਪਿਆਰ ਭਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਈ ਸਾਹਿਬ ਜੀ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਇਹ ਪੰਕਤੀ ਤੋਂ ਹੀ ਸਪਸ਼ਟ ਹੋ ਜਾਂਦਾ ਕਿ ਗੁਰੂ ਸਾਹਿਬ ਨੇ ਬਾਣੀ ਨੂੰ ਹੀ ਸਭ ਤੋਂ ਪਹਿਲਾਂ ਇਹ ਗੱਲ ਵੀ ਬਾਣੀ ਨੂੰ ਹੀ ਅਸੀਂ ਗੁਰੂ ਮੰਨਣਾ ਹੈ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਕਬੀਰਤਨ ਰਚਨਾਵਾਂ ਅਤੇ ਭਾਈ ਨੰਦ ਲਾਲ ਜੀ ਜਾਂ ਦਸਮ ਗ੍ਰੰਥ ਦੀ ਬਾਣੀ ਦੇ ਵਿੱਚੋਂ ਆਪਾਂ ਕਹਿੰਦੇ ਵੀ ਉਹ ਵੀ ਕੀਰਤਨ ਆਪਾਂ ਸਾਧ ਸੰਗਤ ਵਿੱਚ ਕਰਦੇ ਹਾਂ, ਪਰ ਗੁਰਬਾਣੀ ਨੂੰ ਹੀ ਆਪਾਂ ਗੁਰੂ ਜਿਹੜਾ ਹੈ ਉਹ ਮੰਨਣਾ ਹੈ। ਇਹ ਗੁਰਬਾਣੀ ਦਾ, ਕਿਉਂਕਿ ਆਪਣੀ ਜਿਹੜੀ ਸਭ ਤੋਂ ਪਹਿਲਾਂ ਹੈ ਰਹਿਤ ਮਰਿਆਦਾ ਦੇ ਵਿੱਚ, ਜਿਹੜੀ ਸਿੱਖ ਰਹਿਤ ਮਰਿਆਦਾ ਹੈ, ਇਹਦੇ ਵਿੱਚ ਸਪਸ਼ਟ ਤੌਰ ਤੇ ਲਿਖਿਆ ਹੈ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਹੀ ਆਧਾਰ ਬਣਾ ਕੇ ਗੁਰਬਾਣੀ ਹੀ ਨਿਰੋਲ ਉਹਦਾ ਕੀਰਤਨ ਕਰਨਾ ਹੈ। ਤੇ ਜੇ ਆਪਾਂ ਕਹਿ ਵੀ ਗੁਰਬਾਣੀ ਦਾ ਹੀ ਕੀਰਤਨ ਕਿਉਂ ਹੈ, ਕਿਉਂਕਿ ਪਾਤਸ਼ਾਹ ਕਹਿੰਦੇ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ। ਵੀ ਗੁਰਬਾਣੀ ਤੋਂ ਇਲਾਵਾ ਕੋਈ ਹੋਰ ਆਪਣੀ ਪੋਇਟਰੀ ਜਾਂ ਆਪਣੀ ਸੈਲਫ ਦੀ ਕੋਈ ਕ੍ਰੀਏਸ਼ਨ ਆ, ਉਹਦਾ ਆਪਾਂ ਸੰਗਤ ਵਿੱਚ ਜੇ ਕੋਈ ਉਚਾਰਨ ਕਰਦੇ ਆ ਤਾਂ ਪਾਤਸ਼ਾਹ ਕਹਿੰਦੇ ਉਹ ਬਾਣੀ ਕੱਚੀ ਆ। ਤੇ ਫਿਰ ਪਾਤਸ਼ਾਹ ਕਹਿੰਦੇ ਵੀ ਜਿਹੜੀ ਬਾਣੀ ਆ ਉਹ ਸਾਡੀ ਆਤਮਾ ਨੂੰ ਜਗਾਉਂਦੀ ਆ, ਪਰਮਾਤਮਾ ਦਾ ਇੱਕ ਮੈਸੇਜ ਆ। ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਉਹ ਮੈਸੇਂਜਰ ਆਫ ਗੋਡ ਨੇ, ਆਪਾਂ ਨੂੰ ਕਹਿ ਸਕਦੇ ਹਾਂ ਵੀ ਆਪਣੇ ਗੁਰੂ ਸਾਹਿਬ ਮੈਸੇਂਜਰ ਆਫ ਗੋਡ ਨੇ, ਜਿਹੜੇ ਪਰਮਾਤਮਾ ਦਾ ਮੈਸੇਜ ਲੈ ਕੇ ਇਸ ਸ੍ਰਿਸ਼ਟੀ ਦੇ ਵਿੱਚ ਆਏ। ਤੇ ਜੇ ਉਹੀ ਬੋਲ ਜਿਹੜੇ ਪਰਮਾਤਮਾ ਦੇ ਬੋਲ ਸੀਗੇ ਉਹ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਦਰਜ ਕੀਤੇ, ਤੇ ਜੇ ਅਸੀਂ ਉਸ ਨਿਰੰਕਾਰ ਨੂੰ ਮਿਲਣਾ ਹੈ ਤਾਂ ਫਿਰ ਸਾਨੂੰ ਉਹ ਪਰਮਾਤਮਾ ਦੇ ਬੋਲ ਹੀ ਗਾਉਣੇ ਪੈਣਗੇ, ਉਸ ਪਰਮਾਤਮਾ ਦੇ ਬੋਲ ਉੱਤੇ ਹੀ ਟੇਕ ਰੱਖਣੀ ਪਏਗੀ। ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਹੋਂ ਆਪੋਂ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮ ਆਓ ਜੀ। ਇਹ ਜਿਹੜੀ ਬਾਣੀ ਹੈ ਇਹ ਪਰਮਾਤਮਾ ਦੇ ਬੋਲ ਨੇ, ਤੇ ਇਹਨੂੰ ਗਾ ਕੇ ਹੀ ਸਾਡੀ ਆਤਮਾ ਜਿਹੜੀ ਉਹ ਪਰਮਾਤਮਾ ਦੇ ਵਿੱਚ ਮਿਲਾਪ ਹੋ ਸਕਦਾ ਹੈ, ਪਹਿਲੀ ਗੱਲ। ਤੇ ਜਿਹੜੀ ਗੁਰਬਾਣੀ ਦਾ ਮੀਨਿੰਗ ਵੀ ਇਹ ਆ ਵੀ ਦਾ ਵਰਡ ਆਫ ਗੁਰੂ, ਜਿਹੜੇ ਗੁਰੂ ਸਾਹਿਬ ਦੇ ਮੁਖਾਰਬਿੰਦ ਤੋਂ ਨਿਕਲੇ ਹੋਏ ਬੋਲ, ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਕੈਨ ਸੇ ਗੁਰਬਾਣੀ। ਸੋ ਜਿਹੜੀ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਪਦੇਸ਼ ਵੀ ਆਪਾਂ ਪੜ੍ਹਦੇ ਹਾਂ, ਸਾਰੀ ਸਿੱਖ ਸੰਗਤ ਸਾਰੀ ਜਾਣਦੇ ਨੇ, ਆਪਾਂ ਦੋਹਰਾ ਪੜ੍ਹਦੇ ਹਾਂ, ਆਗਿਆ ਪਈ ਅਕਾਲ ਕੀ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰਬਾਣੀ ਨੂੰ ਹੀ ਗੁਰੂ ਮੰਨਣਾ ਹੈ। ਉਸ ਤੋਂ ਇਲਾਵਾ ਜੇ ਆਪਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਜਾਂ ਦਸਮ ਗ੍ਰੰਥ ਦੇ ਵਿੱਚੋਂ ਜਾਂ ਭਾਈ ਨੰਦ ਲਾਲ ਜੀ ਦੀਆਂ ਉਹਨਾਂ ਦੀ ਰਚਨਾ ਆਪਾਂ ਦਾ ਕੀਰਤਨ ਕਰਦੇ ਹਾਂ, ਇਹ ਮਰਿਆਦਾ ਦੇ ਵਿੱਚ ਲਿਖਿਆ ਆ। ਜੇ ਗੁਰਬਾਣੀ ਤੋਂ ਇਲਾਵਾ ਕੋਈ ਵੀ ਜਿਹੀ ਚੀਜ਼, ਜਿਵੇਂ ਆਪਣੇ ਗੁਰਦੁਆਰਿਆਂ ਦੇ ਵਿੱਚ ਕਵੀਸ਼ਰ ਨੇ, ਢਾਡੀ ਜਥੇ ਨੇ, ਉਹ ਵੀ ਗੁਰੂ ਘਰਾਂ ਦੇ ਵਿੱਚ ਆਪਣੀ ਓਨ ਸੈਲਫ, ਆਪਣੀ ਜਿਹੜੀ ਓਨ ਰਾਈਟਿੰਗ ਦੀ ਜਿਹੜੀ ਪੋਇਟਰੀ ਆ ਉਹਦਾ ਗਾਇਨ ਕਰਦੇ ਆ। ਤੇ ਉਹ ਜਿਹੜਾ ਹੈ ਉਹ ਪ੍ਰਮੋਟਿੰਗ ਟੂ ਗੁਰਬਾਣੀ ਹੈ, ਉਹ ਇੱਕ ਐਕਸਪਲੇਨੇਸ਼ਨ ਹੈ ਗੁਰਬਾਣੀ ਦੀ। ਸੋ ਆਪਾਂ ਇਹ ਕਹਿ ਸਕਦੇ ਹਾਂ ਗੁਰਬਾਣੀ ਨੂੰ ਗੁਰੂ ਸਵੀਕਾਰਨਾ ਹੈ। ਜੇ ਕੋਈ ਆਪਣੀ ਗੁਰੂ ਦੀ ਪ੍ਰੇਜ਼ ਵਿੱਚ, ਗੁਰੂ ਦੀ ਪ੍ਰਸ਼ੰਸਾ ਦੇ ਵਿੱਚ ਕੋਈ ਕਵਿਤਾ ਜਾਂ ਕੋਈ ਪੋਇਮ ਇਸ ਤਰ੍ਹਾਂ ਕੋਈ ਗੁਰਦੁਆਰਾ ਸਾਹਿਬ ਵਿੱਚ ਪੜ੍ਹਦਾ ਹੈ ਤਾਂ ਉਹ ਗੁਰਬਾਣੀ ਨੂੰ ਪ੍ਰਮੋਟ ਕਰਨ ਵਾਲੀ ਹੋਵੇ, ਕਿਸ ਤਰ੍ਹਾਂ ਵੀ ਗੁਰਬਾਣੀ ਦੇ ਹੀ ਸਿਧਾਂਤ ਦੀ ਵਿਆਖਿਆ ਕਰਨ ਵਾਲੀ ਹੋਵੇ ਤਾਂ ਫਿਰ ਉਹ ਓਕੇ ਹੈ। ਪਰ ਜਿਹੜੀ ਗੁਰਬਾਣੀ ਹੈ ਉਹਨੂੰ ਹੀ ਅਸੀਂ ਗੁਰੂ ਸਵੀਕਾਰਨਾ ਹੈ, ਕਿਉਂਕਿ ਗੁਰਬਾਣੀ ਤੋਂ ਬਿਨਾਂ ਸਾਡਾ ਹੋਰ ਕੋਈ ਉਧਾਰ ਨਹੀਂ ਕਰ ਸਕਦਾ, ਕਿਉਂਕਿ ਗੁਰਬਾਣੀ ਇਸ ਜੱਗ ਮੇ ਚਾਨਣ ਕਰਮ ਵਸੇ ਮਨ ਆਏ। ਹਾਂਜੀ, ਧੰਨਵਾਦ ਗਿਆਨੀ ਸਤਨਾਮ ਸਿੰਘ ਜੀ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਗੁਰਬਾਣੀ ਦੀ ਜਿਹੜੀ ਇੰਪੋਰਟੈਂਸ ਹੈਗੀ ਹੈ। ਇਸ ਦੇ ਨਾਲ ਹੀ ਸਾਧ ਸੰਗਤ ਜੀ, ਸਿੱਖ ਰਹਿਤ ਮਰਿਆਦਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਨਾ ਕਿ ਸੰਗਤ ਵਿੱਚ ਕੇਵਲ ਗੁਰਬਾਣੀ ਦਾ ਕੀਰਤਨ ਹੀ ਹੋ ਸਕਦਾ, ਤੇ ਗੁਰਬਾਣੀ ਦੇ ਅੱਗੇ ਉਹਨਾਂ ਨੇ ਡਿਫਾਈਨ ਕੀਤਾ ਕਿ ਗੁਰਬਾਣੀ ਕੀ ਆ। ਉਹਨਾਂ ਨੇ ਉੱਥੇ ਗੁਰੂ ਗ੍ਰੰਥ ਸਾਹਿਬ ਸ਼ਬਦ ਨਹੀਂ ਵਰਤਿਆ, ਗੁਰਬਾਣੀ ਸ਼ਬਦ ਵਰਤਿਆ ਉੱਥੇ। ਤੇ ਗੁਰਬਾਣੀ ਨੂੰ ਅੱਗੇ ਡਿਫਾਈਨ ਕੀਤਾ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਦਸਮ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜਿਹੜੇ ਸ਼ਬਦ ਨੇ।
ਤੇ ਦੂਸਰਾ ਭਾਈ ਗੁਰਦਾਸ ਤੇ ਭਾਈ ਨੰਦ ਲਾਲ ਨੂੰ ਇਸ ਦੀਆਂ ਵਿਆਖਿਆਤਮਕ ਰਚਨਾਵਾਂ ਜਿਹੜੀਆਂ ਐਕਸਪਲੇਨ ਕਰਦੀਆਂ ਨੇ ਬਾਣੀ ਨੂੰ, ਉਹਨਾਂ ਨੂੰ ਬਾਣੀ ਦੀ ਮਤਲਬ ਇਸ ਤਰੀਕੇ ਦੇ ਨਾਲ ਉਹਨਾਂ ਕੈਟਾਗਰਾਈਜ਼ ਕੀਤਾ ਫॉर ਬੈਟਰ ਅੰਡਰਸਟੈਂਡਿੰਗ ਦੇ ਲਈ। ਤੁਸੀਂ ਸਿੱਖ ਰਿਆਤ ਮਰਿਆਦਾ ਇੱਕ ਛੋਟਾ ਜਿਹਾ ਡਾਕੂਮੈਂਟ ਹੈ ਜੀ, ਜਿਹਦੇ ਤੋਂ ਸਾਡੇ ਬਹੁਤ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਹੋ ਸਕਦੇ ਨੇ। ਪੰਜਾਬੀ ਤੇ ਇੰਗਲਿਸ਼ ਵਰਜ਼ਨ ਦੋਨੋਂ ਅਵੇਲੇਬਲ ਨੇ ਇੰਟਰਨੈਟ ਦੇ ਉੱਤੇ। ਸੋ ਇਟਸ ਮਾਈ ਹੰਬਲ ਰਿਕੁਐਸਟ ਟੂ ਸਾਧ ਸੰਗਤ ਜੀ, ਮਸਟ ਰੀਡ ਥੀਸ ਟੂ ਡਾਕੂਮੈਂਟਸ। ਠੀਕ ਹੈ ਜੀ, ਸੇਮ ਹੈਗੇ ਆ, ਇਫ ਯੂ ਵਾਂਟ ਟੂ ਰੀਡ ਇਨ ਪੰਜਾਬੀ ਔਰ ਇੰਗਲਿਸ਼, ਬੋਥ ਆਰ ਅਵੇਲੇਬਲ ਔਨ sgpc.net। ਤੁਸੀਂ ਲੈ ਕੇ ਉੱਥੋਂ ਪੜ੍ਹ ਸਕਦੇ ਹੋ ਤੇ ਸਾਰੀ ਕਲੈਰਿਟੀ ਹੋ ਜਾਏਗੀ ਉੱਥੇ। ਧੰਨਵਾਦ ਗਿਆਨੀ ਜੀ। ਅਗਲਾ ਪ੍ਰਸ਼ਨ ਹੈਗਾ ਜੀ ਗਿਆਨੀ ਸਰਬਜੀਤ ਸਿੰਘ ਜੀ ਦੇ ਲਈ ਕਿ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਆਤਮਾ ਦੀ ਵੀ ਗੱਲ ਕਰਦੇ ਨੇ ਤੇ ਖਸਮ ਦੀ, ਪਰਮਾਤਮਾ ਦੀ ਵੀ ਗੱਲ ਕਰਦੇ ਨੇ। ਕੀ ਗੁਰਬਾਣੀ ਦੇ ਅਨੁਸਾਰ ਆਤਮਾ ਅਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਹੈ? ਹਾਂਜੀ, ਸਭ ਤੋਂ ਪਹਿਲਾਂ ਆਪ ਜੀ ਨੇ ਅਤੇ ਸਮੂਹ ਸੰਗਤ ਨੇ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਗੁਰਬਾਣੀ ਦਾ ਫਰਮਾਨ ਹੈ, ਕਹੋ ਕਬੀਰ ਇਹ ਰਾਮ ਕੀ ਅੰਸ, ਜਸ ਕਾਗਦ ਪਰ ਮਿਲੇ ਨਾ ਮਨਸ। ਭਗਤ ਕਬੀਰ ਸਾਹਿਬ ਜੀ ਦਾ ਫਰਮਾਨ ਹੈ, ਜਿਹਦੇ ਵਿੱਚ ਉਹ ਦੱਸਦੇ ਨੇ, ਕਹਿੰਦੇ ਨੇ ਜਿਵੇਂ ਕਾਗਦ ਅਤੇ ਸਿਆਹੀ ਦਾ ਸੁਮੇਲ ਹੈ। ਕਾਗਦ ਤੋਂ ਸਿਆਹੀ ਨੂੰ, ਜਿਹੜੇ ਸਿਆਹੀ ਦੇ ਅੱਖਰ ਲਿਖੇ ਹੋਏ ਨੇ ਕਾਗਦ ਤੇ, ਉਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਆਤਮਾ ਅਤੇ ਪਰਮਾਤਮਾ ਨੂੰ ਵੀ ਵੱਖ ਨਹੀਂ ਕੀਤਾ ਜਾ ਸਕਦਾ। ਭਗਤ ਰਵਿਦਾਸ ਜੀ ਵੀ ਇਸ ਪਰਥਾਏ ਲਿਖਦੇ ਨੇ, ਕਹਿੰਦੇ ਨੇ ਤੋਹੀ ਮੋਹੀ, ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਕਹਿੰਦੇ ਨੇ ਮਾਲਕ ਜੀ ਤੇਰੇ ਤੇ ਮੇਰੇ ਵਿੱਚ ਕੈਸਾ ਅੰਤਰ ਹੈ, ਨਾਲ ਉਦਾਹਰਨ ਦੇ ਦਿੱਤੀ। ਕਹਿੰਦੇ ਨੇ ਜਿਵੇਂ ਇੱਕ ਸੋਨਾ ਤੇ ਸੋਨੇ ਤੋਂ ਬਣੇ ਹੋਏ ਗਹਿਣੇ, ਸੋਨਾ ਸੋਨੇ ਤੋਂ ਬਣੇ ਹੋਏ ਗਹਿਣੇ, ਜਿਵੇਂ ਸਮੁੰਦਰ ਦਾ ਪਾਣੀ ਅਤੇ ਲਹਿਰਾਂ, ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ ਆਪਾਂ ਵੇਖ ਸਕਦੇ। ਜਿਵੇਂ ਸੋਨਾ ਹੈ ਤੇ ਸੋਨੇ ਤੋਂ ਹੀ ਗਹਿਣੇ ਬਣੇ ਹੋਏ ਨੇ, ਇੱਕ ਦੂਜੇ ਦਾ ਸੁਮੇਲ ਹੈ। ਇਸੇ ਤਰ੍ਹਾਂ ਸਮੁੰਦਰ ਦੇ ਵਿੱਚੋਂ ਜਦੋਂ ਲਹਿਰਾਂ ਉੱਠਦੀਆਂ ਨੇ ਤੇ ਉਹ ਲਹਿਰਾਂ ਫਿਰ ਵੇਖਣ ਨੂੰ ਜ਼ਰੂਰ ਅਲੱਗ ਲੱਗਦੀਆਂ ਨੇ, ਪਰ ਫਿਰ ਉਸੇ ਵਿੱਚ ਹੀ ਸਮਾ ਜਾਂਦੀਆਂ ਨੇ। ਭਾਵ ਜਿਹੜੀਆਂ ਉਹ ਲਹਿਰਾਂ ਨੇ ਉਹ ਇੱਕ ਸਮੁੰਦਰ ਦੇ ਪਾਣੀ ਦਾ ਹੀ ਰੂਪ ਹਨ। ਲਹਿਰਾਂ ਤੇ ਸਮੁੰਦਰ ਦੇ ਵਿੱਚ ਕੋਈ ਅੰਤਰ ਨਹੀਂ। ਪਰ ਜਦੋਂ ਇਹ ਅੰਤਰ ਨਜ਼ਰ ਆਉਂਦਾ ਉਦੋਂ ਕਾਰਨ ਕੀ ਬਣਦਾ? ਕਹਿੰਦੇ ਨੇ ਜਿਵੇਂ ਕੂੜ ਦੀ ਪਾਲ, ਕੂੜ ਦੀ ਪਾਲ ਕਰਕੇ, ਹਉਮੈ ਕਰਕੇ, ਵਿਕਾਰਾਂ ਦੀ ਮੈਲ ਕਰਕੇ, ਜਾਂ ਆਪਣੇ ਮੂਲ ਤੋਂ ਟੁੱਟਣ ਕਰਕੇ ਇੰਝ ਲੱਗਦਾ ਜਿਵੇਂ ਪ੍ਰਮਾਤਮਾ ਤੇ ਆਤਮਾ ਵੱਖ-ਵੱਖ ਨੇ। ਫਿਰ ਅਲੱਗ-ਅਲੱਗ ਨਜ਼ਰ ਆਉਂਦਾ। ਜਿਵੇਂ ਇੱਕ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਾਂ, ਜਿਵੇਂ ਦਰਿਆ ਦੇ ਪਾਣੀ ਦੇ ਵਿੱਚੋਂ ਲਹਿਰਾਂ ਉੱਠੀਆਂ ਤੇ ਉਹ ਕਿਸੇ ਨੀਵੇਂ ਥਾਂ ਤੇ ਚਲੀਆਂ ਜਾਂਦੀਆਂ ਨੇ ਤੇ ਉਹ ਇਸ ਤਰ੍ਹਾਂ ਲੱਗਦੀਆਂ ਜਿਵੇਂ ਉਹ ਅਲੱਗ ਹੋ ਗਈਆਂ। ਪਾਣੀ ਥੋੜੇ ਸਮੇਂ ਵਾਸਤੇ ਅਲੱਗ ਹੈ, ਪਰ ਕੁਝ ਦਿਨਾਂ ਬਾਅਦ ਉਸ ਵਿੱਚੋਂ ਸਮੈਲ ਆਉਣ ਲੱਗ ਜਾਂਦੀ ਹੈ, ਕੀੜੇ ਪੈ ਜਾਂਦੇ ਨੇ, ਕਿਰਮ ਚੱਲ ਜਾਂਦੇ ਨੇ। ਜਦੋਂ ਕੋਈ ਵੀ ਉਸ ਮੈਲੇ ਪਾਣੀ ਨੂੰ ਉਸ ਦਰਿਆ ਦੇ ਵਿੱਚ ਪਾ ਦੇਵੇਗਾ ਫਿਰ ਉਹ ਨਿਰਮਲ ਹੋ ਜਾਣਗੀਆਂ, ਉਹ ਸਮੁੰਦਰ ਦਾ ਰੂਪ ਹੋ ਜਾਣਗੀਆਂ। ਜਾਂ ਕਈ ਵਾਰੀ ਪਾਣੀ ਜੰਮ ਜਾਂਦਾ ਹੈ, ਪਾਣੀ ਦਾ ਰੂਪ ਹੈ ਜਿਹੜਾ ਉਹ ਬਰਫ਼ ਬਣ ਜਾਂਦੀ ਹੈ। ਉਦੋਂ ਵੀ ਸਾਨੂੰ ਪਾਣੀ ਤੇ ਬਰਫ਼ ਅਲੱਗ-ਅਲੱਗ ਨਜ਼ਰ ਆਉਂਦੀ ਹੈ। ਪਰ ਹੁੰਦਾ ਕੀ ਹੈ? ਕਹਿੰਦੇ ਨੇ ਜਦੋਂ ਕੋਈ ਸੇਕ ਲੱਗਦਾ, ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਉਹ ਬਰਫ਼ ਫਿਰ ਪਿੰਗਲ ਕੇ ਪਾਣੀ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਮਾਲਕ ਜੀ ਨੇ ਪਾਵਨ ਬਚਨ ਵੀ ਫਰਮਾਨ ਕੀਤੇ ਨੇ, ਕਹਿੰਦੇ ਨੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਕਿ ਇਸੇ ਤਰ੍ਹਾਂ ਜਦੋਂ ਹਉਮੈ ਕਰਕੇ ਬਰਫ਼ ਬਣਿਆ ਹੋਇਆ ਹੈ ਤੇ ਜਦੋਂ ਮਾਲਕ ਦੇ ਪਰਮੇਸ਼ਰ ਦੇ ਗਿਆਨ ਦਾ ਜਿਹੜੀਆਂ ਕਿਰਨਾਂ ਨੇ ਉਹ ਪੈਂਦੀਆਂ ਨੇ ਫਿਰ ਇਹ ਸਾਧ ਸੰਗਤ ਜੀ ਉਹ ਨਿਰਮਲ ਹੋ ਜਾਂਦਾ ਹੈ। ਤੇ ਤਾਂ ਹੀ ਕਹਿੰਦੇ ਨੇ ਹਉਮੈ ਕਰਕੇ ਇਹ ਅਲੱਗ ਨਜ਼ਰ ਆਉਂਦਾ ਸੀ। ਤੇ ਤਾਂ ਹੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੇ ਪਛਾਣੀ। ਫਿਰ ਬਾਬਾ ਜੀ ਦੇ ਪਾਵਨ ਬਚਨ ਨੇ, ਕਹਿੰਦੇ ਨੇ ਜਿਨ੍ਹਾਂ ਨਾ ਵਿਸਰੈ ਨਾਮ ਸੇਕ ਨੇਹਿਆ, ਭੇਦ ਨਾ ਜਾਣੋ ਮੂਲ ਸਾਈਂ ਜਿਹਿਆ। ਇਹਦੇ ਕਹਿਣ ਤੋਂ ਇਹੀ ਭਾਵ ਹੈ ਕਿ ਆਤਮਾ ਅਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਜਿਵੇਂ ਬਾਣੀ ਦੇ ਵਿੱਚ ਹੋਰ ਫਰਮਾਨ ਲੈ ਲਈਏ, ਕਹਿੰਦੇ ਨੇ ਹਰ ਕਾ ਸੇਵਕ ਸੋ ਹਰ ਜੈਸਾ, ਭੇਦ ਨਾ ਜਾਣੋ ਮਾਨਸ ਦੇਹਾ। ਤਾਂ ਹੀ ਮਾਲਕ ਜੀ ਨੇ ਸਾਨੂੰ ਇਹ ਵਾਰ-ਵਾਰ ਸਮਝਾਉਣ ਦਾ ਯਤਨ ਕੀਤਾ ਹੈ ਕਿ ਆਤਮਾ ਅਤੇ ਪਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਇਹ ਇੱਕ ਹੀ ਚੀਜ਼ ਹੈ। ਜਿਹੜੀ ਆਤਮਾ ਉਹ ਪਰਮਾਤਮਾ ਦਾ ਹੀ ਅੰਸ਼ ਹੈ, ਪਰ ਉਦੋਂ ਅਲੱਗ ਨਜ਼ਰ ਆਉਂਦਾ ਹੈ ਜਦੋਂ ਇਹ ਹਉਮੈ ਦੀ ਕੰਧ ਬਣ ਜਾਂਦੀ ਹੈ
ਜਾਂ ਵਿਕਾਰਾਂ ਦੀ ਮੈਲ ਜੰਮ ਜਾਂਦੀ ਹੈ। ਅਦਰਵਾਈਜ਼ ਇਹਨਾਂ ਦੇ ਵਿੱਚ ਕੋਈ ਅੰਤਰ ਨਹੀਂ, ਆਤਮਾ ਤੇ ਪ੍ਰਮਾਤਮਾ ਦੇ ਵਿੱਚ ਕੋਈ ਅੰਤਰ ਨਹੀਂ। ਹਾਂਜੀ, ਧੰਨਵਾਦ ਵੀਰ ਜੀ, ਬਹੁਤ ਬਹੁਤ ਧੰਨਵਾਦ। ਤੁਸੀਂ ਪਰਮਾਤਮਾ ਤੇ ਆਤਮਾ ਦਾ ਜੋ ਗੁਰਬਾਣੀ ਪਰਸਪੈਕਟਿਵ ਆ ਕਿ ਗੁਣਾਂ ਦੇ ਕਰਕੇ ਇਹਨਾਂ ਦੇ ਵਿੱਚ ਕੋਈ ਵੀ ਵਖਰੇਵਾ ਨਹੀਂ ਹੈਗਾ ਗੁਣਾਂ ਦੇ ਕਰਕੇ। ਪਰ ਇੱਕ ਗੱਲ ਹੈਗੀ, ਜਿਹੜੀ ਆਤਮਾ ਆ ਨਾ ਉਹ ਪਰਮਾਤਮਾ ਦੇ ਹੁਕਮ 'ਚ ਆ ਅਕੋਰਡਿੰਗ ਟੂ ਗੁਰਬਾਣੀ। ਮਾਰੂ ਸੋਹਲੇ ਦੇ ਵਿੱਚ ਜਦੋਂ ਗੁਰੂ ਪਾਤਸ਼ਾਹ ਬੋਡੀ ਤੇ ਸੋਲ ਦਾ ਜਿਹੜਾ ਡਾਇਲੋਗ ਆ ਉਹ ਕਰਾਉਂਦੇ ਆ, ਤੇ ਉਹਦੇ ਵਿੱਚ ਇੱਕ ਸ਼ਬਦ ਆਉਂਦਾ, ਬੜਾ ਸੋਹਣਾ ਪੰਕਤੀ ਆਉਂਦੀ ਆ। ਬੋਡੀ ਕਹਿ ਰਹੀ ਹੁੰਦੀ ਆਤਮਾ ਨੂੰ ਕਿ ਮੇਕ ਏ ਪ੍ਰੋਮਿਸ ਵਿਦ ਮੀ, ਯੂ ਵਿਲ ਆਲਵੇਜ਼ ਬੀ ਵਿਦ ਮੀ, ਯੂ ਵਿਲ ਨੈਵਰ ਐਵਰ ਲੀਵ ਮੀ। ਤੇ ਫਿਰ ਉੱਥੇ ਆਤਮਾ ਕੀ ਜਵਾਬ ਦਿੰਦੀ ਆ, ਫਿਰ ਕਹਿਆ ਹੋ ਹੁਕਮੀ ਬੰਦਾ ਕਿ ਆਈ ਐਮ ਇਨ ਦਾ ਹੁਕਮ ਆਫ ਵਾਹਿਗੁਰੂ ਜੀ, ਜਿੱਚਰ ਰਾਖੇ ਤਿੱਚਰ ਤੁਮ ਸੰਗ ਰਹਿਣਾ, ਜਾਂ ਸਦੇ ਤਾਂ ਊਠ ਸਿਦਾਸਾ ਹੈ। ਮੈਂ ਇੱਕ ਲਾਈਨ ਵਿੱਚੋਂ ਸਕਿਪ ਕਰ ਗਿਆ ਸਾਧ ਸੰਗਤ ਜੀ, ਕਿ ਜਿੰਨਾ ਚਿਰ ਤੱਕ ਉਹ ਵਾਹਿਗੁਰੂ ਦਾ ਹੁਕਮ ਹੋਏਗਾ ਆਈ ਵਿਲ ਬੀ ਵਿਦ ਯੂ। ਜਿਸ ਦਿਨ ਉਹ ਹੁਕਮ ਆ ਗਿਆ ਸੋ ਮੈਨੂੰ ਜਾਣਾ ਪੈਣਾ ਆ। ਆਈ ਕੈਨ ਨਾਟ ਮੇਕ ਐਨੀ ਪ੍ਰੋਮਿਸ ਵਿਦ ਯੂ। ਸੋ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ। ਬੜੇ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਦੱਸਿਆ ਕਿ ਗੁਣਾਂ ਦੇ ਕਰਕੇ ਇਹਨਾਂ ਵਿੱਚ ਕੋਈ ਫਰਕ ਨਹੀਂ ਹੈਗਾ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਗਿਆਨੀ ਗੁਰਦੀਪ ਸਿੰਘ ਜੀ ਲਈ, ਕਿ ਗੁਰੂ ਪਾਤਸ਼ਾਹ ਨੇ ਸੰਗੀਤ ਨੂੰ ਬਹੁਤ ਮਹਾਨਤਾ ਦਿੱਤੀ। ਭਾਈ ਮਰਦਾਨਾ ਜੀ ਦਾ ਰਬਾਬ ਦਾ ਸਾਥ ਜਿਹੜਾ ਆ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸ਼ੁਰੂ ਹੁੰਦਾ ਆ। ਗੁਰੂ ਪਾਤਸ਼ਾਹ ਨੇ ਰਾਗਾਂ ਦੇ ਵਿੱਚ ਬਾਣੀ ਉਚਾਰੀ। ਪਰ ਅੱਜ ਕੁਝ ਜਿਹੜੇ ਸਿੱਖ ਵੀਰ ਨੇ ਉਹ ਵਿਸ਼ਵਾਸ ਕਰਦੇ ਨੇ ਕਿ ਰਬਾਬ ਵਿੱਚੋਂ ਕੀਰਤਨ ਪੈਦਾ ਹੋਇਆ। ਕੀ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ, ਜਾਂ ਗੁਰਮਤ ਪਰਪੇਖ ਇਸ ਬਾਰੇ ਕੀ ਹੈਗਾ ਗਿਆਨੀ ਗੁਰਦੀਪ ਸਿੰਘ ਜੀ? ਹਾਂਜੀ, ਸੋ ਗੱਲ ਇਸ ਤਰ੍ਹਾਂ ਵੀ ਰਬਾਬ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਸੀ, ਸੰਗੀਤ ਵੀ ਪਹਿਲਾਂ ਸੀ, ਰਾਗ ਵੀ ਪਹਿਲਾਂ ਸਨ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਕੀਤਾ ਵੀ ਆਪਣਾ ਸਾਥੀ ਲਿਆ ਭਾਈ ਮਰਦਾਨਾ ਲਿਆ ਤੇ ਜਿਹਨੇ ਰਬਾਬ ਵਜਾਈਏ। ਸੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਰਬਾਬ ਦੇ ਵਿੱਚੋਂ ਕੀਰਤਨ ਪੈਦਾ ਹੋਇਆ। ਜੇ ਰਬਾਬ ਦੇ ਵਿੱਚੋਂ ਕੀਰਤਨ ਪੈਦਾ ਹੋਇਆ ਤੇ ਫਿਰ ਕੀਰਤਨ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਪੈਦਾ ਹੋ ਜਾਣਾ ਚਾਹੀਦਾ ਸੀ। ਸੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਕੀਰਤਨ ਦਾ ਜਨਮ ਹੋਇਆ ਹੈ। ਭਾਈ ਮਰਦਾਨੇ ਨੇ ਉਹ ਰਬਾਬ ਵਜਾਈਏ। ਜਦੋਂ ਬਾਣੀ ਤੇ ਮਿਊਜ਼ਿਕ ਦਾ ਕੰਬੀਨੇਸ਼ਨ ਹੁੰਦਾ ਹੈ ਫਿਰ ਇਹ ਕੀਰਤਨ ਦਾ ਰੂਪ ਬਣ ਜਾਂਦਾ ਹੈ। ਸੋ ਗੁਰਮਤ ਦੇ ਵਿੱਚ ਜਿਸ ਤਰ੍ਹਾਂ ਜਿਹੜੇ ਅੱਜ ਸਾਡੇ ਰਾਗੀ ਸਿੰਘ ਨੇ ਉਹ ਇਹੀ ਗੱਲ ਕਹਿੰਦੇ ਨੇ ਵੀ ਇਹਦੇ ਵਿੱਚ ਸ਼ਬਦ ਪ੍ਰਧਾਨ ਨੇ, ਸੰਗੀਤ ਪ੍ਰਧਾਨ ਨੇ, ਦੋ ਸ਼ਬਦ ਨੇ। ਵੀ ਜਦੋਂ ਉਹਨਾਂ ਨੇ ਗਾਣਾ ਹੈ, ਸਿੰਗਿੰਗ ਕਰਨੀ ਹੈ, ਸਿੰਗਿੰਗ ਦੇ ਵਿੱਚ ਮਿਊਜ਼ਿਕ ਦੀ ਟੋਨ ਭਾਰੂ ਨਹੀਂ ਹੋਣੀ ਚਾਹੀਦੀ, ਹੈਵੀ ਨਹੀਂ ਹੋਣੀ ਚਾਹੀਦੀ। ਸਗੋਂ ਜਿਹੜਾ ਸ਼ਬਦ ਹੈ ਉਹ ਸ਼ਬਦ ਪ੍ਰਧਾਨ ਕੀਰਤਨ ਹੋਏ। ਠੀਕ ਹੈ ਜੀ, ਸ਼ਬਦ ਪ੍ਰਧਾਨ ਕੀਰਤਨ ਤੋਂ ਭਾਵ ਹੈ ਵੀ ਕੀਰਤਨ ਦੇ ਵਿੱਚ ਸ਼ਬਦ ਦਾ ਜ਼ੋਰ ਰਹੇ, ਸ਼ਬਦ ਦਾ ਇਫੈਕਟ ਰਹੇ। ਜੋ ਸਾਜ਼ ਨੇ ਉਹਨਾਂ ਦੀ ਟੋਨ ਹੈ, ਆਵਾਜ਼ ਹੈ, ਉਹ ਦੂਸਰੇ ਨੰਬਰ ਤੇ ਹੈ। ਠੀਕ ਹੈ ਜੀ, ਜਿਹੜੇ ਸੰਗੀਤ ਦੇ ਧਨੀ ਨੇ, ਰਾਗੀ ਸਿੰਘ ਨੇ ਸਾਡੇ ਜਿਹੜੇ ਪੁਰਾਤਨ ਜਾਂ ਅੱਜ ਵਾਲੇ, ਉਹ ਇਹੀ ਕਹਿੰਦੇ ਨੇ ਵੀ ਸ਼ਬਦ ਪ੍ਰਧਾਨ ਕੀਰਤਨ ਹੈ। ਅਗਲੀ ਗੱਲ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਕੀਰਤਨ ਦਾ ਜਨਮ ਹੋਇਆ ਹੈ। ਰਬਾਬ ਭਾਈ ਮਰਦਾਨੇ ਨੇ ਵਜਾਈਏ, ਗੁਰੂ ਨਾਨਕ ਸਾਹਿਬ ਬੋਲੇ ਨੇ, ਰਬਾਬ ਵੱਜੀਏ ਤੇ ਫਿਰ ਕੀਰਤਨ ਪੈਦਾ ਹੋਇਆ। ਇਹ ਨਹੀਂ ਕਹਿ ਸਕਦੇ ਕਿ ਰਬਾਬ ਦੇ ਵਿੱਚੋਂ ਕੀਰਤਨ ਪੈਦਾ ਹੋਇਆ। ਸੋ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਕੀਰਤਨ ਪੈਦਾ ਹੋਇਆ। ਕੀਰਤਨ ਪਹਿਲਾਂ ਪੈਦਾ ਹੋਇਆ, ਰਬਾਬ ਬਾਅਦ ਵਿੱਚ ਆਂਦੀ। ਰਬਾਬ ਦਾ ਦੂਸਰਾ ਸਥਾਨ ਹੈ। ਹਾਂਜੀ, ਧੰਨਵਾਦ ਗਿਆਨੀ ਜੀ, ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੁਸੀਂ ਇਸ ਪੁਆਇੰਟ ਦੀ ਕਲੈਰਿਟੀ ਕੀਤੀ। ਤੇ ਇੱਕ ਗੱਲ ਆਮ ਸਿੱਖ ਪਰੰਪਰਾ ਦੇ ਵਿੱਚ ਆਉਂਦੀ ਹੈ ਕਿ ਜਦੋਂ ਬਾਣੀ ਆਉਂਦੀ ਸੀ ਤਾਂ ਗੁਰੂ ਪਾਤਸ਼ਾਹ ਕਹਿੰਦੇ ਸੀ ਭਾਈ ਜੀ ਰਬਾਬ ਛੇੜੋ ਬਾਣੀ ਆਈਏ। ਇਸ ਨੂੰ ਸਮਝਣ ਦੀ ਲੋੜ ਆ ਸਾਧ ਸੰਗਤ ਜੀ ਕਿ ਪਹਿਲਾਂ ਬਾਣੀ ਆਈਏ ਫਿਰ ਰਬਾਬ ਛੇੜੋ। ਉਹ ਇਸ ਤਰ੍ਹਾਂ ਨਹੀਂ ਸੀ ਕਹਿੰਦੇ ਕਿ ਭਾਈ ਜੀ ਰਬਾਬ ਛੇੜੋ ਤੇ ਬਾਣੀ ਆਏ। ਇਸ ਲਈ ਸ਼ਬਦ ਪਹਿਲਾਂ ਆ, ਠੀਕ ਹੈ ਜੀ, ਤੇ ਸ਼ਬਦ ਕਰਕੇ ਹੀ ਰਬਾਬ ਆ, ਸ਼ਬਦ ਦੀ ਪ੍ਰਧਾਨਤਾ ਆ ਤੇ ਹਮੇਸ਼ਾ ਰਹੇਗੀ। ਬਹੁਤ ਬਹੁਤ ਧੰਨਵਾਦ ਤੁਹਾਡਾ ਗਿਆਨੀ ਗੁਰਦੀਪ ਸਿੰਘ ਜੀ। ਅਗਲਾ ਜਿਹੜਾ ਪ੍ਰਸ਼ਨ ਹੈਗਾ ਗਿਆਨੀ ਕੁਲਦੀਪ ਸਿੰਘ ਜੀ ਦੇ ਲਈ, ਕਿ ਬੰਦੇ ਦੇ ਅੰਦਰ ਸੈਲਫ ਜਿਹਨੂੰ ਕਹਿ ਲੈਂਦੇ, ਆਤਮਾ ਕਹਿ ਲੈਂਦੇ ਆ, ਇਹਦੀਆਂ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਨੇ? ਤੇ ਉਸ ਦੇ ਨਾਲ ਜਿਵੇਂ ਸਾਡਾ ਮਨੋਰਥ ਆ ਵੀ ਅਭੇਦ ਹੋਣਾ ਆ, ਤੇ ਉਸ ਦੇ ਵਿੱਚ ਅਭੇਦ ਕਿਵੇਂ ਹੋਇਆ ਜਾ ਸਕਦਾ ਆ? ਕਿ ਅਸਲ ਆਪੇ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਤੇ ਉਸ ਦੇ ਵਿੱਚ ਭੇਦ ਕਿਸ ਤਰ੍ਹਾਂ ਹੋਣਾ? ਜਿਹੜੀ ਸੈਲਫ ਰਿਅਲਾਈਜੇਸ਼ਨ ਹੈ, ਹਾਊ ਕੈਨ ਵੀ ਗੈਟ ਦੈਟ? ਗੁਰੂ ਅਮਰਦਾਸ ਮਹਾਰਾਜ ਜੀ ਦਾ ਬਚਨ ਆਪਾਂ ਰੋਜ਼ਾਨਾ ਨਿਤਨੇਮ ਚ ਪੜ੍ਹਦੇ ਹਾਂ ਜੀ। ਆਨੰਦ ਸਾਹਿਬ ਦੀ ਬਾਣੀ ਪੜ੍ਹੀਏ ਤੇ ਜਦੋਂ ਲਾਸਟ ਤੇ ਜਾ ਕੇ ਮੇਰੇ ਖਿਆਲ 38th ਪੌੜੀ ਆਉਂਦੀ ਹੈ ਤੇ ਉੱਥੇ ਜਾ ਕੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਮਜਾਇਆ। ਸਾਡਾ ਜਿਹੜਾ ਇਹ ਸਰੀਰ, ਇਹਦੇ ਦੋ ਹਿੱਸੇ ਨੇ।
ਇੱਕ ਤੇ ਬਾਹਰੀ ਤੌਰ ਤੇ ਸਾਡੇ ਆ ਬੋਡੀ ਪਾਰਟ ਜੋ ਸਰੀਰ ਬਣਿਆ ਨਜ਼ਰ ਆ ਰਿਹਾ ਹੈ, ਇਹਦੇ ਅੰਦਰ ਦੂਜਾ ਹੈ ਉਹਨੂੰ ਆਤਮਾ ਕਿਹਾ ਜਾਂਦਾ, ਜਿਹਨੂੰ ਸੈਲਫ ਵੀ ਕਿਹਾ ਜਾਂਦਾ ਹੈ ਜਾਂ ਆਪਣਾ ਆਪਾ ਵੀ ਕਿਹਾ ਜਾਂਦਾ ਹੈ। ਇਹਦੇ ਵੱਖ-ਵੱਖ ਨਾਂ ਦਿੱਤੇ ਗਏ ਨੇ, ਕੋਈ ਆਤਮਾ ਕਹਿ ਰਿਹਾ ਹੈ, ਕੋਈ ਰੂਹ ਕਹਿ ਰਿਹਾ ਹੈ, ਕਿਸੇ ਨੇ ਇਸ ਨੂੰ ਲਾਈਟ ਕਹਿ ਦਿੱਤਾ, ਕਿਸੇ ਨੇ એનર્ਜੀ ਕਹਿ ਦਿੱਤਾ, ਵੱਖ-ਵੱਖ ਨਾਂ ਦੇ ਦਿੱਤੇ ਗਏ। ਪਰ ਇਹ ਸਾਡੀ ਜ਼ਿੰਦਗੀ ਦਾ ਕਹਿ ਲਈਏ ਜਾਂ ਜੀਵਨ ਦਾ ਕਹਿ ਲਈਏ ਇੱਕ ਹਿੱਸਾ ਹੈ। ਇਸ ਤੋਂ ਬਿਨਾਂ ਇਸ ਸਰੀਰ ਦੀ ਕੋਈ ਵੈਲਿਊ ਨਹੀਂ। ਜਦੋਂ ਤੱਕ ਇਹ ਹਿੱਸਾ ਜਿਹੜਾ ਪਰਮਾਤਮਾ ਵੱਲੋਂ ਬਖਸ਼ਿਸ਼ ਕੀਤਾ ਗਿਆ ਹੈ, ਜਿਸ ਨੂੰ ਭਗਤ ਕਬੀਰ ਜੀ ਨੇ ਕਿਹਾ, ਕਹੋ ਕਬੀਰ ਇਹ ਰਾਮ ਕੀ ਅੰਸ਼, ਉਹ ਜਿਹਨੂੰ ਪਾਰਟ ਆਫ ਗੋਡ ਵੀ ਕਿਹਾ ਜਾਂਦਾ ਹੈ, ਉਹ ਜੇਕਰ ਸਾਡੇ ਅੰਦਰ ਨਾ ਹੋਵੇ ਤੇ ਇਹ ਸਰੀਰ ਇੱਕ ਮਿੱਟੀ ਦੇ ਬਰਾਬਰ, ਇਸ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ। ਤੇ ਦੂਜੀ ਗੱਲ ਆ ਜਾਂਦੀ ਹੈ ਜੀ ਕਿ ਅਭੇਦਤਾ ਕਿਵੇਂ ਹੋਵੇ। ਹੁਣ ਆਤਮਾ ਜਿਹੜੀ ਹੈ ਪਰਮਾਤਮਾ ਤੋਂ ਵਿਛੜੀ ਪਈ ਹੈ। ਇੱਥੇ ਪ੍ਰੋਫੈਸਰ ਪੂਰਨ ਸਿੰਘ ਦਾ ਇੱਕ ਲਿਖਿਆ ਹੋਇਆ ਬਚਨ ਬੜਾ ਪਿਆਰਾ ਯਾਦ ਆਉਂਦਾ ਹੈ ਜੀ। ਕਹਿੰਦੇ ਜਿਹੜਾ ਮੀਂਹ ਪੈਂਦਾ ਹੈ, ਬਾਰਿਸ਼ ਹੁੰਦੀ ਹੈ, ਇਹ ਬਾਰਿਸ਼ ਹੋਣ ਦਾ ਰੀਜ਼ਨ ਕੀ ਹੈ, ਸਟਾਰਟਿੰਗ ਕਿੱਥੋਂ ਹੁੰਦੀ ਹੈ? ਪਹਿਲਾਂ ਪਾਣੀ ਜਿਹੜਾ ਹੈ ਉਹ ਇਵੈਪੋਰੇਟ ਹੋ ਕੇ ਉੱਪਰ ਜਾਂਦਾ ਹੈ, ਬੱਦਲਾਂ ਦਾ ਰੂਪ ਧਾਰਨ ਕਰਦਾ ਹੈ, ਫਿਰ ਉਹੀ ਪਾਣੀ ਬਾਰਿਸ਼ ਦੇ ਰੂਪ ਵਿੱਚ ਥੱਲੇ ਜ਼ਮੀਨ ਤੇ ਡਿੱਗਦਾ ਹੈ। ਜਦੋਂ ਜ਼ਮੀਨ ਤੇ ਉਹ ਪਾਣੀ ਡਿੱਗਦਾ ਹੈ ਤੇ ਉਹਦੀ ਯਾਤਰਾ ਸਟਾਰਟ ਹੋ ਜਾਂਦੀ ਹੈ, ਉਹ ਜਰਨੀ ਦੇ ਵਿੱਚ ਲੱਗ ਜਾਂਦਾ ਹੈ। ਜਰਨੀ ਕਿਸ ਤਰਫ ਹੈ? ਜਿੱਥੋਂ ਵਿਛੜਿਆ ਸੀ, ਸਮੁੰਦਰ ਦੇ ਵਿੱਚੋਂ ਵਿਛੜਿਆ ਸੀ, ਉਧਰ ਨੂੰ ਇਹਦੀ ਜਰਨੀ ਜਿਹੜੀ ਹੈ ਉਹ ਸਟਾਰਟ ਹੋ ਜਾਂਦੀ ਹੈ। ਜ਼ਮੀਨ ਦੇ ਉੱਤੇ ਡਿੱਗਦੇ ਹੈ, ਉਦੋਂ ਤੱਕ ਇਹਦੀ ਜਰਨੀ ਚੱਲਦੀ ਰਹਿੰਦੀ ਹੈ ਜਦੋਂ ਤੱਕ ਇਹ ਸਮੁੰਦਰ ਦੇ ਵਿੱਚ ਜਾ ਕੇ ਸਮਾ ਨਹੀਂ ਜਾਂਦਾ। ਤੇ ਇਹਦਾ ਇਹ ਏਦਾਂ ਨਹੀਂ ਹੈ ਕਿ ਅੱਜ ਜ਼ਮੀਨ ਤੇ ਡਿੱਗਿਆ ਤੇ ਅੱਜ ਹੀ ਉਹ ਸਮੁੰਦਰ ਵਿੱਚ ਜਾ ਕੇ ਮਿਲ ਜਾਏਗਾ। ਇਹਨੂੰ ਬੜੀਆਂ ਮੁਸ਼ਕਲਾਵਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਪਹਿਲਾਂ ਉਹ ਜ਼ਮੀਨ ਤੇ ਡਿੱਗੇਗਾ, ਇਕੱਠਾ ਹੋ ਕੇ ਉਹ ਨੀਵੇਂ ਪਾਸੇ ਵਹਿਣਾ ਸ਼ੁਰੂ ਕਰੇਗਾ, ਡਰੇਨ ਦੇ ਵਿੱਚ ਜਾਏਗਾ, ਫਿਰ ਇੱਕ ਛੋਟੀ ਨਦੀ 'ਚ ਜਾਏਗਾ, ਫਿਰ ਦਰਿਆ 'ਚ ਜਾਏਗਾ, ਦਰਿਆ ਫਿਰ ਸਮੁੰਦਰ ਵਿੱਚ ਚਲਾ ਜਾਏਗਾ। ਜਦੋਂ ਸਮੁੰਦਰ 'ਚ ਜਾਏਗਾ ਉੱਥੇ ਅਭੇਦਤਾ, ਉੱਥੇ ਉਹਦੀ ਮੰਜ਼ਿਲ ਦੀ, ਉਹਦੀ ਜਰਨੀ ਦੀ ਸਮਾਪਤੀ ਹੈ, ਉਹਦੀ ਮੰਜ਼ਿਲ ਉਹਨੂੰ ਮਿਲ ਜਾਏਗੀ। ਸੇਮ ਇਸੇ ਤਰ੍ਹਾਂ ਹੀ ਕਹਿੰਦੇ ਇਹ ਜਿਹੜੀ ਸਾਡੇ ਅੰਦਰ ਆਤਮਾ ਹੈ ਨਾ, ਇਹ ਪਰਮਾਤਮਾ ਦੇ ਨਾਲੋਂ ਵਿਛੜੀ ਹੋਈ ਹੈ ਤੇ ਜਦੋਂ ਵਿਛੜ ਕੇ ਇਸ ਦੁਨੀਆ ਦੇ ਵਿੱਚ ਆਉਂਦੀ ਹੈ, ਇਹਦੀ ਜਰਨੀ ਸਟਾਰਟ ਹੋ ਜਾਂਦੀ ਹੈ ਪਰਮਾਤਮਾ ਵੱਲ। ਤੇ ਰਸਤੇ 'ਚ ਕਈ ਮੁਸ਼ਕਲਾਵਾਂ ਆਉਣਗੀਆਂ, ਜਿਸ ਤਰ੍ਹਾਂ ਪਾਣੀ ਨੂੰ ਮੁਸ਼ਕਲਾਵਾਂ ਆਉਂਦੀਆਂ ਪਈਆਂ ਨੇ। ਬਾਰਿਸ਼ ਦਾ ਪਾਣੀ ਜਿਹੜਾ ਉਹ ਮੁਸ਼ਕਲਾਵਾਂ ਦਾ, ਪ੍ਰੋਬਲਮਸ ਦਾ ਸਾਹਮਣਾ ਕਰਦਾ ਹੈ ਤੇ ਮੰਜ਼ਿਲ ਵੱਲ ਵੱਧਦਾ। ਉਸੇ ਤਰ੍ਹਾਂ ਸਾਡੇ ਨਾਲ ਵੀ ਇਦਾਂ ਹੀ ਹੋਏਗਾ। ਜਿਹੜਾ ਗੁਰਮਤਿ ਦੀ ਰੌਸ਼ਨੀ ਵਿੱਚ, ਗੁਰੂ ਦੀ ਰੌਸ਼ਨੀ ਦੇ ਵਿੱਚ ਚੱਲਣਾ ਸ਼ੁਰੂ ਕਰੇਗਾ, ਉਹ ਇਹਨਾਂ ਪ੍ਰੋਬਲਮਸ ਨੂੰ ਖਤਮ ਕਰਦਾ ਹੋਇਆ, ਜਿਵੇਂ ਭਗਤ ਕਬੀਰ ਜੀ ਨੇ ਕਿਹਾ ਨਾ, ਕਹਿੰਦੇ ਨੇ ਘਟ ਅਵ ਘਟ ਡੂੰਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਓ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਉਹ ਕਹਿੰਦੇ ਨੇ ਰਸਤਾ ਬੜਾ ਔਖਾ ਤੇ ਮੇਰੀ ਉਸ ਮਾਲਕ ਦੇ ਅੱਗੇ ਬੇਨਤੀ ਹੈ ਕਿ ਮੇਰੇ ਮਾਲਕ ਕਿਰਪਾ ਕਰ, ਮੈਨੂੰ ਇਸ ਰਸਤੇ ਦੇ ਉੱਤੇ ਚੱਲਣ ਦਾ ਬਲ ਬਖਸ਼ ਤਾਂ ਕਿ ਮੈਂ ਆਪਣੀ ਮੰਜ਼ਿਲ ਤੱਕ ਪਹੁੰਚ ਸਕਾਂ। ਸੋ ਜਦੋਂ ਗੁਰਮਤਿ ਦੀ, ਗੁਰਬਾਣੀ ਦੀ ਰੌਸ਼ਨੀ ਜੀਵਨ ਦੇ ਵਿੱਚ ਹੋਏਗੀ, ਫਿਰ ਇਨਸਾਨ ਇਹਨਾਂ ਪ੍ਰੋਬਲਮਸ ਨੂੰ ਸੋਲਵ ਕਰਦਾ ਹੋਇਆ, ਇਹਨਾਂ ਤੋਂ ਬਚਦਾ ਹੋਇਆ ਕਹਿ ਲਈਏ ਭਾਵੇਂ, ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ। ਜਦੋਂ ਮੰਜ਼ਿਲ ਤੱਕ ਪਹੁੰਚੇਗਾ, ਇਹਨੂੰ ਅਭੇਦਤਾ ਕਿਹਾ ਜਾਂਦਾ ਹੈ, ਇਹਨੂੰ ਹੀ ਮਿਲਾਪ ਕਿਹਾ ਜਾਂਦਾ ਹੈ। ਇਹਨੂੰ ਕਹਿੰਦੇ ਨੇ ਜੀ ਮਰਜ ਹੋ ਜਾਣਾ ਪਰਮਾਤਮਾ ਦੇ ਵਿੱਚ, ਜਿੱਥੋਂ ਵਿਛੜ ਕੇ ਆਈ ਸੀ। ਆਤਮਾ ਸਾਡਾ ਆਪਾ ਹੈ। ਬਾਣੀ ਦੇ ਵਿੱਚ ਪੜ੍ਹਦੇ ਹਾਂ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੈ ਕੀ ਆ ਜੀ? ਉਹ ਜੋਤ ਸਰੂਪ ਹੈ ਸਾਡਾ ਅੰਦਰ, ਜਿਸ ਨੂੰ ਕਬੀਰ ਸਾਹਿਬ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼, ਜਿਸ ਨੂੰ ਅੰਦਰੋਂ ਖੋਜਣਾ ਹੈ ਨਾ, ਉਹ ਜੋਤ ਸਰੂਪ ਹੈ। ਤੇ ਜਿਵੇਂ ਜਿਵੇਂ ਆਪਣੇ ਅੰਦਰ ਨੂੰ ਆਪਾਂ ਖੋਜਾਂਗੇ, ਅੰਦਰ ਖੋਜਣ ਦਾ ਮਤਲਬ ਕੀ ਹੈ? ਅੰਦਰ ਕਿਵੇਂ ਖੋਜਣਾ ਹੈ? ਉਹਦਾ ਮਤਲਬ ਹੈ ਜੀ, ਜੋ ਸਾਡੇ ਅੰਦਰ ਸਾਨੂੰ ਲੱਗਦਾ ਹੈ ਕਿ ਇਹ ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਤਰ੍ਹਾਂ ਦਾ ਕਰਮ ਤੈਨੂੰ ਕਰਨਾ ਚਾਹੀਦਾ ਹੈ, ਤੇ ਮੈਂ ਨਹੀਂ ਕਰ ਰਿਹਾ, ਮੈਂ ਆਪੋਜ਼ਿਟ ਜਾ ਰਿਹਾ, ਤੇ ਜਿਹੜਾ ਮੈਂ ਆਪੋਜ਼ਿਟ ਜਾਂਦਾ ਪਿਆ ਵਾਂ, ਉਹਨੂੰ ਛੱਡ ਕੇ ਜੋ ਗੁਰੂ ਸਾਹਿਬ ਕਹਿੰਦੇ ਪਏ ਨੇ ਉਹਦੇ ਅਕੋਰਡਿੰਗਲੀ ਮੈਨੂੰ ਐਕਸ਼ਨਸ ਕਰਨੇ ਪੈਣਗੇ। ਇਹਨੂੰ ਖੋਜਣਾ ਕਹਿੰਦੇ। ਜੋ ਮੇਰੇ ਅੰਦਰ ਕਮੀਆਂ ਨੇ, ਉਹਨਾਂ ਕਮੀਆਂ ਨੂੰ ਲੱਭ ਕੇ ਗੁਰੂ ਦੀ, ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਉਹਨਾਂ ਕਮੀਆਂ ਨੂੰ ਦੂਰ ਕਰਨਾ ਪਵੇਗਾ। ਜਿਵੇਂ ਜਿਵੇਂ ਦੂਰ ਕਰਾਂਗੇ, ਤਿਵੇਂ ਤਿਵੇਂ ਮੈਂ ਆਪਣੀ ਮੰਜ਼ਿਲ ਵੱਲ ਵਧਣਾ ਸ਼ੁਰੂ ਹੋਵਾਂਗਾ। ਤੇ ਇੱਕ ਸਮਾਂ ਐਸਾ ਆਏਗਾ ਜਦੋਂ ਫਿਰ ਪਰਮਾਤਮਾ ਦੇ ਨਾਲ ਮੈਂ ਮਰਜ ਹੋ ਜਾਵਾਂਗਾ, ਜਿੱਥੋਂ ਵਿਛੜ ਕੇ ਆਇਆ। ਤੇ ਉਹਦੇ ਲਈ ਵਾਰ-ਵਾਰ ਬਾਣੀ ਦੇ ਵਿੱਚੋਂ ਸਾਨੂੰ ਬਚਨ ਮਿਲਣਗੇ। ਕਬੀਰ ਸਾਹਿਬ ਵੀ ਕਹਿੰਦੇ ਨੇ, ਗੁਰੂ ਸਾਹਿਬਾਨ ਵੀ ਕਹਿੰਦੇ ਨੇ ਕਿ ਹਮ ਸ਼ਬਦ ਹੋਏ ਸ਼ਬਦ ਮਾਰ ਜਿਵਾਲੇ ਭਾਈ। ਗੁਰੂ ਦੇ ਸ਼ਬਦ ਰਾਹੀਂ ਹੀ ਆਪਣੇ ਅੰਤਰ ਆਤਮੇ ਵਿਕਾਰਾਂ ਵੱਲੋਂ ਮਰ ਕੇ ਤੇ ਪ੍ਰਮਾਤਮਾ ਵਾਲੇ ਪਾਸੇ ਜਿਉਂਦੇ ਹੋ ਜਾਣਾ, ਮੀਨਸ ਪ੍ਰਮਾਤਮਾ ਦੇ ਨਾਲ ਜੁੜ ਜਾਣਾ। ਜਦੋਂ ਇਹ ਮੈਥਡ ਨੂੰ ਫੋਲੋ ਕੀਤਾ ਜਾਏਗਾ, ਬਾਣੀ ਦੇ ਵਿੱਚੋਂ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਬਚਨ ਵੀ ਪੜ੍ਹ ਲਓ, ਜਿੱਥੇ ਸਤਿਗੁਰਾਂ ਨੇ ਸਾਨੂੰ ਇਹ ਇੱਕ ਸ਼ੀਸ਼ਾ ਦਿਖਾ ਦਿੱਤਾ ਕਿ ਇਹ ਜਿਹੜੀਆਂ ਕਮੀਆਂ ਇਨਸਾਨ ਦੇ ਵਿੱਚ ਬੈਠੀਆਂ ਹੋਈਆਂ ਨੇ, ਉਸ ਇਨਸਾਨ ਦੇ ਵਿੱਚ ਜਿਹੜਾ ਰੱਬ ਦੇ ਨਾਲੋਂ ਟੁੱਟਾ ਹੋਇਆ,
ਤੇ ਜਦੋਂ ਫਿਰ ਉਹ ਸ਼ੀਸ਼ਾ ਸਾਨੂੰ ਨਜ਼ਰ ਆਏਗਾ, ਉਹਦੇ ਵਿੱਚੋਂ ਅਸੀਂ ਆਪਣੇ ਅਕਸ ਨੂੰ, ਆਪਣੇ ਸ਼ੈਡੋ ਨੂੰ ਦੇਖਾਂਗੇ ਕਿ ਮੈਂ ਕਰ ਕੀ ਰਿਹਾ ਤੇ ਮੈਨੂੰ ਕਰਨਾ ਕੀ ਚਾਹੀਦਾ, ਸਤਿਗੁਰੂ ਜੀ ਕੀ ਕਹਿ ਰਹੇ ਨੇ। ਜਦੋਂ ਫਿਰ ਉਹਨਾਂ ਕਮੀਆਂ ਨੂੰ ਦੂਰ ਕੀਤਾ ਜਾਏਗਾ, ਫਿਰ ਸਤਿਗੁਰੂ ਜੀ ਕਹਿੰਦੇ ਤੂੰ ਰੱਬ ਦੇ ਨਾਲ ਮਿਲ ਜਾਏਗਾ, ਉਹਦੇ ਵਿੱਚ ਮਰਜ ਹੋ ਜਾਏਗਾ। ਪਾਤਸ਼ਾਹ ਜੀ ਕਹਿੰਦੇ ਜਦੋਂ ਫਿਰ ਗੁਰੂ ਦਾ ਮਿਲਾਪ ਹੁੰਦਾ ਹੈ, ਗੁਰੂ ਇਹਨਾਂ ਕਮੀਆਂ ਨੂੰ ਸਾਡੇ ਸਾਹਮਣੇ ਰੱਖਦਾ ਕਿ ਭਾਈ ਇਹ ਤੇਰੇ ਅੰਦਰ ਕਮੀਆਂ ਨੇ, ਇਹਨਾਂ ਨੂੰ ਦੂਰ ਕਰ। ਜਿਸ ਤਰ੍ਹਾਂ ਕੋਈ ਸਪੋਜ਼ ਕਰ ਲਓ ਸਾਡੀ ਕਾਰ ਖਰਾਬ ਹੋ ਜਾਂਦੀ ਹੈ, ਮੈਨੂੰ ਪਤਾ ਨਹੀਂ ਲੱਗ ਰਿਹਾ ਕਿ ਪ੍ਰੋਬਲਮ ਕੀ ਆ ਗਈ, ਪਰ ਜਦੋਂ ਮਕੈਨਿਕ ਨੂੰ ਬੁਲਾਇਆ ਜਾਂਦਾ ਹੈ, ਮਕੈਨਿਕ ਦੇਖਦਾ ਹੈ, ਉਹਨੂੰ ਦੇਖ ਕੇ ਪਤਾ ਲੱਗਦਾ ਕਿ ਇੱਥੇ ਪ੍ਰੋਬਲਮ ਹੈ, ਉਹ ਪ੍ਰੋਬਲਮ ਸੋਲਵ ਕਰਦਾ, ਸਾਡੀ ਕਾਰ ਚੱਲਣ ਲੱਗ ਪੈਂਦੀ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਗੁਰੂ ਦੇ ਕੋਲ ਆਵਾਂਗੇ, ਗੁਰੂ ਸਾਡੀ ਪ੍ਰੋਬਲਮ ਸਾਨੂੰ ਦੱਸੇਗਾ ਕਿ ਇੱਥੇ ਇੱਥੇ ਇਹ ਪ੍ਰੋਬਲਮ ਹੈ, ਤੇ ਜਦੋਂ ਪ੍ਰੋਬਲਮ ਦਾ ਪਤਾ ਲੱਗੇਗਾ, ਸੋਲੂਸ਼ਨ ਵੀ ਗੁਰੂ ਨੇ ਦੱਸਣਾ ਹੈ। ਫਿਰ ਜਦੋਂ ਉਸ ਸੋਲੂਸ਼ਨ ਨੂੰ ਫੋਲੋ ਕੀਤਾ ਜਾਏਗਾ, ਫਿਰ ਜਿਹੜੀਆਂ ਅੰਦਰ ਕਮੀਆਂ ਸੀ ਉਹ ਦੂਰ ਹੋਣਗੀਆਂ ਤੇ ਪ੍ਰਮਾਤਮਾ ਦੇ ਨਾਲ ਸਾਡਾ ਮੇਲ ਹੋ ਜਾਏਗਾ। ਜੇ ਬੈਟਰ ਅੰਡਰਸਟੈਂਡਿੰਗ ਵਾਸਤੇ ਸਤਿਗੁਰਾਂ ਦਾ ਬਚਨ ਆਪਾਂ ਪੜ੍ਹ ਲਈਏ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨੈ। ਇਹਦੇ ਵਿੱਚ ਸਤਿਗੁਰਾਂ ਨੇ ਕਮੀਆਂ ਹੀ ਦੱਸੀਆਂ ਨੇ। ਕਹਿੰਦੇ ਇਹਦੇ ਅੰਦਰ ਹਉਮੈ ਬੈਠੀ ਹੈ, ਈਗੋ ਬੈਠੀ ਹੈ, ਲਾਲਚ ਦੇ ਵਿੱਚ ਫਸਿਆ ਪਿਆ ਹੈ, ਨਿੰਦਾ ਦੇ ਵਿੱਚ ਫਸਿਆ ਪਿਆ, ਈਰਖਾ ਦੇ ਵਿੱਚ। ਇਹ ਸਾਰੀਆਂ ਗੱਲਾਂ ਗੁਰੂ ਦੇ ਕੋਲੋਂ ਸਾਨੂੰ ਪਤਾ ਲੱਗ ਜਾਣਗੀਆਂ ਨੇ, ਤੇ ਫਿਰ ਗੁਰੂ ਨੇ ਹੀ ਇਹਦਾ ਹੱਲ ਦੱਸ ਕੇ ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਫਿਰ ਪ੍ਰਮਾਤਮਾ ਦੇ ਵਿੱਚ ਸਮਾ ਜਾਵਾਂਗੇ। ਜਿਸ ਤਰ੍ਹਾਂ ਇੱਕ ਬਰਤਨ ਦਾ ਪਾਣੀ ਦੂਜੇ ਵਿੱਚ ਸਮਾ ਜਾਂਦਾ ਹੈ, ਉਸੇ ਤਰ੍ਹਾਂ ਫਿਰ ਅਸੀਂ ਉਹਦੇ ਵਿੱਚ ਮਰਜ ਹੋ ਜਾਵਾਂਗੇ। ਸੋ ਇਸ ਤਰੀਕੇ ਦੇ ਨਾਲ ਗੁਰੂ ਦੀ ਰੌਸ਼ਨੀ ਵਿੱਚ ਚੱਲਦਿਆਂ ਹੋਇਆਂ ਜੀ ਰੱਬ ਦੇ ਵਿੱਚ ਅਭੇਦਤਾ ਹਾਸਲ ਕੀਤੀ ਜਾ ਸਕਦੀ ਹੈ ਜੀ। ਧੰਨਵਾਦ ਵੀਰ ਜੀ। ਅਗਲਾ ਜਿਹੜਾ ਪ੍ਰਸ਼ਨ ਹੈਗਾ ਜੀ ਸਤਨਾਮ ਵੀਰ ਜੀ ਤੁਹਾਡੇ ਲਈ, ਕਿ ਗੁਰਬਾਣੀ ਅਨੁਸਾਰ ਬਿਰਹਾ ਕੀ ਹੈ ਜੀ? ਹਾਂਜੀ ਵੀਰ ਜੀ, ਬਿਰਹਾ ਜੇ ਇੱਕ ਆਪਾਂ ਸਮੌਲ ਡੈਫੀਨੇਸ਼ਨ ਦਈਏ ਗੁਰਬਾਣੀ ਦੇ ਅਕੋਰਡਿੰਗਲੀ, ਮੈਂ ਬਾਅਦ ਚ ਆਉਣਾ ਜੀ। ਬਿਰਹਾ ਹੈਗਾ ਕਿਸੇ ਤੋਂ ਵਿਛੜਨ ਦਾ ਜਿਹੜਾ ਦੁੱਖ ਹੈ, ਆਪਾਂ ਵੀ ਕੈਨ ਸੇ ਪੇਨ ਐਂਡ ਸਫਰਿੰਗ ਆਫ ਸੈਪਰੇਸ਼ਨ। ਮੈਂ ਥੋੜੇ ਜਿਹੇ ਵਿੱਚ ਥੋੜਾ ਜਿਹਾ ਇੱਕ ਨੋਰਮਲ ਗੱਲ ਵੀ ਕਰ ਰਿਹਾ ਵੀ, ਕਿਉਂਕਿ ਬਿਰਹਾ ਤੋਂ ਆਪਾਂ ਨੋਰਮਲ ਜੇ ਆਪਾਂ ਦੇਖੀਏ ਆਮ ਬੋਲ ਚਾਲ ਭਾਸ਼ਾ ਦੇ ਵਿੱਚ, ਕਿਸੇ ਆਪਣੇ ਪਿਆਰੇ ਤੋਂ ਵਿਛੜਨ ਦਾ ਜਿਹੜਾ ਦੁੱਖ ਹੁੰਦਾ ਹੈ, ਉਹਨੂੰ ਆਮ ਬੋਲ ਚਾਲ ਬਿਰਹਾ ਕਹਿੰਦੇ। ਬਿਰਹਾ ਕਾਫੀ ਕਿਸੇ ਲਿਖਤਾਂ ਵਿੱਚ ਬਹੁਤ ਵਾਰੀ ਆਇਆ ਹੈ, ਜਿਵੇਂ ਕੋਈ ਕਵੀ ਨੇ ਆਪਣੇ ਪੋਇਟਰੀ ਨੇ। ਸੋ ਹੁਣ ਜਿਵੇਂ ਮੰਨ ਲਓ ਆਪਣਾ ਲੋਕਡਾਊਨ ਹੋਇਆ, ਇਹਦੇ ਵਿੱਚ ਹੁਣ ਕਈਆਂ ਨੇ ਵਿਚਾਰੇ ਪਰਿਵਾਰ ਤੋਂ ਵਿਛੜੇ ਹੋਏ ਆ। ਕੋਈ ਬੱਚਿਆਂ ਨੂੰ ਮਿਲਣਾ ਚਾਹੁੰਦਾ ਵਾ, ਕੋਈ ਆਪਣੀ ਵਾਈਫ ਨੂੰ ਮਿਲਣਾ ਚਾਹੁੰਦਾ, ਕੋਈ ਪੇਰੈਂਟਸ ਨੂੰ, ਕੋਈ ਫੈਮਿਲੀ ਨੂੰ। ਤੇ ਇਹ ਇੱਕ ਫੈਮਿਲੀ ਤੋਂ ਵਿਛੜਨ ਦਾ ਇੱਕ ਨੋਰਮਲ ਦੁੱਖ ਹੈ, ਜਿਹਦੇ ਵਿੱਚ ਬੰਦਾ ਇੰਨਾ, ਹੁਣ ਜੇ ਮੈਂ ਕਹਿ ਦੇਵਾਂ ਵੀ ਗਿਆਨੀਆਂ ਨੇ ਵੀ ਛੁੱਟੀ ਜਾਣਾ ਤੇ ਲਾਕਡਾਊਨ ਕਰਕੇ ਛੁੱਟੀ ਨਹੀਂ ਜਾ ਸਕੇ, ਤੇ ਇਹ ਫੈਮਿਲੀ ਤੋਂ ਵਿਛੜਨ ਦਾ ਵੀ ਉਹਨਾਂ ਦੇ ਅੰਦਰ ਜਿਹੜਾ ਇਹ ਦੁੱਖ ਵਾ। ਪਰ ਪ੍ਰਮਾਤਮਾ ਗੁਰਬਾਣੀ ਦੇ ਅਕੋਰਡਿੰਗਲੀ ਜਿਹੜਾ ਦੁੱਖ ਹੈ, ਉਹ ਹੈਗਾ ਹੈ ਆਪਣੇ ਪਤੀ ਪਰਮੇਸ਼ਰ ਤੋਂ ਵਿਛੜਨ ਦਾ ਜਿਹੜਾ ਦੁੱਖ ਹੈ, ਉਹਨੂੰ ਗੁਰਬਾਣੀ ਬਿਰਹਾ ਕਹਿੰਦੀ। ਸਭ ਤੋਂ ਪਹਿਲਾਂ ਇਹ ਇਨਸਾਨ ਨੂੰ ਕਦੀ ਰਿਅਲਾਈਜ਼ ਹੀ ਨਹੀਂ ਹੁੰਦਾ ਕਿ ਮੈਂ ਪਰਮਾਤਮਾ ਤੋਂ ਵਿਛੜਿਆ ਹਾਂ। ਤੇ ਜਦੋਂ ਰਿਅਲਾਈਜ਼ ਹੀ ਨਹੀਂ ਹੁੰਦਾ ਤੇ ਉਹਨੂੰ ਇਹ ਪਤਾ ਹੀ ਨਹੀਂ ਲੱਗਦਾ ਦੁੱਖ ਕਦੋਂ ਕਿੱਥੋਂ ਆਏਗਾ, ਬਿਰਹਾ ਪੈਦਾ ਹੀ ਨਹੀਂ ਹੋ ਸਕਦਾ। ਕਿਉਂਕਿ ਗੁਰਬਾਣੀ ਕਹਿੰਦੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ। ਕਿਉਂਕਿ ਗੁਰੂ ਸਾਹਿਬ ਨੂੰ ਪਤਾ ਅਸੀਂ ਵਿਛੜੇ ਹੋਏ ਹਾਂ, ਆਪਣੇ ਰੂਟਸ ਤੋਂ, ਆਪਣੇ ਮੂਲ ਤੋਂ, ਉਸ ਸੁਪਰੀਮ ਪਾਵਰ ਤੋਂ ਵਿਛੜੇ ਹੋਏ ਹਾਂ। ਪਰ ਜੇ ਆਮ ਬੰਦੇ ਨੂੰ ਪੁੱਛੋ, ਹੈਲੋ, ਹਾਂਜੀ, ਜੇ ਹਾਂਜੀ, ਜੇ ਆਮ ਬੰਦੇ ਨੂੰ ਆਪਾਂ ਪੁੱਛੀਏ ਤੇ ਉਹਨੂੰ ਪੁੱਛੋ ਵੀ ਪਰਮਾਤਮਾ ਤੋਂ ਵਿਛੜਨ ਦਾ ਦੁੱਖ ਤੈਨੂੰ ਹੈ, ਉਹ ਕਹੇਗਾ ਨਹੀਂ, ਕਿਉਂਕਿ ਉਹਦੇ ਨਾਲ ਕਦੀ ਪਿਆਰ ਪਿਆ ਹੀ ਨਹੀਂ, ਤੇ ਵਿਛੜਨ ਦਾ ਦੁੱਖ ਕਦੋਂ ਪੈਦਾ ਹੋਏਗਾ। ਸੋ ਗੁਰੂ ਸਾਹਿਬ ਦੇ ਆਪਾਂ ਜੇ ਦੁੱਖ ਦੇਖੀਏ ਪਰਮਾਤਮਾ ਤੋਂ ਵਿਛੜਨ ਦਾ, ਜਿਹਨੂੰ ਆਪਾਂ ਬਿਰਹਾ ਕਹਿੰਦੇ, ਪੇਨ ਐਂਡ ਸਫਰਿੰਗ ਆਫ ਸੈਪਰੇਸ਼ਨ ਫਰੋਮ ਗੋਡ, ਉਹ ਕਹਿੰਦੇ ਆ। ਗੁਰੂ ਸਾਹਿਬ ਕਹਿੰਦੇ, ਮੈਂ ਥੋੜੀ ਜਿਹੀ ਪੰਕਤੀ ਗਾ ਵੀ ਦੇਵਾਂ ਕਿਉਂਕਿ ਟਾਈਮ ਦਾ ਵੀ ਮੈਸੇਜ ਆਇਆ ਹੋਇਆ। ਮਿਲ ਮੇਰੇ ਪ੍ਰੀਤਮਾ ਜੀਓ, ਤੁਧ ਬਿਨ ਖਰੀ ਨੀ ਮਾਣੀ, ਮੈਂ ਨੈਣੀ ਨੀਂਦ ਨਾ ਆਵੇ ਜੀਓ, ਭਾਵੇਂ ਅੰਨ ਨਾ ਪਾਣੀ। ਫਿਰ ਪਾਸ਼ਾ ਕਹਿੰਦੇ,
ਬਿਨ ਦੇਖੇ ਪ੍ਰੀਤਮਾ ਜੀਓ ਹੋ ਰਹਿ ਨਾ ਸਕਾਂ, ਮੈਂ ਨੀਰ ਵਹਿ ਚੱਲੇ ਜੀਓ। ਇਹ ਗੁਰੂ ਸਾਹਿਬ ਦੇ ਨਾਲ, ਗੁਰੂ ਸਾਹਿਬ ਦਾ ਪ੍ਰੇਮ ਉਸ ਪ੍ਰੀਤਮ ਦੇ ਨਾਲ ਹੈ, ਤਾਂ ਹੀ ਮਹਾਰਾਜ ਅੱਖਾਂ ਦੇ ਵਿੱਚੋਂ ਅਥਰੂ ਆਉਂਦੇ ਨੇ। ਉਹਦੇ ਬਿਨਾਂ ਕਹਿੰਦੇ ਮੈਨੂੰ ਕੋਈ ਅੰਨ ਨਹੀਂ ਚੰਗਾ ਲੱਗਦਾ, ਕੋਈ ਚੀਜ਼ ਚੰਗੀ ਨਹੀਂ ਲੱਗਦੀ ਉਹਨੂੰ ਦੇਖਣ ਤੋਂ ਬਿਨਾਂ। ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਪਾਤਸ਼ਾਹ ਇੱਥੋਂ ਤੱਕ ਵੀ ਕਹਿੰਦੇ। ਸੋ ਬਿਰਹਾ ਜਿਹੜਾ ਹੈ ਪਰਮਾਤਮਾ ਤੋਂ, ਆਪਣੇ ਪ੍ਰੀਤਮ ਪਿਆਰੇ ਤੋਂ ਵਿਛੜਨ ਦਾ ਜਿਹੜਾ ਦੁੱਖ ਹੈ, ਉਹਨੂੰ ਗੁਰਬਾਣੀ ਬਿਰਹਾ ਕਹਿੰਦੀ। ਤੇ ਮਹਾਰਾਜ ਬਾਬਾ ਫਰੀਦ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਜਿਹਦੇ ਅੰਦਰ ਇਹ ਬਿਰਹਾ ਪੈਦਾ ਨਹੀਂ ਹੁੰਦਾ, ਉਹ ਤਾਂ ਕਹਿੰਦੇ ਲਾਈਕ ਏ ਡੈਡ ਬੋਡੀ। ਕੀ ਆ? ਲਾਈਕ ਏ ਡੈਡ ਬੋਡੀ। ਪਾਤਸ਼ਾਹ ਕਹਿੰਦੇ ਫਰੀਦਾ ਜਿਤ ਤਨ ਬਿਰਹੋ ਨਾ ਉਪਜੇ, ਸੋ ਤਨ ਜਾਣ ਮਸਾਨ, ਲਾਈਕ ਏ ਕਰਮੇਸ਼ਨ ਹੋ। ਕਹਿੰਦੇ ਜਿਹਦੇ ਅੰਦਰ ਬੋਡੀ ਦੇ ਵਿੱਚ ਦੁੱਖ ਹੀ ਨਹੀਂ ਪਿਆਰੇ ਤੋਂ ਵਿਛੜਨ ਦਾ ਪੈਦਾ ਹੋਇਆ, ਉਹ ਤਾਂ ਇੱਕ ਮਸਾਨ ਦੀ ਤਰ੍ਹਾਂ ਹੈ। ਸੋ ਇਹ ਗੁਰਬਾਣੀ ਦਾ ਕਥਨ ਹੈ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਸਭ ਤੋਂ ਵੱਡੀ ਰੈਮਡੀ ਵੀ ਇਹ ਹੈ, ਪ੍ਰਮਾਤਮਾ ਨੂੰ ਮਿਲਣ ਦਾ ਸਟੈਪ ਆ ਜਿਹੜਾ ਸਾਡੇ ਲਈ ਦਰਵਾਜ਼ੇ ਖੋਲਦਾ, ਉਹ ਬਿਰਹਾ ਹੈ। ਹਾਂਜੀ ਜੀ, ਧੰਨਵਾਦ ਵੀਰ ਜੀ। ਬਹੁਤ ਜਨਮ ਵਿਛੜੇ ਥੇ ਮਾਧੋ, ਠੀਕ ਹੈ ਜੀ। ਇਹ ਰਿਅਲਾਈਜੇਸ਼ਨ ਹੈ ਉਸ ਬਿਰਹੇ ਦੀ। ਬਹੁਤ ਬਹੁਤ ਧੰਨਵਾਦ। ਅਗਲਾ ਪ੍ਰਸ਼ਨ ਜੀ ਗਿਆਨੀ ਸਰਬਜੀਤ ਸਿੰਘ ਜੀ ਲਈ, ਗੁਰਬਾਣੀ ਅਨੁਸਾਰ ਪਾਪ ਕੀ ਹੈ ਜੀ? ਵੀਰ ਜੀ ਸਰਬਜੀਤ ਵੀਰ ਜੀ। ਤੁਸੀਂ ਵੀਰ ਜੀ ਆਪਣੇ ਆਪ ਨੂੰ ਅਨਮਿਊਟ ਕਰੋ ਜੀ, ਸਰਬਜੀਤ ਜੀ। ਸ਼ਾਇਦ ਡਿਸਕਨੈਕਟ ਹੋ ਗਏ ਨੇ ਵੀਰ ਜੀ। ਠੀਕ, ਕੋਈ ਨਹੀਂ, ਅਸੀਂ ਅਗਲੇ ਪ੍ਰਸ਼ਨ ਵੱਲ ਚੱਲਦੇ ਹਾਂ ਜੀ। ਗਿਆਨੀ ਗੁਰਦੀਪ ਸਿੰਘ ਜੀ, ਕਿ ਅੱਜ ਇੱਕ ਕਕਾਰਾਂ ਨੂੰ ਲੈ ਕੇ ਹੈਗਾ ਕਿ ਅੱਜ ਦੇ ਯੁੱਗ ਦੇ ਵਿੱਚ 5 ਕਕਾਰਾਂ ਦੀ ਸਿੱਖੀ ਸਰੂਪ ਦਾ ਜਿਹੜਾ ਸਿੱਖ ਆਇਡੈਂਟੀਟੀ ਦਾ ਜਿਹੜਾ ਹੈਗਾ ਆ ਮੇਨ ਚਿੰਨ੍ਹ, ਉਹਨਾਂ ਦੀ ਕੀ ਮਹਾਨਤਾ, ਰੈਲੇਵੈਂਸ ਕੀ ਹੈਗੀ ਆ? ਤੇ ਨਾਲ ਹੀ ਇਹਦੇ ਕੁਐਸਚਨ ਇੱਕ ਹੈਗਾ ਜੀ ਕਿ ਕਿਉਂਕਿ ਕਈ ਸਿੱਖਾਂ ਦੇ ਮਨ ਦੇ ਵਿੱਚ ਇਹ ਸਵਾਲ ਪੈਦਾ ਹੋ ਚੁੱਕਾ ਆ ਕਿ ਜਿਹੜੀ ਇਹ ਫਾਰਮ ਹੈ ਨਾ ਸਿੱਖੀ ਦੀ, ਇਹ ਰੱਖਣੀ ਬੜੀ ਔਖੀ ਆ। ਇਟਸ ਨਾਟ ਐਨ ਈਜ਼ੀ ਟਾਸਕ, ਕਿ ਜਿਹਦੇ ਕਰਕੇ ਬਹੁਤ ਸਾਰੇ ਜਿਹੜੇ ਹੈਗੇ ਨੇ ਉਹ ਇਸ ਸਰੂਪ ਕਰਕੇ ਸਿੱਖੀ ਦੇ ਵਿੱਚ ਆਉਣ ਤੋਂ ਵਾਂਝੇ ਰਹਿ ਜਾਂਦੇ ਨੇ। ਠੀਕ ਹੈ, ਕਿ ਸਿੱਖੀ ਧਾਰਨ ਕਰਨ ਦੇ ਲਈ ਬਾਹਰੀ ਸਰੂਪ ਦੀ ਕੋਈ ਜ਼ਰੂਰਤ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ, ਜਾਂ ਇਸ ਨੂੰ ਮਤਲਬ ਸਰੂਪ ਨੂੰ ਛੱਡ ਕੇ ਕੀ ਅਸੀਂ ਫਿਊਚਰ ਦੇ ਵਿੱਚ ਸਰਵਾਈਵ ਕਰ ਸਕਦੇ ਹਾਂ? ਜੇ ਕਰ ਸਕਦੇ ਹਾਂ ਤਾਂ ਇਸ ਮੁੱਦੇ ਨੂੰ ਕੌਣ ਤੇ ਕਿਸ ਤਰ੍ਹਾਂ ਨਜਿੱਠੇਗਾ? ਗਿਆਨੀ ਗੁਰਦੀਪ ਸਿੰਘ ਜੀ। ਹਾਂਜੀ, ਸੋ 2 ਸਵਾਲ ਇਕੱਠੇ ਹੋ ਗਏ ਨੇ, ਸੋ 1 ਬਾਈ 1 ਮੈਂ ਜਵਾਬ ਦੇਣਾ ਵਾ। ਸੋ ਪਹਿਲੇ ਨੰਬਰ ਤੇ ਆਈਡੈਂਟਿਟੀ ਨੂੰ ਲੈ ਕੇ ਸਾਨੂੰ ਪਹਿਲਾਂ ਇੱਕ ਗੱਲ ਸਮਝਣੀ ਪਏਗੀ ਵੀ ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜੀ ਪਹਿਚਾਣ ਦਿੱਤੀ ਹੈ, ਉਹ ਪਹਿਚਾਣ ਜਿਹੜੀ ਪਰਮੇਸ਼ਰ ਨੇ, ਪਰਮਾਤਮਾ ਨੇ ਸਾਨੂੰ ਦਿੱਤੀ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਰ। ਸਤਿਗੁਰ ਨੇ ਵੇਖਿਆ ਵੀ ਰੱਬ ਨੇ ਸਾਨੂੰ ਇਹ ਸਰੀਰ ਦਿੱਤਾ ਹੈ ਤੇ ਸਾਨੂੰ ਉਹਦੇ ਹੁਕਮ ਦੇ ਵਿੱਚ ਰਹਿਣਾ ਚਾਹੀਦਾ ਹੈ, ਉਹਦੀ ਰਜ਼ਾ ਦੇ ਵਿੱਚ, ਭਾਣੇ ਦੇ ਵਿੱਚ ਰਹਿਣਾ ਚਾਹੀਦਾ। ਗੱਲ ਆਪਣੇ ਤੋਂ ਸ਼ੁਰੂ ਕਰਨੀ ਪਏਗੀ। ਜਿਸ ਤਰ੍ਹਾਂ ਦਾ ਪ੍ਰਮਾਤਮਾ ਨੇ ਸਾਨੂੰ ਸਰੀਰ ਦਿੱਤਾ ਹੈ, ਅਸੀਂ ਉਸ ਤਰ੍ਹਾਂ ਦਾ ਪ੍ਰਮਾਤਮਾ ਦਾ ਦਿੱਤਾ ਹੋਇਆ ਰੂਪ ਰੱਖਣਾ ਹੈ। ਜੇ ਪ੍ਰਮਾਤਮਾ ਨੇ ਲੋੜ ਸਮਝੀ ਹੱਥ ਪੈਰ ਹੋਣੇ ਚਾਹੀਦੇ ਨੇ, ਰੱਬ ਨੇ ਹੱਥ ਪੈਰ ਲਾ ਦਿੱਤੇ। ਰੱਬ ਨੇ ਲੋੜ ਸਮਝੀ ਅੱਖਾਂ ਹੋਣੀਆਂ ਚਾਹੀਦੀਆਂ ਨੇ, ਅੱਖਾਂ ਦੀਆਂ ਪੁਤਲੀਆਂ ਹੋਣੀਆਂ ਚਾਹੀਦੀਆਂ ਨੇ, ਅੱਖਾਂ ਦੇ ਭਰਵੱਟੇ ਹੋਣੇ ਚਾਹੀਦੇ ਨੇ, ਰੱਬ ਨੇ ਲਾ ਦਿੱਤੇ। ਜੇ ਰੱਬ ਨੇ ਸੋਚਿਆ ਵੀ ਉਂਗਲਾਂ ਦੇ ਉੱਤੇ ਨਹੁੰ ਹੋਣੇ ਚਾਹੀਦੇ ਨੇ, ਰੱਬ ਨੇ ਉਹ ਵੀ ਲਾ ਦਿੱਤੇ। ਇਸੇ ਤਰ੍ਹਾਂ ਰੱਬ ਨੇ ਜੇ ਲੋੜ ਸਮਝੀ ਵੀ ਕੇਸ ਹੋਣੀ ਚਾਹੀਦੇ ਨੇ, ਰੱਬ ਨੇ ਕੇਸ ਲਾ ਦਿੱਤੇ। ਦਾੜੀ ਹੋਣੀ ਚਾਹੀਦੀ ਮਰਦ ਦੇ, ਲਾ ਦਿੱਤੀ। ਔਰਤ ਦੇ ਨਹੀਂ ਹੈ, ਰੱਬ ਨੇ ਲੋੜ ਨਹੀਂ ਸਮਝੀ। ਸੋ ਪਹਿਲੇ ਨੰਬਰ ਤੇ ਇਹ ਜਿਹੜੀ ਸਾਡੇ ਕੋਲ ਫਾਰਮ ਹੈ, ਇਹ ਪ੍ਰਮਾਤਮਾ ਦੀ ਦਿੱਤੀ ਹੋਈ ਹੈ। ਠੀਕ ਹੈ ਜੀ। ਸੋ ਗੁਰੂ ਨਾਨਕ ਸਾਹਿਬ ਜਦੋਂ ਆਏ, ਉਹਨਾਂ ਨੇ ਵੇਖਿਆ ਵੀ ਇਹ ਰੱਬ ਦੀ ਦਿੱਤੀ ਫਾਰਮ ਨੂੰ ਆਪਾਂ ਬਰਕਰਾਰ ਰੱਖੀਏ, ਕਿਉਂਕਿ ਸਾਡਾ ਜਿਹੜਾ ਅਲਟੀਮੇਟ ਗੋਲ ਹੈ ਉਹਦੇ ਵਿੱਚ ਮਰਜ ਹੋਣਾ, ਤੇ ਅਸੀਂ ਉਦੋਂ ਤੱਕ ਮਰਦ ਨਹੀਂ ਹੋ ਸਕਦੇ ਜਦੋਂ ਤੱਕ ਅਸੀਂ ਉਹਦੇ ਹੁਕਮ ਦੇ ਵਿੱਚ ਨਹੀਂ ਚੱਲਾਂਗੇ। ਦੂਸਰਾ ਪੁਆਇੰਟ, ਜਿਸ ਤਰ੍ਹਾਂ ਅੱਜ ਕੱਲ੍ਹ ਵੇਖਦੇ ਆ ਵੀ ਆਰਗੈਨਿਕ ਸਬਜ਼ੀਆਂ ਦੀ ਬੜੀ ਡਿਮਾਂਡ ਹੈ। ਮਨੁੱਖ ਨੇ ਕੀ ਕੀਤਾ ਵੀ ਪਹਿਲਾਂ ਦਵਾਈਆਂ ਤਿਆਰ ਕਰ ਲਈਆਂ, ਕੀਟਨਾਸ਼ਕ ਤਿਆਰ ਕਰ ਲਏ, ਉਹ ਛਿੜਕਾ ਜਦੋਂ ਉਹਨਾਂ ਦੇ ਉੱਤੇ ਕਰਨਾ ਸ਼ੁਰੂ ਕੀਤਾ, ਟੀਕਾ ਲਾ ਕੇ ਰਾਤੋਂ ਰਾਤ ਕੱਦੂ ਵੱਡਾ ਹੋ ਜਾਂਦਾ, ਬੈਂਗਣ ਵੱਡਾ ਹੋ ਜਾਂਦਾ ਰਾਤੋਂ ਰਾਤ। ਤੇ ਬੰਦੇ ਨੇ ਵੇਖਿਆ ਵੀ ਇਹਨਾਂ ਚੀਜ਼ਾਂ ਦਾ ਸਾਈਡ ਇਫੈਕਟ, ਇਹ ਤੇ ਜ਼ਹਿਰ ਹੈ। ਤੇ ਬੰਦੇ ਨੇ ਕੀ ਕੀਤਾ, ਫਿਰ ਕਹਿ ਦਿੱਤਾ ਵੀ ਜਿਹੜੀ ਆਰਗੈਨਿਕ ਸਬਜ਼ੀ ਹੈ, ਜਿਹੜੀ ਨੈਚੁਰਲ ਆਪਣੇ ਆਪ ਪੱਕਦੀ ਹੈ, ਉਹ ਮੈਂ ਖਾਵਾਂ, ਮੈਂ ਤੰਦਰੁਸਤ ਰਵਾਂਗਾ। ਆਰਗੈਨਿਕ ਸਬਜ਼ੀ ਦੀ ਬੜੀ ਡਿਮਾਂਡ ਹੈ। ਆਪਾਂ ਕਹਿੰਦੇ ਇਹ ਆਰਗੈਨਿਕ ਚੀਜ਼ ਹੈ, ਆਰਗੈਨਿਕ ਹੁੰਦੀ ਵੀ ਮਹਿੰਗੀ ਹੈ। ਬੋਡੀ ਨੂੰ ਜਿਸ ਤਰ੍ਹਾਂ ਪ੍ਰਮਾਤਮਾ ਨੇ ਦਿੱਤਾ ਵਾ,
ਉਸ ਤਰ੍ਹਾਂ ਦਾ ਰੱਖਣਾ ਕਹਿ ਸਕਨੇ ਆ ਵੀ ਇੱਕ ਆਰਗੈਨਿਕ ਹੈ ਤੇ ਇਹਦਾ ਮੁੱਲ ਹੈ ਤੇ ਹਰੇਕ ਬੰਦੇ ਵਾਸਤੇ ਰੱਖਣੀ ਔਖੀ ਹੈ। ਹੁਣ ਦੂਸਰੀ ਗੱਲ ਆ ਜਾਂਦੀ ਵੀ ਅੱਜ ਦੇ ਦੌਰ ਦੇ ਵਿੱਚ ਇਹ ਫਾਰਮ ਦੇ ਨਾਲ ਕਿੱਦਾਂ ਸਰਵਾਈਵ ਕਰੀਏ। ਜਦੋਂ ਅਸੀਂ ਬਾਹਰ ਜਾਂਦੇ ਆ, ਜਿਹੜੇ ਨੌਨ ਸਿੱਖ ਨੇ ਸਾਡੇ ਤੇ ਕੁਐਸਚਨ ਕਰਦੇ ਨੇ ਵੀ ਤੁਸੀਂ 21ਵੀਂ ਸਦੀ ਦੇ ਵਿੱਚ 21st ਸੈਂਚੁਰੀ ਦੇ ਵਿੱਚ ਵੀ ਕੀ ਲੋੜ ਕੀ ਹੁੰਦੀ। ਸੋ ਸੰਸਾਰ ਦੇ ਵਿੱਚ ਅਮੀਰੀ ਦੀ ਨਕਲ ਹੈ। ਆਪ ਵੇਖੋਗੇ ਵੀ ਦੁਨੀਆ ਦੇ ਵਿੱਚ ਯੂਰਪ ਦੀ ਨਕਲ ਹੁੰਦੀ ਹੈ। ਜਿਸ ਤਰ੍ਹਾਂ ਦੇ ਅਮੀਰ ਜੋ ਅਮੀਰ ਕਰਦਾ ਗਰੀਬ ਉਹੀ ਕਰੇਗਾ। ਜਿਸ ਤਰ੍ਹਾਂ ਆਪਾਂ ਵੇਖਦੇ ਹਾਂ ਵੀ ਯੂਰਪ ਦੇ ਅੰਦਰ ਜਿਹੜਾ ਫੈਸ਼ਨ ਚੱਲਦਾ ਦੁਨੀਆ ਦੇ ਵਿੱਚ ਉਹ ਫੈਲ ਜਾਂਦਾ ਹੈ। ਜਿਸ ਤਰ੍ਹਾਂ ਦੇ ਅਮੀਰ ਆਪਣੇ ਰਿਵਾਜ ਰੱਖਦੇ ਨੇ ਜਾਂ ਸ਼ਾਨੋ ਸ਼ੌਕਤ ਰੱਖਦੇ ਨੇ, ਗਰੀਬ ਵੀ ਉਹਨੂੰ ਫੋਲੋ ਕਰਦਾ ਹੈ। ਸੋ ਇੱਕ ਅਮੀਰੀ ਦਾ ਰਿਵਾਜ ਸੀ ਵੀ ਜਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਆਪਾਂ ਬਿਨਾਂ ਕੇਸ ਤੋਂ ਰਹਿਣਾ ਜਾਂ ਡਿਫਰੈਂਟ ਟਾਈਪ ਦੇ ਕੱਟ ਰੱਖਣੇ, ਇੱਕ ਅਮੀਰੀ ਦਾ ਰਿਵਾਜ ਸੀ ਤੇ ਗਰੀਬ ਨੇ ਉਹਨੂੰ ਫੋਲੋ ਕੀਤਾ ਹੈ। ਗਰੀਬ ਦੇਸ਼ਾਂ ਨੇ, ਗਰੀਬ ਕਮਿਊਨਿਟੀਆਂ ਨੇ ਉਹਨੂੰ ਫੋਲੋ ਕੀਤਾ ਹੈ। ਤੇ ਗੁਰੂ ਸਾਹਿਬ ਨੇ ਦੱਸਿਆ ਵੀ ਤੂੰ ਕਿਸੇ ਦੀ ਰੀਸ ਨਹੀਂ ਕਰਨੀ, ਤੇਰੇ ਕੋਲ ਆਪਣੀ ਫਾਰਮ ਹੋਣੀ ਚਾਹੀਦੀ ਹੈ। ਤੀਸਰਾ ਮੇਰਾ ਨੁਕਤਾ ਹੈ, ਦੋ ਸ਼ਬਦ ਨੇ, ਕੁਆਲਿਟੀ ਐਂਡ ਕੁਆਂਟੀਟੀ। ਜਦੋਂ ਵੀ ਸਾਨੂੰ ਕੁਆਲਿਟੀ ਦੇਣੀ ਹੈ ਉਹਦੇ ਵਾਸਤੇ ਐਫਰਟ ਦੀ ਲੋੜ ਹੈ, ਉਦਮ ਦੀ ਲੋੜ ਹੈ, ਟਾਈਮ ਸਪੈਂਡ ਕਰਨਾ ਪਏਗਾ, ਫਿਰ ਕੁਆਲਿਟੀ ਜਿਹੜੀ ਪ੍ਰੋਡਿਊਸ ਹੁੰਦੀ ਹੈ। ਸਾਡਾ ਜਿਹੜਾ ਧਰਮ ਹੈ ਉਹ ਕੁਆਲਿਟੀ ਵਾਲਾ ਵਾ। ਅਸੀਂ ਹੈ ਥੋੜੇ ਆ, 30 ਮਿਲੀਅਨ ਕਿਹਾ ਜਾਂਦਾ ਵਾ, ਪਰ ਗੁਰੂ ਨੇ ਸਾਡੇ ਵਿੱਚ ਕੁਆਲਿਟੀ ਪਾਈ ਹੈ ਤੇ ਸੰਸਾਰ ਵਿੱਚ ਜਿਹੜੀ ਕੁਆਲਿਟੀ ਵਾਲੀ ਚੀਜ਼ ਹਮੇਸ਼ਾ ਘੱਟ ਹੋਏਗੀ। ਗੁਰੂ ਨੇ ਕਦੀ ਕੁਆਂਟੀਟੀ ਤੇ ਫੋਕਸ ਨਹੀਂ ਕੀਤਾ, ਕੁਆਲਿਟੀ ਦੀ ਗੱਲ ਕੀਤੀ ਹੈ। ਜਦੋਂ ਵੀ ਗੱਲ ਕੀਤੀ ਕੁਆਲਿਟੀ ਦੀ, ਸੋ ਕੁਆਲਿਟੀ ਹਰੇਕ ਬੰਦਾ ਪ੍ਰੋਡਿਊਸ ਵੀ ਨਹੀਂ ਕਰ ਸਕਦਾ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਜਦੋਂ ਕੋਈ ਗੱਲ ਕਰਦਾ ਹੈ, ਇਹ ਸਾਡੇ ਗੁਰੂ ਨੇ ਦਾਤ ਦਿੱਤੀ, ਬੜੀ ਦੂਰ ਅੰਦੇਸ਼ੀ ਨਾਲ ਦਾਤ ਦਿੱਤੀ। ਸਾਡਾ ਗੁਰੂ ਬੜਾ ਸਿਆਣਾ ਸੀ। ਗੁਰੂ ਨਾਨਕ ਸਾਹਿਬ ਬੜੇ ਵੌਇਸ ਸਨ। ਜੋ ਉਹਨਾਂ ਨੇ ਸਾਨੂੰ ਫਾਰਮ ਦਿੱਤੀ, ਆਇਡੈਂਟੀਟੀ ਦਿੱਤੀ ਹੈ। ਸੋ ਅਸੀਂ ਦੂਸਰੇ ਨੂੰ ਸਮਝਾਈਏ ਵੀ ਅਸੀਂ ਕਿਉਂ ਰੱਖਦੇ ਹਾਂ, ਉਹਦੀ ਵੈਲਿਊ ਦੱਸੀਏ, ਉਹਦੀ ਸਿਗਨੀਫੀਕੈਂਸ ਦੱਸੀਏ, ਤਾਂ ਜੋ ਦੂਸਰਾ ਬੰਦਾ ਵੀ ਉਹ ਕਹਿ ਸਕੇ ਵੀ ਹਾਂ ਵੀ ਇਹ ਕੁਦਰਤ ਨਾਲ ਜੀਂਦੇ ਨੇ, ਇਹ ਨੈਚੁਰਲ ਇੱਕ ਫਾਰਮ ਹੈ, ਪ੍ਰਮਾਤਮਾ ਦੇ ਵੱਲੋਂ ਦਿੱਤੀ ਹੋਈ ਫਾਰਮ ਹੈ। ਮੀਨਸ ਕਿ ਜੇ ਐਗਜ਼ਾਮਪਲ ਲਈਏ, ਕੈਨੇਡਾ ਦੇ ਵਿੱਚ ਹਰਜੀਤ ਸਿੰਘ ਸੱਜਣ ਨੇ ਆਪਣੇ, ਉਹ ਕੈਨੇਡਾ ਦੇ ਡਿਫੈਂਸ ਮੰਤਰੀ ਨੇ, ਉਹ ਸਾਬਤ ਸੂਰਤ ਨੇ, ਜਿਹੜੇ ਤਕਰੀਬਨ 20 MP ਨੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ। ਆਪਾਂ ਕਹਿ ਸਕਦੇ ਆ ਵੀ ਉਹ ਪੰਜਾਬੀ ਨੇ ਤੇ ਬਹੁਤੇ ਉਹਨਾਂ ਦੇ ਵਿੱਚੋਂ ਪੱਗ ਵਾਲੇ ਨੇ, ਬਹੁਤੇ ਉਹਨਾਂ ਦੇ ਵਿੱਚੋਂ ਸਾਬਤ ਸੂਰਤ ਨੇ। ਇੰਗਲੈਂਡ ਦੇ ਵਿੱਚ ਵੀ ਸਾਡੇ ਇੱਕ MP ਹੈ ਨੇ। ਤੇ ਕਹਿਣਾ ਪਏਗਾ ਵੀ ਜਦੋਂ ਅਸੀਂ ਗੁਰੂ ਦਾ ਭਰੋਸਾ ਲੈ ਕੇ ਤੁਰਾਂਗੇ, ਵਿਸ਼ਵਾਸ ਲੈ ਕੇ ਤੁਰਾਂਗੇ, ਫਿਰ ਸਾਨੂੰ ਕਿਤੇ ਅੜਚਨ ਨਹੀਂ ਆਏਗੀ। ਇਹ ਸੀ ਪਹਿਲੇ ਸਵਾਲ ਦਾ ਜਵਾਬ। ਦੂਸਰਾ, 5 ਕਕਾਰਾਂ ਵਾਲਾ। ਕਕਾਰ ਜਿਹੜੇ ਨੇ ਉਹ ਚਿੰਨ੍ਹ ਨੇ। ਸੰਸਾਰ ਦੇ ਵਿੱਚ ਚਿੰਨ੍ਹਾਂ ਦੀ ਭਾਸ਼ਾ ਵਰਤੀ ਜਾਂਦੀ। ਤੁਸੀਂ ਏਅਰਪੋਰਟ ਤੇ ਜਾਓ, ਚਿੰਨ੍ਹ ਵੇਖੋਗੇ, ਕਿਤੇ ਹਸਪੀਟਲ ਚਲੇ ਗਏ, ਯੂਨੀਵਰਸਿਟੀ ਚਲੇ ਗਏ, ਸਾਰੇ ਪਾਸੇ ਚਿੰਨ੍ਹ ਨੇ। ਚਿੰਨ੍ਹ ਬੋਲਦੇ ਨਹੀਂ, ਬਿਨਾਂ ਬੋਲਣ ਤੋਂ ਬੜਾ ਕੁਝ ਦੱਸ ਜਾਂਦੇ ਨੇ। ਇਹ ਜਿਹੜੇ ਚਿੰਨ੍ਹ ਪਾਏ ਨੇ, ਕੜਾ, ਕਛਹਿਰਾ, ਕੰਘਾ, ਇਹ ਰਿਮਾਈਂਡਰ ਨੇ, ਸਾਨੂੰ ਕੁਝ ਚੇਤਾ ਕਰਵਾਉਂਦੇ ਨੇ। ਹੁਣ ਸਾਡੇ ਕੋਲ ਆਪਣਾ ਮੋਬਾਈਲ ਹੋਏਗਾ, ਅਸੀਂ ਆਪਣੇ ਮੋਬਾਈਲ ਦੇ ਉੱਤੇ ਰਿਮਾਈਂਡਰ ਲਾ ਲੈਂਦੇ ਹਾਂ, ਇੰਨੇ ਵਜੇ ਉੱਠਣਾ ਹੈ, ਇੰਨੇ ਵਜੇ ਮੀਟਿੰਗ ਕਰਨੀ, ਰਿਮਾਈਂਡਰ ਹੈ। ਹੱਥ ਵਿੱਚ ਜਿਹੜਾ ਕੜਾ ਪਾਇਆ ਉਹ ਰਿਮਾਈਂਡਰ ਹੈ, ਉਹ 24 ਆਵਰਸ ਦਾ ਰਿਮਾਈਂਡਰ ਹੈ ਵੀ ਤੂੰ ਹੱਥਾਂ ਨਾਲ ਕਦੇ ਗਲਤ ਕੰਮ ਹੀ ਨਹੀਂ ਕਰਨਾ, ਹੱਥਾਂ ਨਾਲ ਮਾੜਾ ਹੀ ਨਹੀਂ ਕਰਨਾ। ਜਿਹੜਾ ਕਛਹਿਰਾ ਪਾਇਆ ਉਹ ਰਿਮਾਈਂਡਰ ਵੀ ਤੇਰਾ ਕਰੈਕਟਰ ਨੋਬਲ ਹੋਣਾ ਚਾਹੀਦਾ, ਉੱਚਾ ਸੁੱਚੇ ਕਰੈਕਟਰ ਦਾ ਤੂੰ ਮਾਲਕ ਹੋਏ। ਜਿਹੜੇ ਕੇਸ ਨੇ ਉਹ ਇੱਕ ਰਿਮਾਈਂਡਰ ਨੇ, ਤੂੰ ਨੈਚੁਰਲ ਲਾਈਫ ਜੀਣੀ ਹੈ, ਰੱਬ ਦੇ ਹੁਕਮ ਦੇ ਵਿੱਚ ਰਹਿਣਾ ਹੈ। ਸੋ ਜਿਹੜੇ 5 ਕਕਾਰ ਨੇ ਇਹ ਰਿਮਾਈਂਡਰ ਨੇ ਸਾਡੇ, ਇਹ ਗੁਰੂ ਨੇ ਸਾਨੂੰ ਪਰਮਾਨੈਂਟ ਰਿਮਾਈਂਡਰ ਦਿੱਤੇ ਨੇ। ਜੇ ਇਸ ਪਰਸਪੈਕਟਿਵ ਨਾਲ ਲਵਾਂਗੇ ਆਪਾਂ ਤੇ ਫਿਰ ਤੇ ਬਹੁਤ ਵਧੀਆ ਵੀ ਗੁਰੂ ਨੇ 5 ਰਿਮਾਈਂਡਰ ਦਿੱਤੇ ਨੇ ਵੀ ਇਹ ਕੰਮ ਨਹੀਂ ਕਰਨੇ। ਤੇ ਜੇ ਅਸੀਂ ਨੈਗੇਟਿਵ ਵੇ ਦੇ ਨਾਲ ਲੈਂਦੇ ਹਾਂ ਵੀ ਇਹ ਬੋਝ ਹੈ, ਤੇ ਫਿਰ ਆਪਾਂ ਕੁਝ ਕਹਿ ਨਹੀਂ ਸਕਦੇ। ਗੁਰੂ ਨਾਨਕ ਸਾਹਿਬ ਸਤਿਗੁਰਾਂ ਦੇ ਵੇਲੇ ਵੀ ਬੜੇ ਲੋਕ ਸਨ ਜਿਹੜੇ ਉਹਨਾਂ ਦੀ ਆਈਡੀਓਲੋਜੀ ਦੇ ਨਾਲ ਸਹਿਮਤ ਨਹੀਂ ਹੋਏ। ਇੱਥੇ ਆ ਕਰਕੇ ਫਿਰ ਇੱਕ ਵਚਨ ਢੁਕਦਾ, ਮਨ ਮਾਨੇ ਲੋਗ ਨਾ ਭਤੀਜੈ, ਨਾ ਭਤੀਜੈ ਤੋ ਕਿਆ ਕੀਜੈ। ਕਬੀਰ ਸਾਹਿਬ ਕਹਿੰਦੇ ਮੇਰਾ ਮਨ ਰੱਬ ਨਾਲ ਮੰਨ ਗਿਆ, ਤੇ ਲੋਕੀ ਕਹਿੰਦੇ ਸਾਨੂੰ ਤੇ ਯਕੀਨ ਨਹੀਂ ਹੈਗਾ। ਕਬੀਰ ਸਾਹਿਬ ਕਹਿੰਦੇ ਨਾ ਭਤੀਜੈ ਤੋ ਕਿਆ ਕੀਜੈ, ਵੀ ਹੁਣ ਨਹੀਂ, ਮੇਰਾ ਮਨ ਮੰਨ ਗਿਆ, ਜੇ ਤੁਹਾਨੂੰ ਯਕੀਨ ਨਹੀਂ ਹੁੰਦਾ ਕੁਝ ਨਹੀਂ ਕਰ ਸਕਦੇ। ਸੋ ਸਤਿਗੁਰਾਂ ਦੇ ਵੇਲੇ ਵੀ ਇਹ ਸਨ। ਸਾਨੂੰ ਚਾਹੀਦਾ ਬਜਾਏ ਕਿ ਅਸੀਂ ਆਪਣੀ ਆਈਡੈਂਟਿਟੀ ਨੂੰ ਛੁਪਾਈਏ, ਉਹਨੂੰ ਇਰਰੈਲੇਵੈਂਟ ਦੱਸੀਏ, ਅਸੀਂ ਆਪਣੀ ਆਈਡੈਂਟਿਟੀ ਦੀ ਵੈਲਿਊ ਦੁਨੀਆ ਦੇ ਸਾਹਮਣੇ ਰੱਖੀਏ। ਜਦੋਂ ਆਪਾਂ ਹੋਰ ਸਭ ਵੇਖਾਂਗੇ, ਹੁਣ ਫਰਾਂਸ ਦੇ ਵਿੱਚ ਉਹ ਜਿਹੜਾ ਸਾਡਾ ਇੱਕ ਸਿੱਖ ਬਣਿਆ ਵਾ ਦਸਤਾਰਧਾਰੀ, ਮੈਂ ਨਾਂ ਭੁੱਲ ਗਿਆ, ਉਹ ਕਹਿੰਦੇ ਵੀ ਉਹਨੂੰ ਪੱਗ ਤੋਂ ਉਸੇ ਕਾਲਜ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਉਹ ਜਿਹੜਾ ਸਿੱਖ ਸੀ ਵੀ ਉਹਨੂੰ ਪੱਗ ਬੰਨਣ ਦੇ ਕਰਕੇ ਉਹ ਹੁਣ ਉੱਥੇ ਮੇਅਰ ਬਣ ਗਿਆ ਵਾ।
ਸੋ ਉਹਨੇ ਗੁਰੂ ਦੀ ਜਿਹੜੀ ਸਿੱਖੀ ਛੱਡੀ ਨਹੀਂ, ਤੇ ਅੱਜ ਉਸੇ ਸ਼ਹਿਰ ਦੇ ਵਿੱਚ, ਫਰਾਂਸ ਦੇ ਸ਼ਹਿਰ ਦੇ ਵਿੱਚ ਉੱਥੋਂ ਦਾ ਉਹ ਕਰੇ ਕਾਉਂਸਲਰ ਬਣਿਆ ਜਾਂ ਮੇਅਰ ਬਣਿਆ ਵਾ। ਸੋ ਇੱਕ ਭਰੋਸਾ ਲੈ ਕਰਕੇ ਜੇ ਸਿੱਖ ਚੱਲੇਗਾ ਤੇ ਹਰੇਕ ਮੁਕਾਮ ਦੇ ਵਿੱਚ, ਹਰੇਕ ਮੈਦਾਨ ਦੇ ਵਿੱਚ ਫਤਿਹ ਹੋਏਗੀ। ਹਾਂਜੀ, ਧੰਨਵਾਦ ਗਿਆਨੀ ਜੀ, ਬਹੁਤ ਬਹੁਤ। ਸਾਧ ਸੰਗਤ ਜੀ, ਇਹ ਪਿਆਰ ਦਾ ਰਸਤਾ ਜੀ, ਜੇ ਗੁਰੂ ਨਾਲ ਪਿਆਰ ਹੋਏ ਤੇ ਗੁਰੂ ਦਾ ਹਰ ਹੁਕਮ ਪਿਆਰਾ ਲੱਗਦਾ ਆ। ਤੇ ਇੱਥੇ ਨਾਲ ਹੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹਾਂ, ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਹੁਕਮ ਸੀ, ਸਭ ਸਿੱਖਣ ਕੋ ਹੁਕਮ ਹੈ। ਤੇ ਜਿਹੜੀ ਸਾਡੀ ਆਇਡੈਂਟੀਟੀ ਆ, ਇਹ ਵੀ ਉਸ ਗੁਰੂ ਦਾ ਹੁਕਮ ਆ। ਅਸੀਂ ਕਸਟਮਾਈਜ਼ ਨਹੀਂ ਕਰ ਸਕਦੇ, ਅਸੀਂ ਸਿਲੈਕਟਿਵ ਨਹੀਂ ਹੋ ਸਕਦੇ ਕਿ ਗੁਰੂ ਪਾਤਸ਼ਾਹ ਜੀ ਓਕੇ ਆਈ ਵਿਲ ਓਬੇ ਦਿਸ ਹੁਕਮ ਤੇ ਦੂਸਰੇ ਨੂੰ ਨਹੀਂ ਮੰਨਾਂਗਾ। ਠੀਕ ਹੈ, ਡੋਂਟ ਬੀ ਸਿਲੈਕਟਿਵ। ਸੋ ਵੀ ਨੀਡ ਟੂ ਮੀਨਸ rethink about all these things, and we need to feel proud about our identity. ਠੀਕ ਹੈ, ਜੇ ਨਹੀਂ ਹੈਗੇ ਤੇ ਸਿੰਪਲ ਦੀ ਗੱਲ ਆ, ਇਹ ਨਹੀਂ ਕਹਿਣਾ ਸਾਧ ਸੰਗਤ ਜੀ it is not important, ਇਹ ਕਦੀ ਨਹੀਂ ਕਹਿਣਾ, ਇਹ ਕਹਿਣਾ I am not ready yet। ਸਿੰਪਲ ਜੀ ਗੱਲ ਹੈ। ਇਸ ਗੱਲ ਨੂੰ ਕਹਿ ਕੇ ਆਪਾਂ ਅੱਗੇ ਚੱਲੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਗਿਆਨੀ ਗੁਰਦੀਪ ਸਿੰਘ ਜੀ। ਸਰਬਜੀਤ ਵੀਰ ਜੀ ਸਾਡੇ ਨਾਲ ਫਿਰ ਜੁੜ ਚੁੱਕੇ ਨੇ। ਵੀਰ ਜੀ, ਤੁਹਾਡੇ ਲਈ ਜਿਹੜਾ ਪ੍ਰਸ਼ਨ ਸੀ ਕਿ ਗੁਰਬਾਣੀ ਅਨੁਸਾਰ ਪਾਪ ਕੀ ਹੈ, ਇਸ ਬਾਰੇ ਪਲੀਜ਼ ਤੁਸੀਂ ਆਪਣੇ ਵਿਚਾਰ ਸਾਂਝੇ ਕਰੋ। ਮਾਫ ਕਰਨਾ ਜੀ, ਇੰਟਰਨੈਟ ਦੀ ਕੋਈ ਪ੍ਰੋਬਲਮ ਆ ਗਈ ਸੀ ਜਿਹਦੇ ਕਰਕੇ। ਕੋਈ ਗੱਲ ਨਹੀਂ ਵੀਰ ਜੀ, ਕੋਈ ਗੱਲ। ਹਾਂਜੀ, ਗੁਰਬਾਣੀ ਅਨੁਸਾਰ ਜੀਵ ਦੇ, ਇਨਸਾਨ ਦੇ ਆਪਣੇ ਹੀ ਕੀਤੇ ਹੋਏ ਕਰਮਾਂ ਤੋਂ ਪਾਪ ਤੇ ਪੁੰਨ ਬਣਦੇ ਆ। 3 ਤਰ੍ਹਾਂ ਦੇ ਇਨਸਾਨ ਕਰਮ ਕਰਦਾ ਏ। ਗੁਰਬਾਣੀ ਦਾ ਫਰਮਾਨ ਹੈ, ਗੁਰੂ ਤੇਗ ਬਹਾਦਰ ਸਾਹਿਬ ਜੀ ਲਿਖਦੇ ਨੇ, ਕਹਿੰਦੇ ਨੇ, ਅਬ ਮੈਂ ਕੌਣ ਉਪਾਉ ਕਰੂੰ, ਜਿਹ ਬਿਦ ਮਨ ਕੋ ਸੰਸਾ ਚੁਕੇ ਭਉ ਨਿਤ ਪਾਰ ਪਰੋਂ। ਇਸੇ ਸ਼ਬਦ ਦੇ ਅੱਗੇ ਜਾ ਕੇ ਮਾਲਕ ਜੀ ਨੇ ਗੱਲ ਕੀਤੀ, ਕਹਿੰਦੇ ਨੇ, ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜਿਹੋ ਜੀ ਸੋਚ ਧਰੋਂ। ਇੱਥੇ 3 ਤਰ੍ਹਾਂ ਦੇ ਜਿਹੜੇ ਕਰਮ ਨੇ ਉਹਨਾਂ ਦਾ ਜ਼ਿਕਰ ਕੀਤਾ। ਕਹਿੰਦੇ ਨੇ, ਇੱਕ ਹੁੰਦੇ ਮਾਨਸਿਕ ਕਰਮ, ਜਿਹੜੇ ਮਨ ਦੇ ਨਾਲ ਕੀਤੇ ਜਾਂਦੇ ਨੇ। ਮਨ ਦੇ ਵਿੱਚ ਆਪਾਂ ਕੁਝ ਵੀ ਸੋਚਦੇ ਹਾਂ, ਜੇ ਚੰਗਾ ਸੋਚਿਆ ਉਹ ਆਪਣਾ ਬੀਜ ਬੀਜਿਆ ਗਿਆ, ਜੇ ਮਾੜਾ ਸੋਚਿਆ ਉਹ ਪਾਪ ਦੇ ਰੂਪ ਦੇ ਵਿੱਚ ਬੀਜਿਆ ਗਿਆ। ਜੋ ਆਪਾਂ ਮਾਨਸਿਕ ਤੌਰ ਤੇ, ਮਾਨਸਿਕ ਕਰਮ ਇਹਨਾਂ ਨੂੰ ਕਹਿੰਦੇ, ਜੋ ਆਪਾਂ ਮਨ ਦੇ ਵਿੱਚ ਸੋਚਦੇ ਹਾਂ। ਦੂਸਰੇ ਹੁੰਦੇ ਆ ਬਚ ਕਰਮ, ਜਿਹੜੇ ਆਪਾਂ ਜ਼ੁਬਾਨ ਦੇ ਨਾਲ ਬੋਲਦੇ ਹਾਂ। ਤੀਸਰੇ ਨੇ ਸਰੀਰਕ ਕਰਮ, ਜਿਹੜੇ ਸਰੀਰ ਦੇ ਨਾਲ ਕੀਤੇ ਜਾਂਦੇ ਨੇ। ਪਰ ਇੱਕ ਗੱਲ ਚੇਤੇ ਰੱਖੀਏ, ਜਿਹੜੇ ਜ਼ੁਬਾਨ ਦੇ ਤੇ ਸਰੀਰ ਦੇ ਕੀਤੇ ਹੋਏ ਕਰਮ ਨੇ ਉਹ ਦੁਨੀਆ ਦੀ ਪਕੜ ਦੇ ਵਿੱਚ ਆ ਜਾਂਦੇ ਨੇ। ਆਪਾਂ ਕੁਝ ਕਿਸੇ ਨੂੰ ਮਾੜਾ ਬੋਲਾਂਗੇ ਜਾਂ ਚੰਗਾ ਬੋਲਾਂਗੇ, ਉਹ ਸੁਣ ਰਿਹਾ ਹੈ, ਠੀਕ ਹੈ ਨਾ ਜੀ। ਜੋ ਸਰੀਰ ਦੇ ਨਾਲ ਜਿਹੜਾ ਕਰਮ ਆਪਾਂ ਕਰਦੇ ਆ ਉਹ ਦੁਨੀਆ ਵੇਖ ਰਹੀ ਹੈ। ਕਹਿੰਦੇ ਨੇ, ਜਿਹੜੇ ਜ਼ੁਬਾਨ ਦੇ ਤੇ ਸਰੀਰ ਦੇ ਕੀਤੇ ਹੋਏ ਕਰਮ ਨੇ ਉਹ ਦੁਨੀਆ ਦੀ ਪਕੜ ਦੇ ਵਿੱਚ ਆ ਜਾਂਦੇ ਨੇ, ਪਰ ਜਿਹੜੇ ਮਨ ਦੇ ਨਾਲ ਕੀਤੇ ਹੋਏ ਕਰਮ ਆ ਉਹ ਪਕੜ ਦੇ ਵਿੱਚ ਨਹੀਂ ਆਉਂਦੇ। ਤਾਂ ਹੀ ਬਾਣੀ ਦਾ ਫਰਮਾਨ ਹੈ, ਮਾਲਕ ਜੀ ਕਹਿੰਦੇ ਨੇ, ਦੇ ਕਿਵਾੜ ਅਨਕ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੇ। ਜਿਹੜੇ ਤਾਂ ਸਰੀਰ ਦੇ ਨਾਲ ਤੇ ਜ਼ੁਬਾਨ ਦੇ ਨਾਲ ਕੀਤੇ ਕਰਮ ਸੀ ਉਹ ਅਪਰਾਧ ਬਣ ਗਏ, ਉਹਨਾਂ ਦੀ ਸਜ਼ਾ ਵੀ ਦਿੱਤੀ ਜਾਂਦੀ ਹੈ। ਕਈ ਵਾਰੀ ਕੀ ਹੁੰਦਾ ਕਿ ਕੋਈ ਤਕੜਾ ਹੈ, ਉਹ ਆਪਣੇ ਬਾਹੂਬਲ ਦੇ ਨਾਲ ਰਾਜਨੀਤਿਕ ਤੌਰ ਤੇ ਉਹਨਾਂ ਕੀਤੇ ਹੋਏ ਪਾਪਾਂ ਤੇ ਪਰਦਾ ਵੀ ਪਾ ਸਕਦਾ, ਆਪਣੇ ਕੀਤੇ ਹੋਏ ਅਪਰਾਧਾਂ ਤੇ। ਪਰ ਜਿਹੜੇ ਮਨ ਦੇ ਨਾਲ ਕੀਤੇ ਕਰਮ ਨੇ ਉਹ ਸਾਧ ਸੰਗਤ ਜੀ ਉਹ ਪਾਪ ਬਣ ਜਾਂਦੇ ਨੇ। ਮਨ ਦੇ ਵਿੱਚ ਆਪਾਂ ਕੋਈ ਵੀ ਕਰਮ ਸੋਚਿਆ ਉਹ ਪਾਪ ਦਾ ਬੀਜ ਪੈਦਾ ਹੋ ਗਿਆ। ਤਾਂ ਹੀ ਮਾਲਕ ਜੀ ਕਹਿੰਦੇ ਨੇ, ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਓ। ਹਰ ਰੋਜ਼ ਆਪਾਂ ਬਾਣੀ ਦੇ ਵਿੱਚ ਪੜ੍ਹਦੇ, ਜਿਹੜੇ ਪਾਪ ਤੇ ਪੁੰਨ ਨੇ ਕਹਿਣ ਮਾਤਰ ਨਹੀਂ, ਇਹ ਇਨਸਾਨ ਦੀ ਸੋਚ ਤੇ ਡਿਪੈਂਡ ਕਰਦਾ। ਸੋਚ ਤੋਂ ਹੀ ਇਹਦੇ ਕਰਮ ਬਣਦੇ ਨੇ, ਸੋਚ ਤੋਂ ਹੀ ਇਹਦੇ ਪਾਪ ਤੇ ਪੁੰਨ ਨੇ ਜਿਹੜੇ ਉਹ ਅੱਗੇ ਆਉਂਦੇ ਨੇ। ਤਾਂ ਹੀ ਮਾਲਕ ਜੀ ਨੇ ਪਾਪੀਆਂ ਦਾ ਜ਼ਿਕਰ ਵੀ ਬਾਣੀ ਦੇ ਵਿੱਚ, ਦੇਖੋ ਕਿੰਨੀਆਂ ਪੰਕਤੀਆਂ ਆਪਾਂ ਪੜ੍ਹਦੇ ਹਾਂ ਕਿ ਜਿਹੜੇ ਇਨਸਾਨ ਪਾਪ ਕਰਦੇ ਨੇ, ਪਾਪੀਆਂ ਦੀ ਹਾਲਤ ਵੀ ਉਹਨਾਂ ਨੇ ਦੱਸੀ ਹੈ। ਬੜੇ ਬਚਨੇ ਆਉਂਦੇ ਨੇ, ਕਹਿੰਦੇ ਨੇ, ਪਾਪੀ ਕਰਮ ਕਮਾਮਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਧਾਣੀਆਂ ਤਿਉਂ ਮੱਥੇ ਧਰਮ ਰਾਏ। ਇੱਕ ਬਚਨ ਆਪਾਂ ਹੋਰ ਪੜ੍ਹਦੇ ਹਾਂ, ਪਾਪ ਕਮਾਮਦਿਆ ਤੇਰਾ ਕੋਈ ਨਾ ਬੇਲੀ ਰਾਮ, ਕਿ ਜਦੋਂ ਇਨਸਾਨ ਪਾਪ ਕਰਦਾ ਹੈ ਉਹਦਾ ਬੇਲੀ ਕਿਸੇ ਨੇ ਨਹੀਂ ਬਣਨਾ। ਇਸ ਕਰਕੇ ਜਦੋਂ ਵੀ ਆਪਾਂ ਕੋਈ ਵੀ ਕਰਮ ਕਰਨਾ ਹੈ ਉਹਨੂੰ ਸੋਚ ਕੇ ਆਪਾਂ ਕਰਮ ਕਰਨਾ। ਤਾਂ ਹੀ ਮਾਲਕ ਜੀ ਨੇ ਬਾਣੀ ਦੇ ਵਿੱਚ ਆਖਿਆ, ਜਿਤ ਕੀਤਾ ਪਾਈਏ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਏ, ਮੰਦਾ ਮੂਲ ਨਾ ਕੀਚਈਦੇ, ਲੰਮੀ ਨਦਰ ਨਿਹਾਲੀਏ। ਜਦੋਂ ਕੋਈ ਵੀ ਕਰਮ ਕਰਨ ਲੱਗੇ ਆ ਉਹ ਇੱਕ ਵਾਰੀ ਆਪਾਂ ਨੂੰ ਜ਼ਰੂਰ ਲੰਮੀ ਨਿਗਾਹ ਭਾਵ ਸੋਚਣਾ ਚਾਹੀਦਾ, ਜਿਹੜਾ ਕਰਮ ਮੈਂ ਕਰ ਰਿਹਾ ਇਹਦਾ ਫਲ ਇੱਕ ਨਾ ਇੱਕ ਦਿਨ ਮੈਨੂੰ ਹੀ ਪ੍ਰਾਪਤ ਹੋਣਾ ਹੈ। ਇਸ ਕਰਕੇ ਕਰਮ ਕਰਨ ਤੋਂ ਪਹਿਲਾਂ ਸਾਨੂੰ ਇੱਕ ਵਾਰੀ ਸੋਚਣ ਦੀ ਜ਼ਰੂਰਤ ਹੈ
ਤੇ ਬਾਣੀ ਦੇ ਅਨੁਸਾਰ ਜਿਹੜਾ ਪਾਪ ਹੈ ਆਪਣੀ ਸੋਚ ਦੇ ਵਿੱਚੋਂ ਹੀ ਜਿਹੜਾ ਪਾਪ ਹੈ ਉਹ ਜਨਮ ਲੈਂਦਾ। ਜੇ ਕਿਸੇ ਦੇ ਪ੍ਰਥਾਏ ਆਪਾਂ ਮਾੜਾ ਸੋਚਿਆ ਉਹ ਸਮਝੋ ਪਾਪ ਦਾ ਬੀਜ ਹੈ, ਉਹ ਬੀਜਿਆ ਗਿਆ। ਜੇ ਕੋਈ ਆਪਾਂ ਮਨ ਦੇ ਵਿੱਚ ਚੰਗਾ ਸੋਚ ਲਿਆ ਉਹ ਹੈ ਆਪਾਂ ਪੁੰਨ ਦਾ ਬੀਜ ਬੀਜ ਦਿੱਤਾ ਤੇ ਇਹਦਾ ਫਲ ਆਪਾਂ ਨੂੰ ਆਪ ਨੂੰ ਹੀ ਮਿਲਣਾ। ਹਾਂਜੀ, ਧੰਨਵਾਦ ਵੀਰ ਜੀ। ਕਬੀਰ ਮਨ ਜਾਣੇ ਸਭ ਹੀ ਬਾਤ, ਜਾਣਤ ਹੀ ਔਗਣ ਕਰੇ। ਮਨ ਨੂੰ ਪਤਾ ਆ ਚੰਗਾ ਕੀ ਆ, ਬੁਰਾ ਕੀ ਆ, ਪਾਪ ਕੀ ਆ, ਪੁੰਨ ਕੀ ਆ। ਤੇ ਨਾਲ ਹੀ ਕਹਿੰਦੇ ਨੇ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਝੂਠ ਤਹਿ ਪਾਪ। ਝੂਠ ਨੂੰ ਵੀ ਗੁਰੂ ਪਾਤਸ਼ਾਹ ਪਾਪ ਕਹਿੰਦੇ ਨੇ ਬਾਣੀ ਦੇ ਵਿੱਚ, ਤੇ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਗਿਆਨੀ ਸਰਬਜੀਤ ਸਿੰਘ ਜੀ ਨੇ ਇਸ ਬਾਰੇ ਚਾਨਣਾ ਪਾਈ। ਹੁਣ ਅਗਲਾ ਸਵਾਲ ਜੀ ਗਿਆਨੀ ਕੁਲਦੀਪ ਸਿੰਘ ਜੀ ਦੇ ਲਈ। ਇਹ ਸਾਧ ਸੰਗਤ ਜੀ, ਸਾਡਾ ਜਿਹੜਾ ਸਿੱਖੀ ਦਾ ਫਿਊਚਰ ਹੈਗਾ ਆ ਆਉਣ ਵਾਲਾ, ਉਸ ਨਾਲ ਥੋੜਾ ਰਿਲੇਟਡ ਆ ਕਿ ਵਧੇਰੇ ਕਰਕੇ ਜਿਹੜੇ ਰਾਗੀ, ਕਥਾਵਾਚਕ, ਗਿਆਨੀ ਸਾਹਿਬਾਨ, ਜਦੋਂ ਵੀ ਉਹਨਾਂ ਨਾਲ ਕੋਈ ਗੱਲਬਾਤ ਹੁੰਦੀ ਤੇ ਇੱਕ ਗੱਲ ਆਮ ਸੁਣਨ ਨੂੰ ਮਿਲਦੀ ਤੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਜਿਹੜਾ ਕਿੱਤਾ, ਇਸ ਸੇਵਾ ਹੈ ਉਹਦੇ ਵਿੱਚ ਕਦੀ ਵੀ ਨਹੀਂ ਪਾਵਾਂਗੇ। ਠੀਕ ਹੈ ਜੀ, ਇਸ ਦੇ ਪਿੱਛੇ ਕਾਰਨ ਕੀ ਨੇ ਗਿਆਨੀ ਕੁਲਦੀਪ ਸਿੰਘ ਜੀ? ਹਾਂਜੀ ਬਿਲਕੁਲ ਜੀ, ਜਦੋਂ ਤੁਸੀਂ ਕਿਤੇ ਰਾਗੀਆਂ ਨਾਲ, ਪ੍ਰਚਾਰਕਾਂ ਨਾਲ ਜਾਂ ਕਥਾਵਾਚਕ, ਗ੍ਰੰਥੀ, ਸੇਵਾਦਾਰਾਂ ਦੇ ਨਾਲ ਕਿਤੇ ਗੱਲ ਕਰੋ ਤੇ ਉਹਨਾਂ ਦੇ ਕੋਲੋਂ ਇਹ ਲਫ਼ਜ਼ ਸੁਣਨ ਨੂੰ ਜ਼ਰੂਰ ਮਿਲਣਗੇ ਕਿ ਮੈਂ ਤਾਂ ਆਪਣੀ ਜ਼ਿੰਦਗੀ ਇਸੇ ਲਾਈਨ ਦੇ ਵਿੱਚ ਕੱਢ ਦਿੱਤੀ ਪਰ ਆਪਣੇ ਬੱਚਿਆਂ ਨੂੰ ਇਸ ਲਾਈਨ 'ਚ ਨਹੀਂ ਪਾਉਣਾ। ਉਹਦੇ ਕੁਝ ਰੀਜ਼ਨਸ ਨੇ। ਜਦੋਂ ਵੀ ਕੋਈ ਆਪਾਂ ਗੁਰੂ ਘਰ ਦੀ ਗੱਲ ਕਰੀਏ ਤੇ ਇਹਨਾਂ ਨੂੰ ਆਪਾਂ 3 ਹਿੱਸਿਆਂ ਦੇ ਵਿੱਚ ਵੰਡ ਕੇ ਚੰਗੀ ਤਰ੍ਹਾਂ ਸਮਝ ਸਕਦੇ ਹਾਂ। ਪਹਿਲਾਂ ਸੰਗਤ ਹੈ। ਸੰਗਤ ਦੇ ਸਹਿਯੋਗ ਦੇ ਨਾਲ ਗੁਰੂ ਘਰ ਹੋਂਦ ਵਿੱਚ ਆਉਂਦਾ ਹੈ, ਗੁਰਦੁਆਰਾ ਬਣਦਾ, ਬਿਲਡਿੰਗ ਬਣਦੀ ਹੈ। ਗੁਰਦੁਆਰੇ ਦੀ ਬਿਲਡਿੰਗ ਤੋਂ ਬਾਅਦ ਕਮੇਟੀ ਤੋਂ ਬਾਅਦ ਫਿਰ ਗੁਰੂ ਘਰ ਦੀ ਸੰਭਾਲ ਵਾਸਤੇ ਗ੍ਰੰਥੀ ਕਹਿ ਲਈਏ, ਰਾਗੀ ਸਿੰਘ ਕਹਿ ਲਈਏ, ਸੇਵਾਦਾਰ, ਉਹਨਾਂ ਦੀ ਚੋਣ ਕੀਤੀ ਜਾਂਦੀ, ਰੱਖਿਆ ਜਾਂਦਾ ਹੈ। ਇਹ ਤਿੰਨੇ ਹੀ ਬੜੇ ਜ਼ਰੂਰੀ ਨੇ ਜੀ ਹਰ ਇੱਕ ਗੁਰੂ ਘਰ ਦੇ ਵਾਸਤੇ। ਕਮੇਟੀ ਵੀ ਜ਼ਰੂਰੀ ਹੈ ਤੇ ਸੰਗਤ ਦੇ ਸਹਿਯੋਗ ਦੇ ਬਿਨਾਂ ਗੁਰੂ ਘਰ ਦਾ ਪ੍ਰਬੰਧ ਚੱਲ ਨਹੀਂ ਸਕਦਾ। ਤੇ ਗੁਰੂ ਘਰ ਦੀ ਸੇਵਾ ਸੰਭਾਲ ਗ੍ਰੰਥੀ ਸਿੰਘ, ਬਾਬਾ ਬੁੱਢਾ ਜੀ ਤੋਂ ਗ੍ਰੰਥੀ ਪਰੰਪਰਾ ਜਿਹੜੀ ਚੱਲੀ ਹੈ, ਗੁਰੂ ਅਰਜਨ ਸਾਹਿਬ ਨੇ ਸਟਾਰਟ ਕੀਤੀ। ਸੋ ਉਹਨਾਂ ਤੋਂ ਬਿਨਾਂ ਵੀ ਗੁਰੂ ਘਰ ਦਾ ਪ੍ਰਬੰਧ ਚੱਲਣਾ ਔਖਾ। ਕਮੇਟੀ ਜਿਹੜੀ ਹੈ ਉਹ ਦੇਖ ਰੇਖ ਕਰਦੀ ਹੈ। ਸੋ ਜੇਕਰ ਤਾਂ ਆਪਾਂ ਪਹਿਲਾਂ ਸੰਗਤ ਦੀ ਗੱਲ ਕਰੀਏ ਤੇ ਮਾਫ ਕਰਨਾ, ਵੈਸੇ ਸੰਗਤ ਨੂੰ ਗੁਰੂ ਸਾਹਿਬ ਨੇ ਪ੍ਰਮਾਤਮਾ ਦਾ ਦਰਜਾ ਦਿੱਤਾ ਹੈ ਕਿ ਸੰਗਤ ਵਿੱਚ ਰੱਬ ਵਸਦਾ। ਮੈਂ ਲਫ਼ਜ਼ ਜਿਹੜੇ ਯੂਜ਼ ਕਰਨ ਲੱਗਾ ਮੈਂ ਉਹਦੇ ਵਾਸਤੇ ਪਹਿਲਾਂ ਖਿਮਾ ਮੰਗ ਲਵਾਂ। ਇੱਥੇ ਸੰਗਤ ਦੇ ਵਿੱਚ ਵੀ ਕਮੀ ਆ ਗਈ। ਸੰਗਤ ਨੇ ਵੀ ਆਪਣਾ ਫਰਜ਼ ਨਹੀਂ ਸਮਝਿਆ। ਸੰਗਤ ਵੀ ਥੋੜੀ ਜਿਹੀ ਅਵੇਸਲੀ ਹੋ ਗਈ। ਉਹਨਾਂ ਨੇ ਇਹ ਨਹੀਂ ਦੇਖਿਆ ਕਿ ਜਿਹੜੇ ਸੇਵਾਦਾਰ ਗੁਰੂ ਘਰ ਦੇ ਵਿੱਚ ਰਹਿ ਕੇ ਸੇਵਾ ਕਰਦੇ ਪਏ ਨੇ ਉਹਨਾਂ ਦੀਆਂ ਲੋੜਾਂ ਕੀ ਨੇ। ਹਾਂ, ਕੱਲੀ ਤਨਖਾਹ ਦੇ ਦੇਣੀ, ਤਨਖਾਹ ਵੀ ਕੇਵਲ ਜੇਕਰ ਆਪਾਂ ਇੱਥੋਂ ਦੀ ਗੱਲ ਛੱਡ ਕੇ ਸਿੰਗਾਪੁਰ ਦੀ ਜਾਂ ਫੋਰਨ ਕੰਟਰੀਜ਼ ਦੀ ਗੱਲ ਇੱਕ ਪਾਸੇ ਰੱਖ ਕੇ ਇੰਡੀਆ ਦੀ ਗੱਲ ਕਰੀਏ ਕੁਝ ਪਲ ਲਈ, ਤੇ ਜੇਕਰ ਤੁਸੀਂ ਉੱਥੋਂ ਦੇ ਸੇਵਾਦਾਰ, ਗ੍ਰੰਥੀ, ਰਾਗੀਆਂ ਦੀ ਤਨਖਾਹ ਜਾ ਕੇ ਚੈੱਕ ਕਰੋ ਤੇ ਤੁਹਾਨੂੰ ਬੜਾ ਸ਼ੌਕ ਲੱਗੇਗਾ ਕਿ ਇੰਨੀ ਥੋੜੀ ਤਨਖਾਹ ਦੇ ਵਿੱਚ ਵਿਚਾਰੇ ਗੁਜ਼ਾਰਾ ਕਰਦੇ ਪਏ ਨੇ। ਜਦੋਂ ਕਿ ਮਹਿੰਗਾਈ ਬਹੁਤ ਵੱਧ ਚੁੱਕੀ ਹੈ, ਬੱਚਿਆਂ ਦੀਆਂ ਪੜ੍ਹਾਈਆਂ, ਘਰ ਦਾ ਗੁਜ਼ਾਰਾ, ਸਭ ਕੁਝ ਲਾ ਮਿਲਾ ਕੇ ਬੜਾ ਔਖਾ ਹੋ ਜਾਂਦਾ ਜੀ ਥੋੜੀ ਤਨਖਾਹ ਦੇ ਵਿੱਚ ਗੁਜ਼ਾਰਾ ਕਰਨਾ। ਤੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਤਾਂ ਹੋਰ ਬੁਰਾ ਹਾਲ ਹੈ ਜੀ ਗ੍ਰੰਥੀਆਂ ਦਾ। ਉਹਨਾਂ ਵਿਚਾਰਿਆਂ ਨੂੰ ਘਰ ਘਰ ਜਾ ਕੇ ਰੋਟੀ ਵੀ ਇਕੱਠੀ ਕਰਨੀ ਪੈਂਦੀ ਹੈ, ਦੁੱਧ ਵੀ ਇਕੱਠਾ ਕਰਨਾ। ਗੁਰੂ ਘਰ ਦਾ ਵਜ਼ੀਰ ਹੋਵੇ, ਬਾਬਾ ਬੁੱਢਾ ਜੀ ਦੀ ਗੱਦੀ ਦਾ ਵਾਰਸ ਹੋਵੇ, ਗੁਰੂ ਅਰਜਨ ਸਾਹਿਬ ਨੇ ਗ੍ਰੰਥੀ ਸਿੰਘ ਨੂੰ, ਬਾਬਾ ਬੁੱਢਾ ਜੀ ਨੂੰ ਇੰਨਾ ਮਾਣ ਸਤਿਕਾਰ ਦਿੱਤਾ ਹੋਵੇ ਤੇ ਉਹੀ ਗੁਰੂ ਘਰ ਦਾ ਵਜ਼ੀਰ ਘਰ ਘਰ ਜਾ ਕੇ ਤੇ ਰੋਟੀਆਂ ਇਕੱਠੀਆਂ ਕਰਦਾ ਫਿਰ। ਸੋ ਇਹ ਥੋੜੀਆਂ ਸੰਗਤ ਦੀਆਂ ਕਮੀਆਂ ਨੇ ਜੀ। ਦੂਜੀ ਗੱਲ, ਜਿਹੜੇ ਮੈਂ ਇਸ ਤੋਂ ਵੀ ਇਨਕਾਰੀ ਨਹੀਂ ਹੋਵਾਂਗਾ ਕਿ ਜਿਹੜੇ ਸਾਡੇ ਗ੍ਰੰਥੀ, ਰਾਗੀ, ਪ੍ਰਚਾਰਕ, ਉਹਨਾਂ ਦੇ ਜੀਵਨ ਦੇ ਵਿੱਚ ਵੀ ਕਮੀਆਂ ਆਈਆਂ ਨੇ। ਇਹ ਗੱਲ ਮੰਨਣ ਤੋਂ ਕੋਈ ਇਨਕਾਰ ਨਹੀਂ ਕਿ ਉਹਨਾਂ ਦੇ ਜੀਵਨ ਕਰੈਕਟਰ ਵਾਈਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਮੀਆਂ ਆਈਆਂ, ਜਿਹੜੀਆਂ ਕਿ ਦੂਰ ਕਰਨੀਆਂ ਸਾਨੂੰ ਚਾਹੀਦੀਆਂ ਨੇ। ਇਸ ਪੱਖ ਦੇ ਉੱਤੇ ਧਿਆਨ ਦੇਣਾ ਬੜਾ ਜ਼ਰੂਰੀ ਹੈ ਕਿਉਂਕਿ ਗ੍ਰੰਥੀ, ਇੱਕ ਰਾਗੀ, ਇੱਕ ਪ੍ਰਚਾਰਕ ਜਿਹੜਾ ਹੈ ਉਹ ਕੌਮ ਦੀ ਅਗਵਾਈ ਕਰਦਾ ਪਿਆ ਇੱਕ ਪੱਖ ਤੋਂ। ਉਹਦਾ ਜੀਵਨ, ਜੇਕਰ ਇਤਿਹਾਸ ਨੂੰ ਪੜ੍ਹੀਏ ਤੇ ਐਸੇ ਸਿੱਖ ਸੀ ਜਿਨ੍ਹਾਂ ਸਿੱਖਾਂ ਦਾ ਜੀਵਨ ਹੀ ਪ੍ਰਚਾਰ ਸੀ। ਉਹਨਾਂ ਨੂੰ ਕੁਝ ਕਹਿਣ ਦੀ ਲੋੜ ਨਹੀਂ ਸੀ ਪੈਂਦੀ। ਉਹਨਾਂ ਦਾ ਜੀਵਨ ਹੀ ਇੱਕ ਪ੍ਰਚਾਰ ਦਾ ਕੰਮ ਕਰਦਾ ਸੀ। ਉਹਨਾਂ ਦੀ ਲਾਈਫ ਨੂੰ, ਲਾਈਫ ਸਟਾਈਲ ਨੂੰ ਦੇਖ ਕੇ ਹੀ ਕਈ ਐਸੇ ਲੋਕ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕਰ ਲੈਂਦੇ ਸੀ। ਸੋ ਇੱਕ ਪ੍ਰਚਾਰਕ ਦਾ, ਗ੍ਰੰਥੀ ਦਾ ਜੀਵਨ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ, ਇਹਦੇ ਵਿੱਚ ਕੋਈ ਇਨਕਾਰ ਨਹੀਂ ਹੈ। ਫਿਰ ਤੀਜੀ ਗੱਲ ਆ ਜਾਂਦੀ ਹੈ ਜੀ ਕਮੇਟੀਆਂ ਜਿਹੜੀਆਂ ਨੇ ਨਾ ਜੀ, ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਵੀ ਬੜਾ ਯੋਗਦਾਨ ਪਾਉਂਦੀਆਂ ਨੇ ਕਿ ਰਾਗੀਆਂ ਦੇ ਨਾਲ ਜਾਂ ਗ੍ਰੰਥੀ ਸਿੰਘਾਂ ਦੇ ਨਾਲ ਥੋੜਾ ਜਿਹਾ ਵਧੀਕੀ ਕਰਦੇ ਨੇ
ਜੇਕਰ ਮੈਂ ਜ਼ਿਕਰ ਕੀਤਾ ਸੀ ਪਿੱਛੇ ਜੀ ਵੀ ਕਿ ਇੰਡੀਆ ਨਿਊਜ਼ਪੇਪਰ ਪੜ੍ਹ ਕੇ ਦੇਖੋ ਤੁਸੀਂ, ਉਹਦੇ ਵਿੱਚ ਜਦੋਂ ਐਡ ਦਿੰਦੇ ਨੇ ਨਾ ਜੀ ਗੁਰੂ ਘਰ ਵਾਸਤੇ ਕਿਸੇ ਗ੍ਰੰਥੀ ਦੀ ਜਾਂ ਰਾਗੀ ਜਥੇ ਦੀ ਜ਼ਰੂਰਤ ਹੋਵੇ, ਤੇ ਉਹਦੇ ਵਿੱਚ ਬੜਾ ਕੁਝ ਮੈਂਸ਼ਨ ਕੀਤਾ ਜਾਂਦਾ ਹੈ ਜੀ। ਪਾਠ ਸ਼ੁੱਧ ਕਰਦਾ ਹੋਵੇ, ਕਥਾ ਜਾਣਦਾ ਹੋਵੇ, ਗ੍ਰੰਥੀ ਕੀਰਤਨ ਵੀ ਜਾਣਦਾ ਹੋਵੇ, ਤਬਲਾ ਵੀ ਜਾਣਦਾ ਹੋਵੇ, ਗੁਰੂ ਘਰ ਦਾ ਉਹਨੇ ਪ੍ਰਬੰਧ ਵੀ ਸੰਭਾਲਣਾ ਹੈ, ਇਹ ਵੀ ਕਰਦਾ ਹੋਵੇ, ਜੇ ਵੀ ਕਰਦਾ ਹੋਵੇ। ਤੇ ਜਦੋਂ ਫਿਰ ਤਨਖਾਹ ਦਾ ਜ਼ਿਕਰ ਆਉਂਦਾ ਜੀ, ਥੱਲੇ ਲਿਖਿਆ ਹੁੰਦਾ ਹੈ ਕਿ ਤਨਖਾਹ ਯੋਗਤਾ ਅਨੁਸਾਰ, ਯੋਗਤਾ ਸਭ ਕੁਝ ਉਹ ਕਰਦਾ ਪਿਆ ਹੈ, ਪਾਠ ਵੀ ਕਰਦਾ ਪਿਆ ਹੈ, ਕੀਰਤਨ ਵੀ ਕਰ ਰਿਹਾ ਹੈ, ਤਬਲਾ ਵੀ ਜਾਣਦਾ ਹੈ, ਗੁਰੂ ਘਰ ਦਾ ਪ੍ਰਬੰਧ ਵੀ ਦੇਖਦਾ ਪਿਆ, ਤੇ ਅਜੇ ਵੀ ਇਹ ਮੈਂਸ਼ਨ ਕੀਤਾ ਜਾ ਰਿਹਾ ਸਪੈਸ਼ਲੀ ਕਿ ਤਨਖਾਹ ਜਿਹੜੀ ਹੈ ਉਹ ਯੋਗਤਾ ਅਨੁਸਾਰ ਦਿੱਤੀ ਜਾਏਗੀ। ਯੋਗਤਾ ਅਜੇ ਕਿਤੇ ਬਾਕੀ ਰਹਿ ਗਈ ਹੈ। ਸੋ ਇਹ ਕੁਝ ਕਮੀਆਂ ਨੇ, ਜਿਨ੍ਹਾਂ ਕਮੀਆਂ ਨੂੰ ਦੇਖ ਕੇ ਜਿਹੜੇ ਰਾਗੀ, ਪ੍ਰਚਾਰਕ, ਕਥਾਵਾਚਕ ਜਾਂ ਗ੍ਰੰਥੀ ਸਿੰਘ ਨੇ ਉਹ ਇਹ ਸੋਚਦੇ ਨੇ ਕਿ ਜੀ ਮੈਂ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਨਹੀਂ ਪਾਉਣਾ। ਪਰ ਜੇਕਰ ਆਪਾਂ ਥੋੜਾ ਜਿਹਾ ਸਮਝਣ ਵਾਸਤੇ ਕ੍ਰਿਸਚੈਨਿਟੀ ਵੱਲ ਦੇਖ ਲਈਏ ਜਾਂ ਦੂਜੇ ਧਰਮਾਂ ਵੱਲ ਦੇਖ ਲਈਏ, ਤਾਂ ਪਤਾ ਲੱਗਦਾ ਹੈ ਕਿ ਜਦੋਂ ਕੋਈ ਈਸਾਈ ਮਿਸ਼ਨਰੀ ਬਣਦਾ ਹੈ, ਪ੍ਰਚਾਰਕ ਬਣਦਾ ਹੈ ਕ੍ਰਿਸਚੈਨਿਟੀ ਦੇ ਵਿੱਚ, ਉਹ ਜਿਹੜੀ ਕਮਿਊਨਿਟੀ ਹੈ, ਕ੍ਰਿਸਚੀਅਨਸ ਜਿਹੜੇ ਨੇ, ਉਹ ਉਹਦੇ ਪਰਿਵਾਰ ਦਾ ਸਾਰਾ ਖਰਚਾ ਆਪ ਸੰਭਾਲਦੇ ਨੇ ਜੀ, ਉਹਨੂੰ ਕੋਈ ਚਿੰਤਾ ਨਹੀਂ। ਉਹ ਪ੍ਰਚਾਰ ਕਰਦਾ ਹੈ ਜੀ, ਨਿਸ਼ਚਿੰਤ ਹੋ ਕੇ ਪ੍ਰਚਾਰ ਕਰਦਾ ਹੈ। ਪੌਪ ਕ੍ਰਿਸਚੈਨਿਟੀ ਦੇ ਵਿੱਚ ਬੜਾ ਉੱਚਾ ਦਰਜਾ ਰੱਖਦਾ ਜੀ, ਬੜਾ ਸਤਿਕਾਰ ਕੀਤਾ। ਮੈਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਜੀਵਨ ਜਿਹੜਾ ਹੈ ਗ੍ਰੰਥੀ, ਪ੍ਰਚਾਰਕ, ਰਾਗੀ ਦਾ ਬੜਾ ਉੱਚਾ ਸੁੱਚਾ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਵਾਰ-ਵਾਰ ਕਿਹਾ ਹੈ ਕਿ ਕਰੈਕਟਰ ਜ਼ਰੂਰ ਉੱਚਾ ਹੋਵੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਹਮਲੇ ਜਾਣੋ ਪੰਥ ਉਚੇਰੇ, ਮੈਂ ਆਪਣੇ ਪੰਥ ਨੂੰ ਉੱਚਾ ਲੈ ਕੇ ਜਾਣਾ, ਉਹਦੇ ਵਾਸਤੇ ਕਰੈਕਟਰ ਬੜਾ ਅਹਿਮ ਹੋਣਾ ਚਾਹੀਦਾ, ਬੜਾ ਉੱਚਾ ਹੋਵੇ। ਸੋ ਉਹ ਆਪਣੇ ਜਿਹੜੇ ਪ੍ਰਚਾਰਕ ਨੇ, ਪੌਪ ਨੇ, ਉਹਨਾਂ ਦੀ ਸੰਭਾਲ ਕਰਦੇ ਨੇ ਜੀ, ਉਹਨਾਂ ਦਾ ਸਤਿਕਾਰ ਪੂਰਾ ਕਰਦੇ ਨੇ। ਪਰ ਜਦੋਂ ਆਪਣੇ ਵੱਲ ਝਾਤ ਮਾਰੀ ਦੀ ਹੈ, ਫਿਰ ਇਹ ਕਮੀਆਂ ਨੂੰ ਦੇਖ ਕੇ ਹੀ ਸਾਡੇ ਵਰਗਿਆਂ ਦੀ ਜ਼ੁਬਾਨਾਂ ਤੋਂ ਇਹ ਲਫ਼ਜ਼ ਨਿਕਲਦੇ ਨੇ ਕਿ ਜੀ ਮੈਂ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਵਿੱਚ ਲੈ ਕੇ ਨਹੀਂ ਆਉਣਾ। ਗੁਰਦੁਆਰੇ ਅਸੀਂ ਪੱਕੇ ਕਰ ਲਏ ਜੀ, ਬੜੇ ਸੁੰਦਰ ਗੁਰਦੁਆਰੇ ਬਣਾ ਲਏ ਨੇ, ਪਰ ਹੁਣ ਗੁਰਦੁਆਰਿਆਂ, ਬਿਲਡਿੰਗਸ ਦੇ ਉੱਤੇ ਖਰਚਾ ਕਰਨ ਦੀ ਬਜਾਏ ਆਪਾਂ ਆਪਣੀ ਕੌਮ ਦੇ ਜਿਹੜੇ ਇਹ ਵਾਰਸ ਨੇ ਨਾ ਜੀ, ਇਹਨਾਂ ਦੇ ਵੱਲ ਵੀ ਧਿਆਨ ਦਈਏ। ਗੁਰਦੁਆਰਿਆਂ ਦੇ ਉੱਤੇ ਹੁਣ ਸੋਨੇ ਦੀ ਜ਼ਰੂਰਤ। ਗੁਰੂ ਨਹੀਂ ਕਹਿੰਦਾ ਕਿ ਮੇਰੀ ਬਿਲਡਿੰਗ ਦੇ ਉੱਤੇ ਸੋਨਾ ਲਗਾਇਆ ਜਾਵੇ। ਗੁਰੂ ਨਹੀਂ ਕਹਿੰਦਾ ਕਿ ਮਹਿੰਗੀਆਂ ਮਹਿੰਗੀਆਂ ਕਲਗੀਆਂ ਜਿਹੜੀਆਂ ਨੇ ਕਰੋੜਾਂ ਰੁਪਈਆਂ ਦੀਆਂ ਮੈਨੂੰ ਭੇਟਾਂ ਕੀਤੀਆਂ ਜਾਣ। ਗੁਰੂ ਨਹੀਂ ਕਹਿੰਦਾ ਕਿ ਗੁਰੂ ਘਰ ਦੇ ਵਿੱਚ ਲੱਖਾਂ ਦੇ, ਹਜ਼ਾਰਾਂ ਦੇ ਫੁੱਲ ਜਿਹੜੇ ਨੇ ਕਿਸੇ ਗੁਰਪੁਰਬ ਤੇ ਲਗਾ ਕੇ ਲਗਾਏ ਜਾਣ। ਗੁਰੂ ਕਹਿੰਦਾ ਹੈ ਗਰੀਬ ਦਾ ਮੂੰਹ ਗੁਰੂ ਦੀ ਕੋਲ। ਜਿਹੜੇ ਪੈਸੇ ਆਪਾਂ ਇੱਥੇ ਯੂਜ਼ ਕਰਦੇ ਪਏ ਆ, ਉਹ ਦੇਖੀਏ ਕਿ ਲੋੜ ਕਿੱਥੇ ਹੈ, ਉਸ ਲੋੜ ਨੂੰ ਮੁੱਖ ਰੱਖ ਕੇ ਉੱਥੇ ਉਹਨਾਂ ਨੂੰ ਯੂਜ਼ ਕੀਤਾ ਜਾਵੇ। ਜਦੋਂ ਕਿਤੇ ਗੁਰੂ ਘਰ ਦੇ ਕਿਸੇ ਸੇਵਾਦਾਰ ਨੂੰ ਦੇਣ ਦੀ ਵਾਰੀ ਆਉਂਦੀ ਹੈ ਜੀ, ਉੱਥੇ ਸਾਡੀ ਜੇਬ ਖਾਲੀ ਹੋ ਜਾਂਦੀ। ਵੈਸੇ ਬੜੀ ਕਮਾਲ ਦੀ ਗੱਲ ਕੱਲ ਪੜ੍ਹੀ ਸੀ ਜੀ ਕਿ ਗੁਰੂ ਘਰ ਆਣ ਕੇ ਅਸੀਂ ਦਾਤਾਂ ਮੰਗਦੇ ਆ, ਖੁਸ਼ੀਆਂ ਮੰਗਦੇ ਆ, ਤੇ ਜਦੋਂ ਮਨਾਉਣ ਦਾ ਸਮਾਂ ਆਉਂਦਾ ਹੈ, ਮਨਾਉਣ ਵਾਸਤੇ ਅਸੀਂ ਕਿਸੇ ਕਲੱਬ ਦੇ ਵਿੱਚ ਚਲੇ ਜਾਂਦੇ, ਉੱਥੇ ਜਾ ਕੇ ਖਰਚਾ ਕਰਨ ਲੱਗਿਆ ਸਾਨੂੰ ਰਤਾ ਜਿੰਨੀ ਸੰਗ ਨਹੀਂ ਆਉਂਦੀ। ਉੱਥੇ ਸਾਡਾ ਸਟੇਟਸ ਅਸੀਂ ਬਣਾਉਣਾ ਚਾਹੁੰਦੇ ਆ, ਪਰ ਜਦੋਂ ਗੁਰੂ ਘਰ ਆਉਂਦੇ ਇੱਥੇ ਆਣ ਕੇ ਸਾਡੀਆਂ ਜੇਬਾਂ ਖਾਲੀ ਹੋ ਜਾਂਦੀਆਂ ਤੇ ਸਾਡੀ ਜੇਬ ਚ ਨਿਕਲਦਾ ਹੀ ਕੁਛ। ਸੋ ਸਾਨੂੰ ਧਿਆਨ ਦੇਣਾ ਪਏਗਾ ਜੀ, ਗ੍ਰੰਥੀ ਸਿੰਘਾਂ, ਪ੍ਰਚਾਰਕਾਂ, ਰਾਗੀਆਂ ਨੂੰ ਆਪਣੇ ਜੀਵਨ ਵੱਲ, ਤੇ ਸੰਗਤ ਨੂੰ ਤੇ ਕਮੇਟੀ ਨੂੰ ਖਰਚਾ ਕਿੱਥੇ ਕਰਨਾ ਹੈ, ਇਹ ਥੋੜਾ ਜਿਹਾ ਸੋਚਣਾ ਪਏਗਾ, ਵਿਚਾਰਨਾ ਪਏਗਾ, ਤਾਂ ਕਿ ਆਉਣ ਵਾਲੇ ਸਮਾਂ ਜਿਹੜਾ ਨਾ ਜੀ, ਫਿਊਚਰ ਹੈ, ਉਹ ਉਸ ਫਿਊਚਰ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਜ਼ਰੂਰ ਮਨ ਦੇ ਵਿੱਚ ਗੱਲ ਬਣਾ ਕੇ ਚੱਲੀਏ ਕਿ ਆਉਣ ਵਾਲਾ ਸਮਾਂ ਐਸਾ ਨਾ ਹੋਵੇ ਕਿ ਸਾਨੂੰ ਗ੍ਰੰਥੀ ਲੱਭਣੇ ਪੈਣ ਤੇ ਲੱਭਿਆਂ ਵੀ ਲੱਭਣ ਹੀ ਨਾ। ਕਿਉਂਕਿ ਜੇ ਇਹੀ ਹਾਲ ਰਿਹਾ ਤੇ ਫਿਰ ਸਾਡੇ ਵਰਗੇ ਜਿਹੜੇ ਰਾਗੀ ਪ੍ਰਚਾਰਕ ਨੇ, ਉਹ ਬੱਚਿਆਂ ਨੂੰ ਜਦੋਂ ਸਿੱਖਿਆ ਨਹੀਂ ਇਹ ਦਿਵਾਉਣਗੇ ਤੇ ਫਿਰ ਰਾਗੀ ਪੈਦਾ ਕਿੱਥੋਂ ਹੋਣਗੇ, ਗ੍ਰੰਥੀ ਕਿੱਥੋਂ ਪੈਦਾ ਹੋਣਗੇ, ਤੇ ਗੁਰੂ ਘਰ ਦਾ ਪ੍ਰਬੰਧ ਕਿਵੇਂ ਚੱਲੇਗਾ? ਇਹ ਬਿਲਡਿੰਗਾਂ ਫਿਰ ਬਣੀਆਂ ਹੀ ਨਾ ਕਿਤੇ ਰਹਿ ਜਾਣ। ਆਪਣੇ ਪ੍ਰਚਾਰਕਾਂ, ਗ੍ਰੰਥੀਆਂ, ਰਾਗੀਆਂ ਦੀ ਸੰਭਾਲ ਕਰ ਲਈਏ। ਅੱਗੇ ਬੜਾ ਕੁਝ ਆਪਾਂ ਗਵਾ ਲਿਆ, ਕਿਤੇ ਥੋੜਾ ਜਿਹਾ ਪਿੱਛੇ ਜਾ ਕੇ ਦੇਖੋ, ਜਿਹੜੇ ਵੱਡੇ ਵੱਡੇ ਗਾਇਕ ਨੇ ਜੀ, ਦਲੇਰ ਮਹਿੰਦੀ ਵਰਗੇ, ਇਹ ਵੀ ਕਿਤੇ ਕੀਰਤਨ ਕਰਿਆ ਕਰਦੇ ਸੀ। ਇਹ ਸੰਗਤ ਦੀਆਂ ਕਮਜ਼ੋਰੀਆਂ ਕਰਕੇ ਇਸ ਲਾਈਨ ਨੂੰ ਛੱਡ ਕੇ ਤੇ ਸਿੰਗਰ ਬਣ ਗਏ ਨੇ। ਉੱਥੇ ਉਹਨਾਂ ਦੇ ਕੋਲ ਬੜਾ ਕੁਛ ਹੈ। ਹੋਰ ਵੀ ਕਈ ਪੰਜਾਬੀ ਗਾਇਕ ਵੀ ਐਸੇ ਨੇ ਜਿਹੜੇ ਇਸ ਲਾਈਨ ਨੂੰ ਛੱਡ ਕੇ ਜੀ ਇਸ ਪਾਸੇ ਆਏ ਨੇ। ਸੋ ਨੁਕਸਾਨ ਨਾ ਆਪਾਂ ਕਰੀਏ, ਫਿਊਚਰ ਨੂੰ ਦੇਖਦੇ ਹੋਇਆਂ ਥੋੜਾ ਜਿਹਾ ਸੰਭਲ ਕੇ ਆਪਣੇ ਜਿਹੜੇ ਗ੍ਰੰਥੀ, ਪ੍ਰਚਾਰਕ, ਰਾਗੀ ਨੇ, ਇਹਨਾਂ ਦੀ ਸੰਭਾਲ ਕਰੀਏ। ਹਾਂਜੀ, ਧੰਨਵਾਦ ਵੀਰ ਜੀ। ਸਾਧ ਸੰਗਤ ਜੀ, ਇਟਸ ਅ ਕਲੈਕਟਿਵ ਰਿਸਪੌਂਸਿਬਿਲਿਟੀ। ਓਕੇ, ਸੋ ਸੰਗਤ ਦੀ ਵੀ ਹੈਗੀ ਆ, ਕਮੇਟੀ ਦੀ ਵੀ ਆ, ਤੇ ਜਿਹੜੀ ਸਾਡੀ ਕਲਾਸ ਹੈਗੀ ਆ, ਗਿਆਨੀ ਸਾਹਿਬਾਨ, ਗ੍ਰੰਥੀ ਜੀ, ਜਿਹਦੇ ਵਿੱਚ ਅਸੀਂ ਵੀ ਆ ਜਾਂਦੇ ਹਾਂ, ਸਾਰੀ ਕਲੈਕਟਿਵ ਰਿਸਪੌਂਸਿਬਿਲਿਟੀ ਆ। ਤੇ ਬਾਕੀ ਇੱਕ ਗੱਲ ਆ, ਗੁਰੂ ਪਾਤਸ਼ਾਹ ਨੇ ਸਿੱਖ ਦੀ ਮਰਿਆਦਾ ਦਿੱਤੀ ਆ। ਗੁਰੂ ਪਾਤਸ਼ਾਹ ਨੇ ਡਿਵੀਜ਼ਨ ਨਹੀਂ ਕ੍ਰੀਏਟ ਕੀਤੀਆਂ।
ਅਸੀਂ ਕਹਿ ਦਿੰਦੇ ਹਾਂ ਕਿ ਕਰੈਕਟਰ ਹਰ ਇੱਕ ਬੰਦੇ ਦਾ ਇੰਪੋਰਟੈਂਟ ਆ, ਉਹ ਸਿੱਖ ਦਾ ਵੀ ਇੰਪੋਰਟੈਂਟ ਆ, ਪ੍ਰਚਾਰਕ ਦਾ ਵੀ ਇੰਪੋਰਟੈਂਟ ਆ, ਸੰਗਤ ਦਾ ਵੀ ਇੰਪੋਰਟੈਂਟ ਆ। ਗੁਰੂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵੱਖਰੀ ਕੈਟਾਗਰੀ ਜਾਂ ਡਿਵੀਜ਼ਨ ਕ੍ਰੀਏਟ ਨਹੀਂ ਕੀਤੀ। ਤੇ ਸਾਸ ਮੇਰੀ ਆਪਣੇ ਪੈਨਲਿਸਟ ਨੂੰ ਬੇਨਤੀ ਆ ਜੀ, ਅਸੀਂ 1 ਮਿੰਟ ਦੇ ਵਿੱਚ ਹੁਣ ਆਨਸਰ ਦੇਣ ਦੀ ਕੋਸ਼ਿਸ਼ ਕਰਨੀ, ਕਿਉਂਕਿ ਸਾਡੇ ਥੋੜੇ ਪ੍ਰਸ਼ਨ ਜ਼ਿਆਦਾ ਆ ਤੇ ਅਸੀਂ ਪੂਰੇ 5:30 ਇਹਨੂੰ ਖਤਮ ਕਰਨਾ ਹੈ। ਠੀਕ ਹੈ ਜੀ। ਅਗਲਾ ਪ੍ਰਸ਼ਨ ਗਿਆਨੀ ਸਤਨਾਮ ਸਿੰਘ ਜੀ ਲਈ, ਕਿ ਗਿਆਨਵਾਨ ਮਨੁੱਖ ਕੌਣ ਹੈ ਗੁਰਬਾਣੀ ਦੇ ਅਨੁਸਾਰ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਦੇਖਣਾ ਪਿਆ ਵੀ ਇਹਦੇ ਆਪੋਜ਼ਿਟ ਕੀ ਹੈ। ਆਪੋਜ਼ਿਟ ਗੁਰਬਾਣੀ ਕਹਿੰਦੀ ਹੈ ਕਾਚਾ ਧਨ ਸੰਚੇ ਮੂਰਖ ਗਵਾਰ। ਤੇ ਧਨ ਵੀ ਜ਼ਰੂਰੀ ਹੈ ਆਪਣੇ ਸਰਵਾਈਵ ਕਰਨ ਵਾਸਤੇ, ਪਰ ਪਾਤਸ਼ਾਹ ਕਹਿੰਦੇ ਜਿਹੜਾ ਜਿਹਦੀ ਸਾਰੀ ਫੋਕਸ ਹੀ ਧਨ ਦੇ ਉੱਤੇ ਆ, ਅਟੈਂਸ਼ਨ ਹੀ ਧਨ ਤੇ ਆ, ਵੀ ਉਹਦੇ ਲਈ ਸਭ ਕੁਝ ਹੀ ਦੌਲਤ ਧਨ ਕਮਾਉਣਾ ਹੀ ਹੈ। ਓਨਲੀ ਮੋਟਿਵ ਹੈਗਾ ਟੂ ਅਰਨ ਮਨੀ, ਤੇ ਉਹਦਾ ਕੋਈ ਪਰਮਾਤਮਾ ਦੇ ਨਾਲ ਵਾਹ ਵਾਸਤਾ ਨਹੀਂ, ਉਹਦਾ ਗੁਰਦੁਆਰੇ ਨਾਲ ਕੋਈ ਵਾਹ ਵਾਸਤਾ ਨਹੀਂ, ਉਹਦਾ ਸਪਿਰਿਚੁਅਲਿਟੀ ਨਾਲ ਕੋਈ ਲਿੰਕ ਨਹੀਂ। ਪਾਤਸ਼ਾਹ ਕਹਿੰਦੇ ਇਹੋ ਜਿਹਾ ਬੰਦਾ ਤਾਂ ਮੂਰਖ ਆ, ਧਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆ। ਤੋ ਸਤਿਗੁਰੂ ਕਹਿੰਦੇ ਫਿਰ ਗਿਆਨਵਾਨ ਜਾਂ ਆਪਾਂ ਕਹਿ ਲਈਏ ਇਨਲਾਈਟਨਡ ਪਰਸਨ ਕਿਹੜਾ ਹੈ, ਜਿਹਨੂੰ ਗਿਆਨ ਹੈ। ਤੇ ਪਾਤਸ਼ਾਹ ਜਿਹੜਾ ਆਪਣੇ ਅੰਦਰ ਦੀ ਖੋਜ ਕਰਦਾ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੁਝੇ ਸੋਏ। ਸੋ ਸਭ ਤੋਂ ਪਹਿਲਾਂ ਇਹ ਹੈ, ਗਿਆਨਵਾਨ ਜਦੋਂ ਅੰਦਰ ਦੀ ਸਰਚ ਕਰਦਾ ਹੈ, ਉਹਨੂੰ ਆਪਣੇ ਔਗਣਾਂ ਦੀ ਮਾਰਕਿੰਗ ਕਰਦਾ ਹੈ ਕਿ ਮੇਰੇ ਅੰਦਰ ਕਿਹੜੇ ਕਿਹੜੇ ਔਗਣ ਨੇ, ਕਿਹੜੇ ਕਿਹੜੇ ਵੀਕ ਪੁਆਇੰਟ ਨੇ। ਸਭ ਤੋਂ ਪਹਿਲਾਂ ਆਪਣੀ ਗਿਲਟੀ ਨੂੰ ਐਕਸੈਪਟ ਕਰਨਾ ਹੀ ਇੱਕ ਗਿਆਨਵਾਨ ਦਾ ਸਾਈਨ ਹੈ। ਹਾਂਜੀ, ਇਹੀ ਹੈ ਕਿਉਂ ਪਾਤਸ਼ਾਹ ਨੇ ਆਪਣੇ ਅੰਦਰ ਵੀ ਮਾਰਕਿੰਗ ਆਪਾਂ ਨੂੰ ਕਰਕੇ ਦੱਸੀ ਹੋਈ ਕਿ ਮਾਰੇ ਕਹਿੰਦੇ ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ। ਹਾਂਜੀ, ਧੰਨਵਾਦ ਵੀਰ ਜੀ, ਬਹੁਤ ਸੰਖੇਪ ਰੂਪ ਚ ਤੁਸੀਂ ਆਨਸਰ ਕੀਤਾ, ਬਹੁਤ ਬਹੁਤ ਧੰਨਵਾਦ। ਅਗਲਾ ਸਵਾਲ ਗਿਆਨੀ ਸਰਬਜੀਤ ਸਿੰਘ ਜੀ ਲਈ, ਪਰਮਾਤਮਾ ਦੀ ਪ੍ਰਾਪਤੀ ਸੇਵਾ ਕਰਨ ਨਾਲ ਜਾਂ ਬਾਣੀ ਪੜ੍ਹਨ ਨਾਲ ਹੁੰਦੀ ਹੈ ਜੀ? ਦੋਵਾਂ ਚੋਂ ਕੀ ਇੰਪੋਰਟੈਂਟ ਆ ਸੰਖੇਪ ਸ਼ਬਦਾਂ ਵਿੱਚ? ਬਿਲਕੁਲ ਜੀ, ਸਿੱਖ ਧਰਮ ਵਿੱਚ ਸੇਵਾ ਤੇ ਸਿਮਰਨ ਇਹਨਾਂ ਦੀ ਬਹੁਤ ਮਹੱਤਤਾ ਹੈ। ਸਿੱਖ ਧਰਮ ਦੇ ਵਿੱਚ ਇਹਨਾਂ ਦੋਨਾਂ ਚੀਜ਼ਾਂ ਨੂੰ ਥੰਮ ਵੀ ਆਖਿਆ ਗਿਆ ਤੇ ਇਹਨਾਂ ਨੂੰ ਖੰਭ ਵੀ ਆਖਿਆ ਗਿਆ, ਕਿਉਂਕਿ ਦੋਵੇਂ ਚੀਜ਼ਾਂ ਹੀ ਜ਼ਰੂਰੀ ਨੇ। ਇਕੱਲੀ ਸੇਵਾ ਕਰਨ ਦੇ ਨਾਲ ਮਨ ਦੇ ਵਿੱਚ ਹਉਮੈ ਆ ਸਕਦੀ ਹੈ, ਤੇ ਹਉਮੈ ਦੇ ਪਰਥਾਏ ਮਾਲਕ ਜੀ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ, ਦਾਰੂ ਪਿਸਨਾਏ ਹਉਮੈ ਬਹੁਤ ਵੱਡਾ ਰੋਗ ਹੈ, ਤੇ ਹਉਮੈ ਵਾਲਾ ਇਨਸਾਨ ਕਦੇ ਵੀ ਰੱਬ ਦੇ ਘਰ ਦੇ ਵਿੱਚ ਕਬੂਲ ਨਹੀਂ ਹੋ ਸਕਦਾ। ਤੇ ਫਿਰ ਕਹਿੰਦੇ ਨੇ ਨਾਮ ਜਪਣ ਨਾਲ, ਬਾਣੀ ਪੜ੍ਹਨ ਦੇ ਨਾਲ ਸਾਨੂੰ ਗਿਆਨ ਪ੍ਰਾਪਤ ਹੋ ਜਾਂਦਾ ਕਿ ਅਸੀਂ ਸੇਵਾ ਕਿਵੇਂ ਕਰਨੀ ਹੈ। ਜਿਹਦੇ ਪਰਥਾਏ ਮਾਲਕ ਜੀ ਕਹਿੰਦੇ ਨੇ ਜੇ 100 ਚੰਦਾ ਉਗਵੈ ਸੂਰਜ ਚੜੇ 1000, ਏਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਗੁਰੂ ਨੇ ਸਾਨੂੰ ਗਿਆਨ ਦੇਣਾ ਜਦੋਂ ਅਸੀਂ ਬਾਣੀ ਪੜਾਂਗੇ ਵੀ ਤੂੰ ਸੇਵਾ ਕਿਵੇਂ ਕਰਨੀ ਹੈ। ਤੇ ਮਾਲਕ ਜੀ ਦੱਸਦੇ ਨੇ ਕਿ ਸੇਵਾ ਕਰਨੀ ਕਿਵੇਂ, ਹਸਤੀ ਸਿਰ ਜਿਉਂ ਅੰਕਸ ਹੈ, ਅਹਰਨ ਜਿਉਂ ਸਿਰ ਦੇ, ਮਨ ਤਨ ਆਗੇ ਰੱਖ ਕੇ ਉਭੀ ਸੇਵ ਕਰੇ। ਇਹ ਤਰੀਕਾ ਦੱਸ ਦਿੱਤਾ ਨਾ ਮਾਲਕ ਨੇ। ਗੁਰਬਾਣੀ ਤੋਂ ਸਾਨੂੰ ਗਿਆਨ ਮਿਲਿਆ ਸੇਵਾ ਕਿਵੇਂ ਕਰਨੀ ਹੈ, ਤੇ ਫਿਰ ਅਸੀਂ ਸੇਵਾ ਕਰਾਂਗੇ। ਜਿਵੇਂ ਕਹਿੰਦੇ ਨੇ ਪਾਣੀ ਦੇ ਵਿੱਚ ਬੇੜੀ ਹੈ, ਤੇ ਸਾਧ ਸੰਗਤ ਜੀ ਉਹ ਕੁਝ ਸਵਾਰ ਉਹਦੇ ਵਿੱਚ ਬੈਠੇ ਨੇ, ਤੇ ਮਲਾਹ ਉਸ ਬੇੜੀ ਨੂੰ ਚਲਾ ਰਿਹਾ ਹੈ। ਤੇ ਜੇ ਸਾਧ ਸੰਗਤ ਜੀ ਉਹ ਇੱਕ ਚੱਪੂ ਨਾਲ ਚਲਾਏਗਾ ਤੇ ਬੇੜੀ ਉੱਥੇ ਹੀ ਉਲਝ ਜਾਏਗੀ, ਕਦੇ ਵੀ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਨਹੀਂ ਲੱਗੇਗੀ। ਤੇ ਜੇ ਉਹਨੇ ਪਾਰ ਲੱਗਣਾ ਹੈ, ਦੂਸਰੇ ਕਿਨਾਰੇ ਤੇ ਪਹੁੰਚਣਾ ਹੈ, ਤੇ ਉਹਨੂੰ ਦੋਨਾਂ ਹੀ ਚੱਪੂਆਂ ਦੇ ਨਾਲ, ਦੋਵਾਂ ਚੱਪੂਆਂ ਦਾ ਸਹਾਰਾ ਲੈਣਾ ਪਵੇਗਾ। ਇਸੇ ਤਰ੍ਹਾਂ ਕੋਈ ਪੰਛੀ ਹੈ ਜੇ ਉਹ ਅਸਮਾਨ ਦੇ ਵਿੱਚ ਉੱਡ ਰਿਹਾ ਹੈ, ਜੇ ਉਹਨੇ ਉਹ ਅਸਮਾਨ ਦਾ ਆਨੰਦ ਮਾਣਨਾ ਤੇ ਉਹਨੂੰ ਦੋਨਾਂ ਖੰਭਾਂ ਦੀ ਜ਼ਰੂਰਤ ਹੈ। ਇੱਕ ਖੰਭ ਦੇ ਨਾਲ ਕਦੇ ਵੀ ਪੰਛੀ ਅਸਮਾਨ ਦੇ ਵਿੱਚ ਉੱਡ ਕੇ ਆਨੰਦ ਨਹੀਂ ਪ੍ਰਾਪਤ ਕਰ ਸਕਦਾ, ਉਡਾਰੀਆਂ ਨਹੀਂ ਮਾਰ ਸਕਦਾ। ਤਾਂ ਹੀ ਕਹਿੰਦੇ ਨੇ ਇਸੇ ਤਰ੍ਹਾਂ ਜੇ ਇਨਸਾਨ ਨੇ ਅਸਮਾਨ ਦੇ ਵਿੱਚ ਉਡਾਰੀ ਲਾਉਣੀ ਹੈ, ਰੂਹਾਨੀ ਉਡਾਰੀ ਲਾਉਣੀ ਹੈ, ਉਸ ਮੰਡਲ ਦੇ ਵਿੱਚ ਆਨੰਦ ਮਾਣਨਾ ਹੈ, ਫਿਰ ਇਹ ਦੋਨੇ ਚੀਜ਼ਾਂ ਜ਼ਰੂਰੀ ਹੈ। ਦੁੱਧ ਬਿਨ ਧੇਨ, ਪੰਖ ਬਿਨ ਪੰਖੀ, ਜਲ ਬਿਨ ਉਤਪੁਜ ਕਾਮ ਨਾਹੀ। ਜਿਵੇਂ ਸਾਧ ਸੰਗਤ ਜੀ ਇਹ ਚੀਜ਼ਾਂ ਅਲੱਗ-ਅਲੱਗ ਦ੍ਰਿਸ਼ਟਾਂਤ ਮਾਲਕ ਜੀ ਨੇ ਦੇ ਕੇ ਸਮਝਾਇਆ ਹੈ, ਇਸੇ ਤਰ੍ਹਾਂ ਕਹਿੰਦੇ ਨੇ ਨਾਮਾ ਕਹੇ ਤਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਕਹਿੰਦੇ ਨੇ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਦੋਨੇ ਚੀਜ਼ਾਂ ਜ਼ਰੂਰੀ ਹੈ। ਆਪਾਂ ਹੱਥਾਂ ਦੇ ਨਾਲ ਸੇਵਾ ਵੀ ਕਰਨੀ ਹੈ ਤੇ ਬਾਣੀ ਵੀ ਪੜ੍ਹਨੀ ਹੈ, ਸਿਮਰਨ ਕਰਨਾ। ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਧਿਆਇਆ। ਦੋਨੇ ਚੀਜ਼ਾਂ ਇਸ ਪੰਕਤੀ ਦੇ ਵਿੱਚ ਆ ਗਈਆਂ ਕਿ ਸਾਨੂੰ ਸੇਵਾ ਦੀ ਅਤੇ ਬਾਣੀ ਦੀ, ਸਿਮਰਨ ਦੀ ਵੀ ਜ਼ਰੂਰਤ ਹੈ ਜੀ। ਧੰਨਵਾਦ ਗਿਆਨੀ ਜੀ, ਸੇਵਾ ਤੇ ਸਿਮਰਨ ਦੋਨੋਂ ਜ਼ਰੂਰੀ ਨੇ। ਗਿਆਨੀ ਗੁਰਦੀਪ ਸਿੰਘ ਜੀ, ਲਾਸਟ ਰਾਉਂਡ ਆ ਜੀ, ਅਸੀਂ
ਘੱਟ ਸ਼ਬਦਾਂ ਦੇ ਵਿੱਚ ਆਨਸਰ ਕਰਨਾ। ਗੁਰਬਾਣੀ ਅਨੁਸਾਰ ਪ੍ਰਮਾਤਮਾ ਨੂੰ ਬਿਆਨ ਕਰਨਾ ਔਖਾ ਹੈ ਤੇ ਦੂਸਰੇ ਪਾਸੇ ਪ੍ਰਮਾਤਮਾ ਨੂੰ ਲੰਮੇ ਕੇਸਾਂ ਵਾਲਾ, ਤੇਰੇ ਬੰਕੇ ਲੋਇਣ ਦੰਤ ਰਸਾਲਾ ਵਾਲਾ ਵੀ ਇਸ ਤਰ੍ਹਾਂ ਗੁਰੂ ਪਾਤਸ਼ਾਹ ਬਿਆਨ ਕਰਦੇ ਨੇ। ਕਿ ਇਹ ਸੈਲਫ ਕੰਟਰਾਡਿਕਟਡ ਆ? ਇਸ ਤਰ੍ਹਾਂ ਕਿਉਂ ਸਾਨੂੰ ਲੱਗਦਾ ਹੈ ਜੀ? ਰੱਬ ਜੀ ਦੇ ਦੋ ਰੂਪ ਨੇ, ਇੱਕ ਨਿਰਗੁਣ ਰੂਪ, ਇੱਕ ਸਰਗੁਣ ਰੂਪ। ਨਿਰਗੁਣ ਰੂਪ ਦੇ ਵਿੱਚ ਰੱਬ ਦਾ ਕੋਈ ਰੂਪ ਨਹੀਂ ਹੈਗਾ, ਕੋਈ ਵੀ ਰੂਪ ਨਹੀਂ ਹੈਗਾ। ਸਰਗੁਣ ਰੂਪ ਦੇ ਵਿੱਚ ਜਿੰਨੇ ਵੀ ਰੂਪ ਨੇ ਉਹ ਸਾਰੇ ਰੱਬ ਦੇ ਰੂਪ ਨੇ। ਤੇ ਜਦੋਂ ਗੁਰੂ ਸਾਹਿਬ ਜੀ ਬਾਹਰੀ ਤੌਰ ਤੇ ਕੁਦਰਤ ਨੂੰ ਵੇਖਦੇ ਨੇ, ਕਿਸੇ ਦੀ ਸੁੰਦਰਤਾ ਨੂੰ ਵੇਖਦੇ ਨੇ, ਕਿਸੇ ਨੱਕ ਨੂੰ, ਵਾਲਾਂ ਨੂੰ ਵੇਖਦੇ ਨੇ, ਤੇ ਗੁਰੂ ਸਾਹਿਬ ਜੀ ਉਹਦੇ ਵਿੱਚੋਂ ਰੱਬ ਨੂੰ ਵੇਖਦੇ ਨੇ। ਉਦੋਂ ਕਹਿੰਦੇ ਨੇ ਸੋਹਣੇ ਨੱਕ ਜਿਨ ਲੰਮੜੇ ਵਾਲਾ। ਅਸਲ ਦੇ ਵਿੱਚ ਰੱਬ ਦਾ ਕੋਈ ਰੂਪ ਨਹੀਂ ਨਿਰਗੁਣ ਰੂਪ ਦੇ ਵਿੱਚ। ਸਰਗੁਣ ਰੂਪ ਦੇ ਵਿੱਚ ਸਾਰੇ ਰੱਬ ਦੇ ਰੂਪ ਨੇ। ਸਾਡਾ ਰੂਪ, ਤੁਹਾਡਾ ਰੂਪ, ਜੀਵਾਂ ਦੇ ਰੂਪ ਸਾਰੇ ਰੱਬ ਦੇ ਰੂਪ ਨੇ। ਤੇ ਜਦੋਂ ਗੁਰੂ ਸਾਹਿਬ ਨੇ ਸਰਗੁਣ ਰੂਪ ਦੇ ਵਿੱਚ ਪਰਮਾਤਮਾ ਨੂੰ ਵੇਖਿਆ ਤੇ ਉਦੋਂ ਸਤਿਗੁਰੂ ਨੇ ਸਿਫਤ ਕੀਤੀ ਏ, ਉਦੋਂ ਕਿਹਾ ਏ ਵੀ ਸੋਹਣੇ ਨੱਕ ਜਿਨ ਲੰਮੜੇ ਵਾਲਾ। ਹਾਂਜੀ, ਧੰਨਵਾਦ ਗਿਆਨੀ ਜੀ। ਅਗਲਾ ਪ੍ਰਸ਼ਨ ਜੀ ਗਿਆਨੀ ਕੁਲਦੀਪ ਸਿੰਘ ਲਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇਹ ਮੰਨਣਾ ਠੀਕ ਆ ਕਿ ਜਾਂ ਜੋਤ ਮੰਨਣਾ? ਅਰਦਾਸ ਤੋਂ ਬਾਅਦ ਨਾ ਜੀ ਹਰ ਗੁਰੂ ਘਰ ਦੇ ਵਿੱਚ ਦੋਹਰਾ ਪੜਿਆ ਜਾਂਦਾ ਹੈ ਕਿ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ। ਇਹਦੇ ਵਿੱਚ ਪੰਕਤੀ ਆਉਂਦੀ ਹੈ ਕਿ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਇਹ ਪੰਕਤੀਆਂ ਜਿਹੜੀਆਂ ਨੇ ਇਹ ਗਿਆਨੀ ਗਿਆਨ ਸਿੰਘ ਜੀ ਦੁਆਰਾ ਲਿਖੀਆਂ ਹੋਈਆਂ ਨੇ। ਸੋ ਇੱਥੇ ਉਹਨਾਂ ਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਲਫ਼ਜ਼ ਯੂਜ਼ ਕੀਤੇ। ਪਰ ਜੇਕਰ ਆਪਾਂ ਰਹਿਤਨਾਮੇ ਪੜ੍ਹੀਏ, ਭਾਈ ਪ੍ਰਹਿਲਾਦ ਸਿੰਘ ਜੀ ਦਾ ਰਹਿਤਨਾਮਾ ਪੜ੍ਹੀਏ, ਉਹਨਾਂ ਨੇ ਜੋ ਲਿਖਿਆ ਕਹਿੰਦੇ ਗੁਰੂ ਪੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਕਹਿੰਦੇ ਨੇ ਆਤਮਾ ਗ੍ਰੰਥ ਚ ਤੇ ਸਰੀਰ ਪੰਥ ਚ। ਆਤਮਾ ਗ੍ਰੰਥ ਚ ਤੇ ਸਰੀਰ ਪੰਥ ਚ। ਭਾਈ ਪ੍ਰਹਿਲਾਦ ਸਿੰਘ ਕਹਿੰਦੇ ਨੇ ਗੁਰੂ ਪੰਥ ਜੀ ਮਾਨੀਏ ਪ੍ਰਗਟ ਗੁਰਾਂ ਕੀ ਦੇ। ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨਾਂ ਨੂੰ ਰਿਪੀਟ ਕਰਦੇ ਨੇ ਕਿ ਜਿਹੜਾ ਪੰਥ ਹੈ ਉਹ ਪ੍ਰਗਟ ਗੁਰੂ ਦੀ ਦੇਹ ਹੈ। ਤੇ ਇਹਦਾ ਮਤਲਬ ਇਹ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਨੇ ਉਹ ਜੋਤ ਸਰੂਪ ਨੇ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜੋਤ ਸਰੂਪ ਕਹਿਣਾ ਹੀ ਜ਼ਿਆਦਾ ਬੈਟਰ ਹੈ। ਹਾਂਜੀ, ਥੈਂਕ ਯੂ ਵੀਰ ਜੀ। ਗਿਆਨੀ ਸਤਨਾਮ ਸਿੰਘ ਜੀ, ਮਨ ਆਪਣੇ ਅਸਲ ਨੂੰ ਪਛਾਣਨ ਵਿੱਚ ਕਿਉਂ ਅਸਮਰੱਥ ਰਹਿ ਜਾਂਦਾ ਜੀ, ਜਿਹੜਾ ਮਾਈਂਡ ਆ? ਹਾਂਜੀ ਵੀਰ ਜੀ, ਐਕਚੁਅਲੀ ਜਿਹੜਾ ਮਾਈਂਡ ਆ, ਵਾਈ ਆਵਰ ਮਾਈਂਡ ਇਜ਼ ਇਨਕੈਪੇਬਲ ਔਰ ਅਨੇਬਲ ਆ ਵੀ ਸਭ ਤੋਂ ਪਹਿਲਾਂ ਜਿਹੜੀ ਇਹਨੂੰ ਆਪਾਂ ਖੁਰਾਕ ਦੇ ਰਹੇ ਹਾਂ ਉਹ ਰੀਅਲ ਖੁਰਾਕ ਨਹੀਂ, ਇਹਦੀ ਰੀਅਲ ਫੀਡ ਨਹੀਂ ਹੈ। ਦੂਸਰਾ ਪੁਆਇੰਟ ਹੈ ਵੀ ਇਹ ਮਾਈਂਡ ਜਿਹੜਾ ਟੋਟਲੀ ਬਾਹਰ ਮੁਖੀ ਹੈ। ਤਾਂ ਮੈਂ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਆਪਾਂ ਬੱਚੇ ਦਾ ਜਦੋਂ ਜਨਮ ਹੁੰਦਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅੰਮ੍ਰਿਤ ਵਰਤਾਇਆ, ਜਦੋਂ ਬੱਚਾ ਇਸ ਧਰਤੀ ਤੇ ਆਉਂਦਾ ਤੇ ਪਰਿਵਾਰ ਦੀ ਇਹ ਕੋਸ਼ਿਸ਼ ਹੁੰਦੀ ਉਹਨੂੰ ਮਨੀ ਮਾਈਂਡਡ ਕੀਤਾ ਜਾਂਦਾ ਸਟਾਰਟਿੰਗ ਤੋਂ ਹੀ ਵੀ ਤੂੰ ਪੜ੍ਹਨਾ ਹੈ ਕਾਹਦੇ ਲਈ, ਟੂ ਅਰਨ ਮਨੀ। ਕੁਛ ਵੀ ਕਰਨਾ ਵੀ ਤੂੰ ਮਾਇਆ ਕਿਵੇਂ ਕਮਾਉਣੀ ਆ, ਇਸ ਤਰ੍ਹਾਂ ਸਿਖਾਇਆ ਜਾਂਦਾ ਸਟਾਰਟਿੰਗ ਤੋਂ ਹੀ। ਸੋ ਗੁਰਬਾਣੀ ਕਹਿੰਦੀ ਇਹਨੂੰ ਪਹਿਲਾਂ ਹੀ ਇਸ ਮਨ ਕੋ ਜਨਮ ਜਨਮ ਕੀ ਮਨ ਲੱਗ ਗਈ। ਇਹ ਤਾਂ ਪਹਿਲਾਂ ਹੀ ਕਾਲਾ ਹੋਇਆ ਸਿਆ, ਤਾਂ ਪਹਿਲਾਂ ਇਹਦੇ ਉੱਤੇ ਬੜੀ ਮੈਲ ਹੈ। ਸੋ ਰੀਜ਼ਨ ਇਹੀ ਆ ਕਿ ਇਹ ਆਪਣੀ ਸੈਟਿਸਫੈਕਸ਼ਨ ਜਿਹੜੀ ਹੈ, ਮਨ ਜਿਹੜਾ ਮਾਈਂਡ ਹੈ, ਆਪਣੀ ਫੀਡ ਜਿਹੜੀ ਬਾਹਰੀ ਮਟੀਰੀਅਲਿਸਟਿਕ ਪਦਾਰਥਾਂ ਵਿੱਚ, ਪਰਿਵਾਰਾਂ ਦੇ ਧਨ ਦੌਲਤਾਂ ਵਿੱਚ ਲੱਭਦਾ ਹੈ ਸੁੱਖ, ਪਰ ਸੁੱਖ ਨਹੀਂ ਮਿਲਦਾ। ਸੋ ਫਿਰ ਗੁਰੂ ਸਾਹਿਬ ਨੇ ਇੱਕ ਸੋਲੂਸ਼ਨ ਦਿੱਤਾ ਹੈ। ਕਹਿੰਦੇ ਮਾਈਂਡ ਦੀ ਜਿਹੜੀ ਸੈਟਿਸਫੈਕਸ਼ਨ ਹੈ ਉਹ ਬਾਹਰੀ ਪਦਾਰਥਾਂ ਵਿੱਚ ਨਹੀਂ ਹੈ, ਕਿਉਂਕਿ ਆਪਾਂ ਨੂੰ ਬਾਹਰੀ ਪਦਾਰਥਾਂ 'ਚ ਸੰਤੁਸ਼ਟੀ ਕਰ ਰਹੇ ਪਰ ਸੰਤੁਸ਼ਟ ਨਹੀਂ ਹੋ ਰਿਹਾ। ਤਾਂ ਗੁਰੂ ਸਾਹਿਬ ਕਹਿੰਦੇ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਵਿਦਾਊਟ ਨੇਮ, ਵਿਦਾਊਟ ਮੈਡੀਟੇਸ਼ਨ ਔਨ ਵਾਹਿਗੁਰੂ ਇਟ ਕੈਨੋਟ ਬੀ ਸੈਟਿਸਫਾਈ। ਸੋ ਪਾਤਸ਼ਾਹ ਰਹਿਮਤ ਕਰਦੇ ਨੇ ਵੀ ਬਾਹਰੀ ਪਦਾਰਥਾਂ ਦੇ ਵਿੱਚ ਕਰਕੇ ਇਹਦੇ ਆਲੇ ਦੁਆਲੇ ਇੰਨਾ ਰੌਲਾ ਹੈ ਕਿ ਬਾਹਰੀ ਪਦਾਰਥਾਂ ਵਿੱਚ ਹੀ ਸੈਟਿਸਫੈਕਸ਼ਨ, ਮਨ ਦੀ ਸ਼ਾਂਤੀ ਲੱਭਦਾ, ਪਰ ਉਹ ਉਹਦੀ ਐਕਚੁਅਲ ਫੀਡ ਨਹੀਂ। ਮਾਈਂਡ ਦੀ ਜਿਹੜੀ ਐਕਚੁਅਲ ਫੀਡ ਹੈ ਉਹ ਨਾਮ ਹੈ, ਸਿਮਰਨ ਹੈ, ਤੇ ਬਿਨਾਂ ਸੰਤੋਖ ਨਹੀਂ ਕੁਰਾ। ਹਾਂਜੀ, ਧੰਨਵਾਦ ਵੀਰ ਜੀ। ਆਪਾਂ ਰੋਜ਼ ਪੜ੍ਹਦੇ ਵੀ ਹਾਂ, ਮਨ ਏਕ ਨ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਠੀਕ ਹੈ ਜੀ, ਉਸ ਵੱਲ ਸਾਨੂੰ ਧਿਆਨ ਦੇਣ ਦੀ ਲੋੜ ਆ। ਤੇ ਅੱਜ ਦਾ ਜਿਹੜਾ ਲਾਸਟ ਪ੍ਰਸ਼ਨ ਹੈਗਾ ਗਿਆਨੀ ਸਰਬਜੀਤ ਸਿੰਘ ਜੀ ਲਈ ਜੀ, ਇਹ ਹੈਗਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜੇ ਮਿਥਿਹਾਸਿਕ ਆਪਣੇ ਤੱਥ ਆਏ ਨੇ ਜਾਂ ਜਿਹੜੀਆਂ ਮਿਥਿਹਾਸਿਕ ਸ਼ਖਸੀਅਤਾਂ ਦੇ ਜ਼ਿਕਰ ਕੀਤੇ ਗਏ ਨੇ, ਇਸ ਬਾਰੇ ਨਵੀਂ ਪੀੜ੍ਹੀ ਨੂੰ ਕਿਵੇਂ ਜਾਣੂ ਕਰਵਾਇਆ ਜਾਏ, ਕਿਉਂਕਿ ਬਹੁਤੇ ਜਿਹੜੇ ਫੈਮਿਲੀ ਮੈਂਬਰ ਨੇ ਉਹ ਆਪ ਹੀ ਨਹੀਂ ਜਾਣਦੇ ਹੁੰਦੇ ਇਹਨਾਂ ਮਿਥਿਹਾਸਿਕ ਜਿਹੜੇ ਪਾਤਰ ਨੇ ਉਹਨਾਂ ਦੇ ਬਾਰੇ ਜੀ।
ਹਾਂਜੀ, ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਤੇ ਗਏ, 4 ਉਦਾਸੀਆਂ ਵਿੱਚੋਂ ਵੱਖ-ਵੱਖ ਥਾਵਾਂ ਤੇ ਗਏ, ਹਰ ਇੱਕ ਨੂੰ ਉਹਨਾਂ ਨੇ ਉਪਦੇਸ਼ ਦਿੱਤਾ, ਸਾਰਿਆਂ ਨੂੰ ਆਪਣੇ ਕਲਾਵੇ ਦੇ ਵਿੱਚ ਲਿਆ ਜੀ। ਤੇ ਬਾਣੀ ਦਾ ਹੀ ਫਰਮਾਨ ਹੈ, ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸਹਿ ਬਾਹਰਾ ਜੀਓ। ਜਿਵੇਂ ਪਹਿਲਾਂ ਵੀ ਆਪਾਂ ਵਿਚਾਰ ਕਰਦੇ ਸੀ, ਨਾ ਹਮ ਹਿੰਦੂ ਨਾ ਮੁਸਲਮਾਨ। ਗੁਰੂ ਸਾਹਿਬ ਜੀ ਨੇ ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਦਿੱਤਾ, ਬਰਾਬਰ ਸਮਝਿਆ, ਊਚ ਨੀਚ ਦਾ, ਜਾਤ ਪਾਤ ਦਾ ਫਰਕ ਨਹੀਂ ਰੱਖਿਆ। ਤੇ ਇੱਕ ਹੁੰਦਾ ਏ ਇਤਿਹਾਸ ਤੇ ਇੱਕ ਹੁੰਦਾ ਮਿਥਿਹਾਸ। ਜਿਹੜਾ ਇਤਿਹਾਸ ਹੁੰਦਾ ਏ ਉਹਦੇ ਵਿੱਚ ਸਾਡੇ ਕੋਲੇ ਸਾਰੀਆਂ ਡੇਟਾਂ ਪ੍ਰੋਪਰ ਹੁੰਦੀਆਂ ਨੇ, ਸਭ ਕੁਝ ਜਿੱਥੇ ਵੀ ਗੁਰੂ ਸਾਹਿਬ ਜੀ ਗਏ, ਜੋ ਉਹਨਾਂ ਨੇ ਕੀਤਾ, ਉਹ ਰੀਅਲ ਦੇ ਵਿੱਚ ਹੁੰਦਾ ਸਭ ਕੁਝ। ਪਰ ਜਿਹੜਾ ਮਿਥਿਹਾਸ ਹੈ ਉਹ ਇੱਕ ਮਿੱਥ ਹੁੰਦੀ ਹੈ, ਜਿਵੇਂ ਇੱਕ ਕਲਪਨਾ। ਸੁਪਨਾ ਆਇਆ, ਸੁਪਨਾ ਇੱਕ ਕਲਪਨਾ ਹੈ, ਥੋੜੇ ਸਮੇਂ ਵਾਸਤੇ ਹੈ, ਜਦੋਂ ਆਪਾਂ ਉੱਠਦੇ ਹਾਂ ਫਿਰ ਉਹ ਮਤਲਬ ਇੱਕ ਮਿੱਥ ਹੀ, ਇੱਕ ਕਲਪਨਾ ਰਹਿ ਜਾਂਦੀ ਹੈ, ਉਹ ਰੀਅਲ 'ਚ ਨਹੀਂ ਹੁੰਦਾ। ਇਸੇ ਤਰ੍ਹਾਂ ਮਿਥਿਹਾਸ ਨੂੰ ਆਪਾਂ ਕੰਡੈਮ ਨਹੀਂ ਕਰ ਸਕਦੇ। ਜਿੱਥੇ ਸਾਨੂੰ ਇਤਿਹਾਸ ਤੋਂ ਜੀਵਨ ਦੀ ਸੇਧ ਮਿਲਦੀ ਹੈ, ਜੀਵਨ ਜਾਚ ਮਿਲਦੀ ਹੈ, ਉੱਥੇ ਮਿਥਿਹਾਸ ਤੋਂ ਵੀ ਸਾਨੂੰ ਜੀਵਨ ਦੀ ਸੇਧ ਮਿਲਦੀ ਹੈ। ਸਾਡੇ ਸਾਹਮਣੇ ਜਿਵੇਂ ਦ੍ਰਿਸ਼ਟੀਕੋਣ ਆ ਜਾਂਦੇ ਨੇ। ਰਾਮ ਜੀ ਦਾ ਜ਼ਿਕਰ ਬਹੁਤ ਵਾਰੀ ਗੁਰਬਾਣੀ ਦੇ ਵਿੱਚ ਆਇਆ। ਰਾਮ ਸ਼ਬਦ ਇੱਕ ਤਾਂ ਪ੍ਰਮਾਤਮਾ ਵਾਸਤੇ ਵਰਤਿਆ ਗਿਆ। ਜਦੋਂ ਆਪਾਂ ਪੜ੍ਹਦੇ ਹਾਂ, ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਇੱਥੇ ਰਾਮ ਦੇ ਜਿਹੜੇ ਅਰਥ ਨੇ ਉਹ ਰਮਿਆ ਹੋਇਆ ਪਰਮੇਸ਼ਰ ਪ੍ਰਮਾਤਮਾ ਦਾ ਜ਼ਿਕਰ ਕੀਤਾ ਗਿਆ। ਇੱਕ ਥਾਂ ਤੇ ਆਉਂਦਾ ਰਾਮ ਗਇਓ ਰਾਵਣ ਗਇਓ। ਇੱਥੇ ਜਿਹੜਾ ਰਾਮ ਦਾ ਜ਼ਿਕਰ ਆਇਆ ਹੈ, ਉਸ ਦਸ਼ਰਥ ਦੇ ਪੁੱਤਰ ਦਾ ਜ਼ਿਕਰ ਆਇਆ ਹੈ, ਰਾਮ। ਜਦੋਂ ਸਾਡੇ ਸਾਹਮਣੇ ਦ੍ਰਿਸ਼ਟੀਕੋਣ ਆਉਂਦੇ ਨੇ, ਕਹਿਣ ਤੋਂ ਕੀ ਭਾਵ, ਜਿਹੜੀਆਂ ਚੀਜ਼ਾਂ ਉਸ ਸਮੇਂ ਦੇ ਵਿੱਚ ਪ੍ਰਚਲਿਤ ਸਨ, ਸਤਿਗੁਰੂ ਜੀ ਨੇ ਉਹਨਾਂ ਦੇ ਹਵਾਲੇ ਲਏ ਤੇ ਉਹਨਾਂ ਦੇ ਹਵਾਲੇ ਦੇ ਕੇ ਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ। ਹੋਰ ਬੜੀਆਂ ਚੀਜ਼ਾਂ, ਜਿਵੇਂ ਸੰਗਰਾਂਦ ਦਾ ਬਹੁਤ ਬੋਲਬਾਲਾ ਹਿੰਦੂ ਧਰਮ ਦੇ ਵਿੱਚ। ਤੇ ਮਾਲਕ ਜੀ ਨੇ ਪਹਿਲਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ 12 ਮਾਹ ਬਾਣੀ ਉਚਾਰਨ ਕੀਤੀ ਤੁਖਾਰੀ ਰਾਗ ਦੇ ਵਿੱਚ। ਚੀਜ਼ਾਂ ਉਹੀ ਲਈਆਂ, ਪਰ ਉਪਦੇਸ਼ ਉਹਨਾਂ ਦੇ ਵਿੱਚ ਪਾ ਕੇ ਸਾਨੂੰ ਦਿੱਤਾ। ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵੀ ਫਿਰ 12 ਮਾਹ ਬਾਣੀ ਉਚਾਰਨ ਕੀਤੀ ਮਾਝ ਰਾਗ ਦੇ ਵਿੱਚ। ਕਿ ਇਹ ਜਿਹੜੇ ਦ੍ਰਿਸ਼ਟੀਕੋਣ ਸਾਡੇ ਵਿੱਚ ਆਏ, ਰਾਮ ਜੀ, ਰਾਮ ਨੂੰ ਮੰਨਿਆ ਜਾਂਦਾ ਹੈ, ਕਹਿੰਦੇ ਮਰਿਆਦਾ ਪੁਰਸ਼ੋਤਮ ਹੈ, ਭਾਵ ਲਿਮਟ, ਇੱਕ ਮਰਿਆਦਾ। ਕੋਈ ਵੀ ਚੀਜ਼ ਜਦੋਂ ਲਿਮਟ ਦੇ ਵਿੱਚ ਹੈ, ਮਰਿਆਦਾ ਦੇ ਵਿੱਚ ਹੈ, ਉਹ ਸਾਨੂੰ ਸੁੱਖ ਦਿੰਦੀ ਹੈ। ਜਿਵੇਂ ਹਵਾ, ਅੱਗ, ਪਾਣੀ ਹੈ, ਬਾਰਿਸ਼ ਹੈ, ਜਦੋਂ ਇਹ ਲਿਮਟ ਦੇ ਵਿੱਚ ਹੋਣਗੀਆਂ ਤੇ ਸਾਨੂੰ ਇਹਨਾਂ ਤੋਂ ਸੁੱਖ ਮਿਲਦਾ ਹੈ, ਅਸੀਂ ਇਹਨਾਂ ਤੋਂ ਕੰਮ ਲੈ ਸਕਦੇ ਹਾਂ। ਤੇ ਬਾਅਦ 'ਚ ਆ ਗਿਆ ਰਾਵਣ ਦਾ ਜਦੋਂ ਜ਼ਿਕਰ ਕੀਤਾ, ਮਾਲਕ ਜੀ ਨੇ ਬਹੁਤ ਵਾਰ ਰਾਵਣ ਦਾ ਜ਼ਿਕਰ ਕੀਤਾ। ਉਹਨੂੰ ਇਹ ਵੀ ਲਿਖਿਆ ਕਿ ਇਹ ਦਹਿਸਰ ਸੀ। ਦਹਿਸਰ ਤੋਂ ਭਾਵ ਕਿ ਇਹਦੇ ਵਿੱਚ 10 ਬੰਦਿਆਂ ਜਿੰਨਾ ਦਿਮਾਗ ਸੀ, ਇਹਦੀ ਅਕਲ ਬਹੁਤ ਸੀ, ਇਹ 4 ਵੇਦਾਂ ਦਾ ਗਿਆਤਾ ਸੀ, ਬਹੁਤ ਵੱਡਾ ਵਿਦਵਾਨ ਸੀ। ਫਿਰ ਕਹਿੰਦੇ ਨੇ ਇਹਦੀ ਭੈਣ ਸਰੂਪਨਖਾ, ਉਹਨੇ ਉਹਦਾ ਬਦਲਾ ਲੈਣ ਵਾਸਤੇ ਦੇਖੋ ਕੀ ਕੁਝ ਕੀਤਾ। ਫਿਰ ਉਹਨੇ ਜਦੋਂ ਸੀਤਾ ਨੂੰ ਲੈ ਕੇ ਆਂਦਾ ਤੇ ਕਿੱਡਾ ਵੱਡਾ ਕਰੈਕਟਰ ਪੱਖ ਤੋਂ ਵੱਡਾ ਸੀ, ਜਿਹਨੇ ਇੱਜ਼ਤ ਕੀਤੀ ਔਰਤ ਦੀ, ਕਿ ਕਿੰਨਾ ਉਹਨੇ ਮਾਣ ਸਨਮਾਨ ਕੀਤਾ ਸੀਤਾ ਦਾ, ਭਾਵੇਂ ਸਰੂਪਨਖਾ ਦਾ ਲਕਸ਼ਮਣ ਨੇ ਨੱਕ ਵੱਢਿਆ ਸੀ। ਇਹਨਾਂ ਚੀਜ਼ਾਂ ਤੋਂ ਸਾਨੂੰ ਬੜੀ ਸਿੱਖਿਆ ਮਿਲਦੀ ਜਦੋਂ ਅਸੀਂ ਪੜ੍ਹਦੇ ਹਾਂ। ਪ੍ਰਚਲਿਤ ਚੀਜ਼ਾਂ ਨੂੰ ਮਾਲਕ ਜੀ ਨੇ ਇਹ ਲਿਆ ਕੇ ਗੁਰਬਾਣੀ ਦੇ ਵਿੱਚ ਸਾਨੂੰ ਇਹ ਪ੍ਰਚਲਿਤ ਚੀਜ਼ਾਂ ਨੂੰ ਮੁੱਖ ਰੱਖ ਕੇ ਸਾਨੂੰ ਸਮਝਾਇਆ। ਜਦੋਂ ਕਹਿੰਦੇ ਨੇ ਰਾਮ ਗਇਓ ਰਾਵਣ ਗਇਓ ਜਾਕੋ ਬਹੁ ਪਰਿਵਾਰ, ਕਹਿੰਦੇ ਨੇ ਕਿ ਏਡੇ ਵੱਡੇ ਇਸ ਸੰਸਾਰ ਤੋਂ ਚਲੇ ਗਏ। ਫਿਰ ਮਾਲਕ ਜੀ ਨੇ ਇਸ ਪੱਖ ਦਾ ਵੀ ਜ਼ਿਕਰ ਕੀਤਾ ਕਿ ਇਨਸਾਨ ਨੇ ਵੀ ਇੱਕ ਨਾ ਇੱਕ ਦਿਨ ਇਸ ਫਾਨੀ ਸੰਸਾਰ ਨੂੰ ਛੱਡ ਕੇ ਚਲਿਆ ਜਾਣਾ ਹੈ। ਜੇ ਸੀਤਾ ਦੀ ਗੱਲ ਕਰੀਏ ਤੇ ਕਹਿੰਦੇ ਨੇ ਉਹ ਬੜੀ ਪਤੀਵ੍ਰਤਾ ਸੀ, ਜਿਨੇ ਆਪਣੇ ਪਤੀਵ੍ਰਤਾ ਨੂੰ ਕਾਇਮ ਰੱਖਣ ਦੇ ਲਈ ਕਿੰਨੀਆਂ ਅਗਨੀ ਪ੍ਰੀਖਿਆ ਦਿੱਤੀਆਂ। ਦੇਖੋ ਕਿੰਨੀ ਵੱਡੀ ਇਹ ਸਿੱਖਿਆ ਹੈ। ਤੇ ਤਾਂ ਹੀ ਸਾਧ ਸੰਗਤ ਜੀ ਉਹ ਸਾਨੂੰ ਸਮਝਾਇਆ ਜਾਂਦਾ, ਕਹਿੰਦੇ ਨੇ ਗੁਣਾ ਕਾ ਹੋਵੇ ਵਾਸਲਾ ਕੱਢ ਵਾਸ ਲੀਜੇ। ਜਿੱਥੋਂ ਵੀ ਸਾਨੂੰ ਕੋਈ ਗੁਣ ਪ੍ਰਾਪਤ ਹੁੰਦਾ ਹੈ, ਸਾਨੂੰ ਗੁਣ ਪ੍ਰਾਪਤ ਕਰ ਲੈਣਾ ਚਾਹੀਦਾ ਹੈ। ਬਾਕੀ ਸਾਨੂੰ ਇਹ ਚੀਜ਼ਾਂ ਪੜ੍ਹਨੀਆਂ ਵੀ ਚਾਹੀਦੀਆਂ ਨੇ। ਪੜ੍ਹਨ ਦੇ ਨਾਲ ਹੀ ਰੁਚੀ ਪੈਦਾ ਹੁੰਦੀ। ਜਦੋਂ ਆਪਾਂ ਪੜਾਂਗੇ ਨਾ, ਇਸ ਪਾਸੇ ਧਿਆਨ ਨਹੀਂ ਦਿੱਤਾ ਤੇ ਆਪਣੀ ਰੁਚੀ ਨਹੀਂ ਪੈਦਾ ਹੋਵੇਗੀ। ਇਸ ਕਰਕੇ ਸਾਨੂੰ ਪੜ੍ਹਨ ਦੀ ਵੀ ਜ਼ਰੂਰਤ ਹੈ, ਫਿਰ ਰੁਚੀ ਪੈਦਾ ਹੋਵੇਗੀ। ਤੇ ਬਹੁਤ ਸਾਰੇ ਐਸੇ ਵਿਦਵਾਨ ਨੇ ਜਿਨ੍ਹਾਂ ਦੇ ਵਿੱਚੋਂ ਪ੍ਰੋਫੈਸਰ ਸਾਹਿਬ ਸਿੰਘ ਜੀ ਆਉਂਦੇ ਨੇ। ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਪਣ ਲਿਖਿਆ। ਦੇਖੋ ਕਿੰਨਾ ਵੱਡਾ ਗਿਆਨ, ਉਹ ਵੀ ਹਿੰਦੂ ਧਰਮ ਦੇ ਵਿੱਚੋਂ ਹੀ ਆਏ ਨੇ। ਭਗਤ ਪੂਰਨ ਸਿੰਘ ਜੀ, ਉਹਨਾਂ ਦਾ ਜੀਵਨ ਆਪਾਂ ਵੇਖੀਏ ਕਿੰਨਾ ਮਹਾਨ ਜੀਵਨ। ਅੱਜ ਵੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਜਾਂਦੇ ਹੋ ਤੇ ਪਿੰਗਲਵਾੜਾ ਬਣਿਆ, ਬੜੀ ਉਹਨਾਂ ਦੀ ਮਹਾਨ ਸੇਵਾ ਹੈ। ਕਹਿਣ ਤੋਂ ਕੀ ਭਾਵ ਹੈ
ਕਿ ਸਾਨੂੰ ਇਹਨਾਂ ਚੀਜ਼ਾਂ ਦਾ ਕਦੇ ਵਿਤਕਰਾ ਨਹੀਂ ਕਰਨਾ ਚਾਹੀਦਾ। ਜਿੱਥੋਂ ਵੀ ਸਾਨੂੰ ਗੁਣ ਮਿਲਣ ਉਹ ਪ੍ਰਾਪਤ ਕਰ ਲੈਣੇ ਚਾਹੀਦੇ ਨੇ। ਬਾਕੀ ਰਹੀ ਗੱਲ ਮਹੱਤਤਾ ਦੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਜਦੋਂ ਵੀ ਇਹਨਾਂ ਨੇ ਜੋ ਕੁਝ ਵੀ ਚੀਜ਼ਾਂ ਪ੍ਰਚਲਿਤ ਸਨ ਉਹਨਾਂ ਦੇ ਹਵਾਲੇ ਦੇ ਕੇ ਤੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਜੀ। ਹਾਂਜੀ, ਧੰਨਵਾਦ ਜੀ। ਸਾਧ ਸੰਗਤ ਜੀ, ਸਿੰਗਾਪੁਰ ਤੋਂ ਸਰਦਾਰ ਸੁਰਜਨ ਸਿੰਘ ਜੀ ਨੇ ਇਹਦੇ ਉੱਤੇ ਇੱਕ ਕਿਤਾਬ ਲਿਖੀ ਹੈ, ਬਹੁਤ ਸੋਹਣੀ, ਤੁਸੀਂ ਅਵੇਲੇਬਲ ਵੀ ਹੈਗੀ ਆ। ਜੇ ਅਸੀਂ ਬਹੁਤ ਸਾਰੇ ਮੈਸੇजेस ਪੜ੍ਹਦੇ ਹਾਂ WhatsApp ਦੇ ਉੱਤੇ, ਥੋੜੀਆਂ ਕਿਤਾਬਾਂ ਵੀ ਪੜ੍ਹ ਲਿਆ ਕਰੀਏ, ਆਈ ਥਿੰਕ ਕੋਈ ਵੱਡੀ ਗੱਲ ਨਹੀਂ ਹੈਗੀ। ਤੇ ਬਹੁਤ ਬਹੁਤ ਧੰਨਵਾਦ ਸਾਰੇ ਗਿਆਨੀ ਸਾਹਿਬਾਨ ਜੀ ਦਾ, ਜਿਨ੍ਹਾਂ ਨੇ ਸੰਖੇਪ ਸਮੇਂ ਦੇ ਵਿੱਚ ਬਹੁਤ ਚੰਗੇ ਢੰਗ ਦੇ ਨਾਲ ਸਾਰਿਆਂ ਸਵਾਲਾਂ ਦੇ ਜਵਾਬ ਦਿੱਤੇ। ਹੁਣ ਮੈਂ ਬੇਨਤੀ ਕਰਦਾ ਜੀ ਸਿੱਖੀ ਪ੍ਰਚਾਰ ਅਕੈਡਮੀ ਦੇ ਹੈੱਡ ਸਰਦਾਰ ਜਗਜੀਤ ਸਿੰਘ ਸੰਧੂ ਜੀ ਨੂੰ ਕਿ ਉਹ ਸੰਗਤ ਦੇ ਧੰਨਵਾਦ ਦੇ ਲਈ, ਗਿਆਨੀ ਸਾਹਿਬਾਨ ਦੇ ਧੰਨਵਾਦ ਦੇ ਲਈ ਕੁਝ ਸ਼ਬਦਾਂ ਦੀ ਸਾਡੇ ਨਾਲ ਸਾਂਝ ਪਾਉਣ। ਸਰਦਾਰ ਜਗਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। First, I wish to place on record the esteemed panel of lecturers, a panel of Gyanis who did a wonderful job to make today's Samvat a great success. Their sharing of invaluable knowledge is wisdom in itself. And I am very grateful to them as well as their committees for allowing them to participate in today's जसविंदर संधू अंकल डिस्कनेक्ट हो गए, प्लीज देखना। जी वीर जी। जी ਭੈਣ ਜੀ ਹਰਦੀਪ ਕੌਰ ਜੀ, ਤੁਸੀਂ ਆਈ ਥਿੰਕ ਤੁਸੀਂ ਉਹਨਾਂ ਨੂੰ ਭੈਣ ਜੀ ਆਗੇ ਨੇ ਹਾਂਜੀ ਅੰਕਲ ਕੈਰੀ ਔਨ। ਹਾਂਜੀ ਅੰਕਲ ਜੀ, ਅਨਮਿਊਟ yourself please. all right. So as I was saying, secondly, I wish to thank our facilitator Pinder Singh for carrying out his job aptly, ably, and in an enlightening manner. So together with our Gyanis and Pinder Singh ji, we have achieved tremendous success of this Samvat. Thirdly, I wish to thank Dr. Jaswinder Singh for starting the session with a very interesting talk on Gurbani and Sikhi today. And that set the mood for today's Samvat. Last but not least, it is the Sangat that made this possible. Without their participation, we would not be where we are today. And we hope that the Sangat will continue to support us in our endeavors, not only to spread Gurbani and Sikhi, but also to serve the needs of our community. Thank you very much. Thank you very much, Uncle Ji. Sorry, I just received one message from by one youngster. So next time maybe we will try to explain something in English also. Okay. So ਸਾਰੇ ਗਿਆਨੀ ਸਾਹਿਬਾਨ ਜੀ ਦਾ, ਗੁਰੂ ਪਿਆਰੀ ਸਾਧ ਸੰਗਤ ਦਾ, ਸਿੱਖ ਸੈਂਟਰ ਦੀ ਕਮੇਟੀ ਦਾ, ਸਾਰੇ ਬੋਰਡ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢਿਆ। ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਦਾ ਬਚਨ ਹੈ ਜੀ, ਜਬ ਲਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਏ ਕਿਛ ਕਹੀਏ। ਸੋ ਵੀ ਨੀਡ ਟੂ ਕੰਟੀਨਿਊ ਦਿਸ ਟ੍ਰੈਡੀਸ਼ਨ ਆਫ ਡਾਇਲੌਗ ਇਨ ਫਿਊਚਰ ਆਲਸੋ। ਸੋ ਇਸ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹਿਣਾ। ਆਓ ਹੁਣ ਆਪਾਂ ਸਾਰੇ ਫਤਿਹ ਦੀ ਸਾਂਝ ਪਾਈਏ ਜੀ ਸੰਗਤੀ ਰੂਪ ਦੇ ਵਿੱਚ। ਜਿਹੜੇ ਆਪਣੇ ਆਪ ਨੂੰ ਅਨਮਿਊਟ ਕਰਨਾ ਚਾਹੁੰਦੇ ਨੇ, ਠੀਕ ਹੈ ਜੀ, ਉਹ ਕਰ ਸਕਦੇ ਨੇ। ਸਾਧ ਸੰਗਤ ਜੀ, ਜੇ ਕੋਈ ਕਿਸੇ ਨੂੰ ਕੋਈ ਆਨਸਰ ਠੀਕ ਨਾ ਲੱਗਾ ਹੋਏ ਜਾਂ ਕਿਸੇ ਦਾ, ਠੀਕ ਹੈ ਜੀ, ਹੋ ਸਕਦਾ ਕਿਸੇ ਵੇਲੇ ਵਿਚਾਰ ਨਾ ਵੀ ਕਿਸੇ ਨਾਲ ਸਹਿਮਤ ਹੋਣ, ਤੇ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਇਸ ਤਰ੍ਹਾਂ ਦਾ ਆ ਕਿ ਵਿਚਾਰਾਂ ਦੇ ਵਖਰੇਵੇਂ ਦੇ ਬਾਵਜੂਦ ਵੀ ਇੱਥੇ ਸਾਰੇ ਇਕੱਠੇ ਰਹਿੰਦੇ ਆ ਆਪਾਂ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ ਜੀ।